Fateh everybody. ਲਾਸਟ ਟਾਈਮ ਵਿੱਚ ਪਿਛਲੇ ਹੁਣ 6-7 ਹਫ਼ਤਿਆਂ ਤੋਂ ਮੂਲ ਮੰਤਰ ਦੇ ਉੱਤੇ ਡਿਸਕਸ਼ਨ ਚੱਲਦੀ ਪਈ ਹੈ ਤੇ we have finished up to the word ਕਰਤਾ ਤੇ I just want to make sure ਕਿ ਕਰਤੇ ਦੇ ਵਰਡ ਦੇ ਉੱਤੇ ਕੋਈ ਕਿਸੇ ਨੂੰ ਕੋਈ ਹਾਲੇ ਵੀ ਕੋਈ ਡਾਊਟ ਹੋਵੇ ਜਾਂ ਕੋਈ ਕੁਐਸਚਨ ਹੋਵੇ ਤੇ ਤੁਸੀਂ ਆਪਣੇ ਆਪ ਮਾਈਕ੍ਰੋਫੋਨ ਨੂੰ ਅਨਮਿਊਟ ਕਰਕੇ ਮੈਨੂੰ ਪੁੱਛ ਲਓ ਨਹੀਂ ਤੇ ਅਦਰਵਾਈਜ਼ I am going to continue talking about the ਮੈਂ ਰਿਵਾਈਜ਼ ਨਹੀਂ ਕਰਨਾ ਕਰਤੇ ਦੇ ਉੱਤੇ ਕੁਝ ਮੈਂ ਰਿਵੀਜ਼ਨ ਨਹੀਂ ਕਰਨੀ ਉਸ ਵਰਡ ਦੀ I'll take a 5-minute break and see if somebody has any questions. So and then we'll continue. ਵੀਰ ਜੀ ਪਿਛਲੇ ਹਫਤੇ ਦੀ ਰਿਕਾਰਡਿੰਗ ਮਿਲੇਗੀ ਨਹੀਂ ਪੇ ਹਲੇ ਉਹਨਾਂ ਨੇ ਪਾਈ ਨਹੀਂ ਹੈ ਜੈਸਮਿਨ ਨਹੀਂ ਪਾਈ ਨਹੀਂ ਹੈ Let me see if Jasmine's listening or not. Jasmine ਅਗਰ ਤੁਸੀਂ ਸੁਣ ਰਹੇ ਹੋ ਬੱਚੇ ਤੇ ਤੁਸੀਂ ਪਾ ਦੇਣਾ ਲਾਸਟ ਵੀਕ ਦੀ ਜ਼ਰੂਰ Yeah, I'll get Papa because Papa has it on his computer. Yeah, and then the title should be continuation of discussion on Mool Mantra, the concept of Karta part 7, I think this was the 7th, if I'm not wrong, that was the 7th week of discussion. So Okay. ਪਿਛਲੀ ਵਾਰੀ ਸੁਰਿੰਦਰ ਜੀ ਨੰਬਰ ਵੀ ਪਾਇਆ ਸੀ ਨਾ 6 ਹਾਂਜੀ ਤੇ ਜੇ ਉਹ ਪਾ ਦੇਣ ਤੇ ਤਾਂ ਹੁਣ ਇਹ 7 ਹੋਏਗਾ ਜਿਹੜਾ ਲਾਸਟ ਵੀਕ ਦੀ ਡਿਸਕਸ਼ਨ 7 ਅੱਜ 8 ਹੈ ਮੇਰਾ ਖਿਆਲ ਅੱਜ 8 ਹੋਏਗਾ ਹਾਂਜੀ ਹਾਂਜੀ I can't believe it. We just a suggestion जो भी है बड़ी मेहनत करके recordings पाते हैं YouTube ਵਿੱਚ we really appreciate it ਤੇ ਅਗਰ ਉਹ date ਵੀ ਲਿਖ ਦੇਣ that would be really good. Okay, we'll start putting the dates now. Okay. Yeah, thank you. Okay. Jasmine ਨੇ ਬੱਚੇ ਅਗਰ ਜਸਮੀਤ ਅਗਰ ਤੁਹਾਨੂੰ ਆਵਾਜ਼ ਆ ਰਹੀ ਹੈ ਤੇ we will put the dates also. Just remind your dad to tell me ਕਿ date ਪਾਣੀ ਹੈ ਉਹਦੇ ਜ਼ਰੂਰ. Okay. ਠੀਕ ਹੈ. So no questions on the word karta, right? Everybody has a clear understanding of that word. ਤੇ ਹੁਣ ਕਰਤੇ ਨਾਲ word ਜਿਹੜਾ ਹੈ ਪੁਰਖ ਜੋੜਿਆ ਗਿਆ ਹੈ. If everybody can mute their phones so ਹਾਲੇ ਫਿਰ ਪਿੱਛੇ background ਆਵਾਜ਼ ਆਉਂਦੀ ਹੈ. Hold on, let me do this. Yeah. ਤੇ ਕਰਤੇ ਨਾਲ word ਪੁਰਖ ਜੋੜਿਆ ਗਿਆ ਹੈ ਤੇ ਪੁਰਖ ਜਿਹੜਾ ਵਰਡ ਜਿਹੜਾ ਹੈ ਉਹਦੇ ਉੱਤੇ ਅੱਜ ਜਿਹੜੀ ਹੈ ਮੇਨ ਫੋਕਸ ਪੁਰਖ ਤੇ ਹੋਏਗਾ ਅੱਜ ਐਂਡ ਟ੍ਰਾਈਂਗ ਟੂ ਗੈਟ ਅ ਬੈਟਰ ਅੰਡਰਸਟੈਂਡਿੰਗ ਆਫ ਦੈਟ ਵਰਡ though and then once we understand the word or concept of ਪੁਰਖ then we will combine the two words together and then see ਕਿ combination ਵਿੱਚ ਕਿਉਂਕਿ generally speaking ਅਸੀਂ ਕਰਤਾ ਪੁਰਖ ਇਕੱਠਿਆਂ ਕਹਿੰਦੇ ਆ ਵਰਡ ਹਾਲਾਂਕਿ ਇਹਨਾਂ ਦੇ ਦੋ ਅਲੱਗ-ਅਲੱਗ ਮੀਨਿੰਗ ਹੈ ਹਾਲੇ ਵੀ if so, I think people still have their microphones on when awaz aandi if you can please mute yourself I would really appreciate it or Simi ji tusi kar lo whatever so purakh da concept main last time kiya si tanu ki purakh de literal jehde meaning hai na jehde oh deh ya shareer hai body keh lo kuch bhi keh lo both log authors कहते हैं कि पुरख only pertains to some male bodies female नहीं that is not true body which बड़ी जगह परमात्मा gender free है by the way just want to let you know there अकाल पुरख ਦਾ कोई gender नहीं है कोई so अकाल पुरख ਦਾ कोई gender नहीं है ਤੇ ਆਤਮਾ ਦਾ ਵੀ ਕੋਈ gender ਨਹੀਂ ਹੈ gender free ਹੈ ਮਾਰੂ ਦੇ ਜਿਹੜੇ ਸੋਹਲੇ ਜਿਹੜੇ ਹਨ ਜਿਹੜੇ ਮਹੱਲੇ ਪਹਿਲੇ ਦੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਕਦੀ ਟਾਈਮ ਮਿਲਿਆ ਤੇ ਡਿਸਕਸ ਕਰਨਗੇ ਬੜੀ ਡੈਪਥ ਆ ਉਹਨਾਂ ਸੋਹਲਿਆਂ ਵਿੱਚ ਸੋ ਯਾਦ ਰੱਖਣਾ ਇੱਕ ਤੇ ਹੈ ਸੋਹਲਾ ਵਰਡ ਤੇ ਜਿਸ ਤਰ੍ਹਾਂ ਕੀਰਤਨ ਦਾ ਸੋਹਲੇ ਗਾਣੇ ਕਿਸੇ ਦੇ ਇੱਕ ਹੈ ਸੋਲਹੇ ਹਾਂਜੀ ਤੋਂ ਕਨਫਿਊਜ਼ ਨਾ ਕਰਨਾ ਇੱਕ ਦੂਸਰੇ ਨਾਲ ਆਪਣੇ ਆਪ ਤੇ ਇੱਕ ਸੋਹਲੇ ਤੇ ਇੱਕ ਸੋਲਹੇ ਹਾਂਜੀ ਸੋਲਹੇ ਮਤਲਬ 16 ਦੇ ਕਾਊਂਟ ਵਿੱਚ ਚੱਲਣ ਵਾਲੀ ਪੋਇਟਰੀ ਹਾਂਜੀ ਤੇ ਸੋਹਲੇ ਮਤਲਬ ਪ੍ਰਮਾਤਮਾ ਦੇ ਗੀਤ ਗਾਣੇ ਪ੍ਰਮਾਤਮਾ ਦੇ ਸੋਹਲੇ ਗਾਣੇ ਤੁਮ ਗਾਓ ਮੇਰੇ ਕਰਤੇ ਕਾ ਉੱਥੇ ਸੋਹਲੇ ਦੇ ਉੱਥੇ ਸੋਹਲਾ ਹੈ ਬਾਣੀ ਇੱਥੇ ਸੋਲਹੇ ਹੈ ਤੇ ਸੋਲਹੇ ਦੀ ਬਾਣੀ ਜਿਹੜੀ ਹੈ 16 ਵਿੱਚ ਜਿਹੜੀ ਉਹ ਸਿਰਫ ਮਾਰੂ ਵਿੱਚ ਹੀ ਹੈ ਹੋਰ ਕਿਧਰੇ ਨਹੀਂ ਆਈ ਹੋਰ ਮਾਰੂ ਵਿੱਚ ਹੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਹਨਾਂ ਦੇ ਸੋਲਹੇ ਹਨ ਤੇ ਉਹ ਸੋਲਹੇ ਦੀ ਬਾਣੀ ਵਿੱਚ ਆਤਮਾ ਦੇ ਇਹ ਜਿਹੜਾ ਨਿਰੰਕਾਰ ਰੂਪ ਦੇ ਬਾਣੀ ਡਿਸਕਸ਼ਨ ਵਿੱਚ ਉੱਥੇ ਬੜੀ ਕਲੈਰਿਟੀ ਹੈ ਕਿ परमात्मा ਦਾ ਕੋਈ ਜੈਂਡਰ ਨਹੀਂ ਹੈ ਪੁਰਖ ਦਾ ਕੋਈ ਜੈਂਡਰ ਨਹੀਂ ਹੈ ਆਤਮਾ ਦਾ ਕੋਈ ਜੈਂਡਰ ਨਹੀਂ ਹੈ ਜੈਂਡਰ ਫ੍ਰੀ ਹੈ ਜੈਂਡਰ ਅਸੀਂ ਦੇਖਦੇ ਹਾਂ ਤੇ ਇੱਥੇ ਇਸ਼ੂਜ਼ ਆ ਜਾਂਦੀਆਂ ਨੇ ਸਰੀਰ ਰੂਪ ਵਿੱਚ ਪਰ ਉੱਥੇ ਉਸ ਰੂਪ ਵਿੱਚ ਕੋਈ ਜੈਂਡਰ ਨਹੀਂ ਹੈ ਨਾ ਉਹ ਪੁਰਖ ਹੈ ਤੇ ਨਾ ਉਹ ਨਾਰ ਹੈ ਨਾਰ ਪੁਰਖ ਤੋਂ ਅਲੱਗ ਹੈ ਉਹ
ना वो दिन ना वो रात है, उतों भी अलग है, सूरज चंद्रमा तो अलग है, आप अलग है, वो किसी जेंडर विच नहीं आंदा। ते पुरख मने शरीर है, शरीर रूप विच आए बड़े डिफरेंट तरह के मीनिंग पुरख विच आए। मैं लास्ट टाइम किया सी फॉर एग्जांपल मनुख अर्थां विच आए कई जगह नर अर्थां विच आए हैं, कई जगह महान व्यक्ति दे अर्थां विच आए हैं, कई बारी परमेश्वर दी थाई वर्ड यूज किया गया, परमात्मा वास्ते पुरख वर्ड यूज किया गया है, कई बारी आत्मा वास्ते वर्ड यूज किया गया है, ते बहुत ही बारी जिहड़ा वै मैक्सिमम टाइम वर्ड यूज किया गया है वो वर्ड जिहड़ा यूज किया गया है वो व्यापक परमेश्वर दे अर्थां विच। ते लेट मी शेयर माय स्क्रीन हियर नाउ एंड टेल यू कि मैं व्हाट आई मीन बाय व्यापक की है, यू नो। सो व्यापक परमेश्वर ते व्यापक दे मीनिंग की है? व्यापक दे मीनिंग है जिहड़ा हर जगह होवे। मैं पहले भी पिछे जी गल करदा पिया सी कि ये कॉन्सेप्ट नूं एक्सेप्ट करन विच बहुत लोगों नूं दिक्कत आंदी है बड़ी कि व्यापक कित्थे है। व्यापक मने एक दे अंदर होया, हाले भी कईयां दे माइक्रोफोन्स ऑन है, प्लीज हाथ जोड़ के मेरी बेनती है, प्लीज मैनू डिस्टर्बेंस होंदी है, फिर मेरी भी थॉट प्रोसेस बिगड़ जाती है। इफ यू कैन प्लीज टेक केयर ऑफ दैट, आई रियली अप्रीशिएट इट। एक ते अंदर होए तुहाडे अंदर, हां जी, कई बारी बाणी विच घट वर्ड आया और घट है अंदर, हां जी। एक ते अंदर है व्यापक दे मीनिंग, ते एक बाहर है। हुण बाहर हर जगह है, बाहर मने कित्थे है? बाहर मने धरती ते उत्ते है, हां जी, धरती ते अंदर भी है, हां जी, धरती दे अंदर भी है। ते तुसीं कहो पानी, हां जी, समुद्रां दे तले ग्राह विच भी है, पानी विच भी है। ते कहोगे स्काई, हां जी, उत्थे भी है। ते ये ते हो गया साडा अपनी अर्थ विच। ते हुण कहोगे जी बाकी सोलर सिस्टम पूरे स्पेस विच, हां जी, पूरे स्पेस विच, पूरे स्पेस विच मने साडे सोलर सिस्टम तो बाहर, हां जी, पूरे सोलर सिस्टम तो बाहर भी है। सो पूरी यूनिवर्स विच है, हां जी, पूरी यूनिवर्स विच है। मैं हुण कलर अपना बदल लवां इत्थे ते मैं लिख दियां इत्थे सारा यूनिवर्स। Yeah, somebody still has their speakers on. Can somebody help me though in that? आज ज़्यादा लोगों दी आवाज़ आने में मेरे disturb हो जाता है बड़ा। Vijay, I can do mute all, but I'm afraid you know, I can. Surinder ji, make me the co-host also, and then I can take care of that. I can do mute all. You can do it on individual also, Simi ji. There's no problem. Kar diya mute all? I just did that. No. Individually, if you click on any Yes. button who's not mute, it'll work. हाँ जी. Okay. जी. Okay. So व्यापक दे अर्थ इत्थे मतलब होया उन्हें बड़ा मुश्किल है अंदरों एक्सेप्ट करना कि एक एहो जी चीज जिहड़ी नजर नहीं आंदी, जिन्हों कदी देखिया नहीं पहले, ते ओ हुण हर जगह है। अंदर भी है मेरे, बाहर भी है, हर धरती दे हर थल ते है, धरती दे अंदर भी है, धरती दे बाहर भी है, घट विच है, पानी विच ही है, पानी दे अंदर भी है, हां जी। समुद्रां दी 50,000 फुट गहराई, उस काले जदों भयानक जिहड़ा एक डार्कनेस है जिहड़ी पैसिफिक ओशन दी, उहदे विच ही उतना ही है मौजूद। फिर ये नहीं है कि किसी जगह घट है तो किसी जगह ज्यादा है, ये भी नहीं है कि एक जगह कंट्रोल नहीं है तो एक जगह है, पूरे यूनिवर्स विच एक जगह फैलिया होया है, हर जगह। ये व्यापक जिहड़े अर्थ परमेश्वर दे आए हैं, ए वाले जिहड़े ये व्यापक परमेश्वर दे जिहड़े अर्थ आए हैं, मतलब इहदा बेसिकली यही है कि करते ने अपनी जदों क्रिएट कीता, जदों अपनी क्रिएशन नूं जदों क्रिएट कीता ते क्रिएट करके चला नहीं गया किधरे, आपे बैठ गया विच। कर आसन डिठो चाओ वर्ड आए सन लास्ट टाइम जदों डिस्कस कीता सी आसा दी वार दी जिहड़ी पहली पौड़ी विच, कि आसन लगा के बैठ गया अपना। हुण यूनिवर्स विच आसन लग्या होया, जस्ट इमेजिन पूरा यूनिवर्स है,
ਉਹਦੇ ਵਿੱਚ ਇੱਕ ਵੱਡਾ ਆਸਨ ਲੱਗਿਆ, ਉੱਥੇ ਬਹਿ ਕੇ ਬੈਠਾ ਹੋਇਆ, ਨਜ਼ਰ ਨਹੀਂ ਆਉਂਦਾ ਕਿਧਰੇ, ਲੇਕਿਨ ਮਹਿਸੂਸ ਹੁੰਦਾ ਜ਼ਰੂਰ। ਮੈਂ ਹੁਣੇ ਸਿਮੀ ਜੀ ਨਾਲ ਗੱਲ ਕਰਦਾ ਪਿਆ ਸੀ 5 ਮਿੰਟ ਪਹਿਲੇ, ਸਭ ਤੋਂ ਆਉਣ ਤੋਂ ਪਹਿਲੇ, ਮਹਿਸੂਸ ਹੁੰਦਾ ਜ਼ਰੂਰ ਹੈ ਨਾ। ਕਦੇ ਬਾਗ ਵਿੱਚ ਲੰਘੋ, ਕਿਸੇ 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 ਬਗੀਚੇ ਵਿੱਚੋਂ ਲੰਘੋ ਤੇ ਗੁਲਾਬ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ, ਉਹਦੀ ਹਵਾ ਜਦੋਂ ਚਲਦੀ ਹੈ ਤੇ ਨੇੜੇ ਬੰਦਾ ਆਏ ਤੇ ਉਹਦੀ ਗੁਲਾਬ ਦੀ ਮਹਿਕ ਜਿਹੜੀ ਹੈ ਤੁਹਾਡੇ ਨਾਸਿਕਾਂ ਨੂੰ ਮਹਿਸੂਸ ਹੁੰਦੀ ਹੈ ਵੀ ਹਾਂ ਕੁਝ ਮਹਿਕ ਹੈ, ਹਾਂਜੀ। ਤੇ ਜੇ ਕੋਈ ਗੈਂਦੇ ਦੇ ਫੁੱਲ ਹੋਣ ਜਾਂ ਕਿਸੇ ਹੋਰ ਤਰ੍ਹਾਂ ਦੇ ਕੋਈ ਫੁੱਲ ਹੋਣ, ਉਹਨਾਂ ਦੀ ਮਹਿਕ ਅਲੱਗ ਹੁੰਦੀ ਹੈ, ਉਹਦੀ ਮਹਿਕ ਵੀ ਤੁਹਾਡੀ ਨੱਕਾਂ ਨੂੰ ਪਹੁੰਚਦੀ ਹੈ ਤੁਹਾਡੇ, ਹੈ ਨਾ। ਇਹ ਤੁਸੀਂ ਡਿਨਾਈ ਨਹੀਂ ਕਰ ਸਕਦੇ ਕਿ ਨਹੀਂ ਹੈ ਮਹਿਕ ਉਹਦੇ ਚ। ਤੇ ਜੇ ਮੈਂ ਪੁੱਛਾਂ ਕੌਣ ਪਾਉਣ ਵਾਲਾ ਹੈ ਖੁਸ਼ਬੂ ਅੰਦਰ, ਹਾਂਜੀ, ਕਿਸੇ ਮਾਲੀ ਨੇ ਅੱਜ ਤੱਕ ਕੋਈ ਬੀਜ ਪਾ ਕੇ ਅੰਦਰ ਉਹਦੇ ਚ ਕੋਈ ਇੰਜੈਕਟ ਕੀਤੀ ਹੈ, ਕੋਈ ਅੰਦਰ ਕੋਈ ਬਾਹਰੋਂ ਲੈ ਕੇ ਆਇਆ ਅਤਰ ਕੋਈ, ਜਾਂ ਕੋਈ ਸੈਂਟ ਬਾਹਰੋਂ ਲੈ ਕੇ ਉਹਦੇ ਚ ਬੀਜ ਵਿੱਚ ਇੰਜੈਕਟ ਕੀਤੀ ਹੈ ਉਸਨੇ, ਤੇ ਉਸ ਮਿੱਟੀ ਨੇ ਕਿਸਾਂ ਬਣਾ ਲਿੱਤੀ ਅੰਦਰੋਂ ਮਹਿਕ ਉਹਦੀ। ਤੇ ਅਗਰ ਮਿੱਟੀ ਨੇ ਮਹਿਕ ਬਣਾ ਵੀ ਲਿੱਤੀ ਤੇ ਰੰਗ ਕੌਣ ਲੈ ਕੇ ਆਇਆ ਵਿੱਚ? ਇਹ ਜਿਹੜਾ ਰੰਗ ਜਿਹੜਾ ਗੁਲਾਬ ਦਾ ਹੈ ਜਿਹੜਾ, ਇਹ ਕਿੱਥੋਂ ਪੈਦਾ ਕਰ ਲਿੱਤਾ? ਇਹ ਪੈਟਲ ਕਿੱਥੋਂ ਆ ਗਏ ਵਿੱਚੋਂ? ਇਹ ਜਿਹੜੇ ਮੁਲਾਇਮ ਪੈਟਲ ਹਨ ਜਿਹੜੇ, ਇਹ ਕਿੱਥੋਂ ਆ ਗਏ? ਜਿੱਦੀ ਜੰਗ ਦੀ ਚੀਜ਼ ਹੈ ਉਹ। ਤੇ ਫਿਰ ਦੇਖੋ, ਅਗਰ ਉਹ ਉੱਥੇ ਵੀ ਕਨਵਿੰਸ ਨਹੀਂ ਹੋ ਤੇ ਅੱਗੇ ਚੱਲੋ ਜ਼ਰਾ, ਅੱਗ ਦੀ ਗਰਮਾਹਟ ਨੂੰ ਤੇ ਮਹਿਸੂਸ ਕਰਦੇ ਹੋ ਨਾ, ਸੂਰਜ ਦੀ ਵਾਰਮਥ ਤੁਹਾਨੂੰ ਸਰੀਰ ਨੂੰ ਲੱਗਦੀ ਹੈ ਨਾ ਤੁਹਾਡੇ, ਹੈ ਨਾ। ਬਰਫ਼ ਦੀ ਠੰਡਕਪਨ ਜਦੋਂ ਪਹਾੜਾਂ ਤੇ ਜਾਂਦੇ ਹੋ ਤੇ ਉਹ ਠੰਡਾਪਨ ਅੰਦਰੋਂ ਮਹਿਸੂਸ ਹੁੰਦਾ ਨਾ ਤੁਹਾਨੂੰ, ਉਹ ਤੇ ਤੁਹਾਡਾ ਸਰੀਰ ਮਹਿਸੂਸ ਕਰਦਾ ਨਾ ਤੁਹਾਡਾ, ਹੈ ਨਾ। ਕੰਨਾਂ ਵਿੱਚ ਜਦੋਂ ਬਿਲਾਵਲ ਦੀਆਂ ਕਲਿਆਣ ਦੀਆਂ ਧੁਨਾਂ ਪੈਂਦੀਆਂ ਹਨ ਜਦੋਂ ਰਾਤੀ ਕੀਰਤਨ ਦੀਆਂ, ਉਹ ਨਾਦ ਜਦੋਂ ਕੰਨਾਂ 'ਚ ਪੈਂਦਾ ਤੇ ਮਹਿਸੂਸ ਹੁੰਦਾ ਨਾ, ਸਰੀਰ 'ਚ ਹਲਚਲ ਚਲਦੀ ਹੈ ਨਾ, ਅੰਦਰ ਤੇ ਕੋਈ ਹਲਚਲ ਚਲਾ ਰਿਹਾ ਨਾ ਕੋਈ। ਇਹ ਤਾਂ ਨਹੀਂ ਹੈ ਕਿ ਬਿਲਾਵਲ ਸੁਣਨ ਤੋਂ, ਕਾਂਗੜਾ ਸੁਣਨ ਤੋਂ ਬਾਅਦ ਸਰੀਰ 'ਚ ਕੋਈ ਹਲਚਲ ਨਾ ਹੋਵੇ, ਜ਼ਰੂਰ ਹੁੰਦੀ ਹੈ, ਹਮੇਸ਼ਾ ਹੋਏਗੀ ਜ਼ਰੂਰ। ਕੋਈ ਨਾ ਨਹੀਂ ਕਰ ਸਕਦਾ ਬੰਦਾ ਕਿ ਉਸ ਸੰਗੀਤ ਦਾ ਮੇਰੇ ਤੇ ਕੋਈ ਅਸਰ ਨਹੀਂ ਪੈ ਰਿਹਾ, ਅਸਰ ਪੈਂਦਾ ਹੈ ਨਾ। ਇਹਨਾਂ ਚੀਜ਼ਾਂ ਦਾ ਅਸਰ ਪੈ ਰਿਹਾ। ਤੇ ਜਦੋਂ ਅੰਬ ਕੱਟ ਕੇ ਬੰਦਾ ਮੂੰਹ 'ਚ ਫਾੜੀ ਪਾਉਂਦਾ ਜਦੋਂ ਅੰਬ ਦੀ, ਤੇ ਉਹ ਮਿਠਾਸ ਤੁਹਾਡੇ ਮੂੰਹ 'ਚ ਆਉਂਦੀ ਹੈ, ਤੁਸੀਂ ਡਿਨਾਈ ਨਹੀਂ ਕਰ ਸਕਦੇ ਇਸ ਗੱਲ ਨੂੰ, ਹਾਂਜੀ। ਤੇ ਕੋਈ ਸਿਆਣਾ ਪੁੱਛ ਲਵੇ ਕਿ ਭਾਈ ਇਹ ਮਿਠਾਸ ਜਿਹੜੀ ਹੈ ਅੰਬਾਂ ਦੀ, ਇਹ ਜ਼ਮੀਨ ਦੇ ਵਿੱਚੋਂ ਬੀਜ ਪਾਇਆ ਸੀ ਤੇ ਅੰਦਰ ਕਿਸੇ ਨੇ ਕੋਈ ਚੀਨੀਆਂ ਪਾਈਆਂ ਨੇ, ਤੇ ਅੰਦਰ ਕੋਈ ਬਾਜ਼ਾਰੂ ਚੀਨੀ ਲੈ ਕੇ ਉਸ ਬੀਜ ਵਿੱਚ ਪਾ ਗਿਆ ਅੰਦਰ, ਜਾਂ ਕਰੇਲੇ ਦੀ ਕੜਵਾਹਟ ਜਿਹੜੀ ਹੈ, ਉਹ ਕੜਵਾਹਟ ਕਿਸੇ ਨੇ ਅੰਦਰ ਪਾਈ ਹੈ, ਉਹਦੇ ਕਹਿਣਗੇ ਨਹੀਂ ਅੰਦਰ ਨਹੀਂ ਪਾਈ ਹੈ, ਪਰਮਾਤਮਾ ਦੇਣ ਵਾਲਾ, ਇਹ ਨੈਚੁਰਲ ਤਰੀਕੇ ਨਾਲ ਵਿੱਚੋਂ ਆਈ ਹੈ। ਤੇ ਨੈਚੁਰਲ ਕੀ ਹੈ? ਨੇਚਰ ਕੀ ਹੈ? ਨੇਚਰ ਕੁਦਰਤ ਹੈ, ਹੋਰ ਕੁਝ ਨਹੀਂ ਹੈ। ਤੇ ਕੁਦਰਤ ਕੀ ਹੈ? ਕੁਦਰਤ ਪਰਮਾਤਮਾ ਦਾ ਹਿੱਸਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਆਇਨ ਵਰਡ, ਸਭ ਕੁਝ ਕੁਦਰਤ ਵਿੱਚੋਂ ਹੈ। ਕੁਦਰਤ ਹੀ ਪਰਮਾਤਮਾ ਹੈ, ਉਹਦੇ ਅੰਦਰ ਬੈਠੀ ਹੋਈ ਹੈ। ਹੁਣ ਮੈਂ ਸੁਖਵਰੀ ਦੀਆਂ 2-3 ਡਿਸਕਸ ਕਰਾਂਗੇ 23rd ਅਸ਼ਟਪਦੀ ਵਿੱਚੋਂ, ਤੇ ਹੋਰ ਕਲੈਰਿਟੀ ਆ ਜਾਏਗੀ ਇਹਨਾਂ ਗੱਲਾਂ ਦੀ। ਪਰ ਪੁਰਖ ਦੇ ਅਰਥ ਇਹ ਹਨ, ਉਹ ਸ਼ਕਤੀ ਜਾਂ ਇੱਕ ਉਹ ਪਾਵਰ ਜਿਹੜੀ ਹਰ ਜਗ੍ਹਾ ਜਿਹਦਾ ਫੈਲਾਵ ਹੋਵੇ, ਉਹ ਪੁਰਖ ਹੈ। ਜਿਹੜਾ ਹਰ ਜਗ੍ਹਾ ਮਹਿਸੂਸ ਹੋਵੇ, ਉਹ ਪੁਰਖ ਹੈ। ਹਾਂਜੀ, somebody is again microphone. ਸੋ ਹੁਣ ਉਸ ਪੁਰਖ ਨੂੰ ਜਿਹੜਾ ਕਰਤਾ ਵੀ ਹੈ ਤੇ ਪੁਰਖ ਵੀ ਹੈ। I'm going to delete my ਸਾਰੀ drawings ਇੱਥੇ, I'm going to write something else। ਤੇ ਪ੍ਰਮਾਤਮਾ ਵਾਸਤੇ ਜਿਹੜਾ ਪੁਰਖ ਜਿਹੜਾ ਵਰਡ ਇੱਥੇ ਮੈਂ ਲਿਖਿਆ ਉੱਤੇ, ਇਹ ਪੁਰਖ ਵਰਡ ਦੇ ਕਈ ਵਾਰੀ ਗੁਰਬਾਣੀ ਵਿੱਚ ਇਹਦੇ ਨਾਲ ਬੜੀ ਐਡਜੈਕਟਿਵ ਯੂਜ਼ ਕੀਤੇ ਗਏ ਨੇ ਇਸ ਪੁਰਖ ਨਾਲ, ਕਿਉਂਕਿ ਸਰਵ ਵਿਆਪਕ ਜੀ ਹੋਇਆ, ਹਰ ਜਗ੍ਹਾ ਹੋਇਆ, ਆਮ ਬੰਦਾ ਨਹੀਂ ਹੈ। ਤੁਸੀਂ ਤੇ ਮੈਂ ਨਹੀਂ ਕਰ ਸਕਦੇ ਹੈ, ਹਾਂਜੀ। ਮੈਂ ਔਰ ਤੁਸੀਂ ਪੁਰਖ ਨਹੀਂ ਬਣ ਸਕਦੇ ਕਦੀ ਉਸ ਅਰਥਾਂ ਵਿੱਚ, ਕਿਉਂਕਿ ਅਸੀਂ ਵਿਆਪਕ ਨਹੀਂ ਹੈ ਸਾਡੀ ਸ਼ਕਤੀ। ਅਸੀਂ ਇੱਕ ਜਗ੍ਹਾ ਤੇ ਇੱਕੋ ਜਗ੍ਹਾ ਰਹਿ ਸਕਦੇ ਹਾਂ, ਸਪੇਸ ਔਰ ਟਾਈਮ ਦੇ ਅੰਦਰ ਹਾਂ ਅਸੀਂ। ਸੋ ਕਈ ਵਾਰੀ ਇਸ ਪੁਰਖ ਵਰਡ ਨੂੰ ਡਿਸਕ੍ਰਾਈਬ ਕਰਨ ਵਾਸਤੇ ਪੁਰਖ ਗੁਰਬਾਣੀ ਵਿੱਚ ਬਹੁਤੀ ਥਾਈਂ ਬਣੀ ਵਾਰੀ ਪਰਮ ਪੁਰਖ ਵਰਡ ਆਇਆ ਹੈ, ਖਾਲੀ ਪੁਰਖ ਨਹੀਂ ਆਇਆ। ਵਿਚਿਤ੍ਰ ਨਾਟਕ ਵਿੱਚ ਕਲਗੀਧਰ ਪਿਤਾ ਨੇ ਪਰਮ ਪੁਰਖ ਵਰਡ ਯੂਜ਼ ਕੀਤਾ ਹੈ ਨਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਉੱਥੇ ਵਰਡ ਪਰਮ ਪੁਰਖ ਆਇਆ ਹੈ। ਪਰਮ ਪੁਰਖ ਇਸ ਵਾਸਤੇ ਕਿਉਂਕਿ ਉਹ ਜਿਹਾ ਪੁਰਖ ਹੋਰ ਕੋਈ ਨਹੀਂ ਹੈ, ਬਸ ਇੱਕੋ ਹੀ ਹੈ ਪਰਮ, ਹੋਰ ਕੋਈ ਨਹੀਂ ਵੱਡਾ ਕੋਈ ਹੋਰ। ਤੇ ਕਈ ਵਾਰੀ ਵਰਡ ਗੁਰਬਾਣੀ ਚ ਬੜੀ ਵਾਰੀ ਵਰਡ ਅਕਾਲ ਪੁਰਖ ਵੀ ਆਇਆ ਹੈ ਬੜੀ ਵਾਰੀ, ਕਿਉਂਕਿ ਇਹ ਇਹੋ ਜਿਹਾ ਪੁਰਖ ਹੈ। ਕਿਉਂ ਅਕਾਲ ਪੁਰਖ ਹੈ? ਕਿ ਆਮ ਪੁਰਖ ਵਰਗਾ ਨਹੀਂ ਹੈ, ਜਨਮ ਮਰਨ ਤੋਂ ਰਹਿਤ ਹੈ ਪੁਰਖ ਹੈ, ਕਾਲ ਦੇ ਵਸ ਨਹੀਂ ਹੈ, ਟਾਈਮ ਔਰ ਸਪੇਸ ਵਿੱਚ ਨਹੀਂ ਹੈ, ਪੁਰਖ ਹੈ, ਇਸ ਵਾਸਤੇ ਅਕਾਲ ਪੁਰਖ। ਕਈ ਵਾਰੀ ਵਰਡ ਆਦਿ ਪੁਰਖ ਆਇਆ ਹੈ,
ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰ ਨਾ ਕੋਈ। ਇਥੇ ਆਦ ਪੁਰਖ, ਆਦ ਮਨੇ ਜਿਹੜਾ ਕਦੀ ਹਮੇਸ਼ਾ ਰਿਹਾ ਜਿਹੜਾ ਉਹ ਪੁਰਖ ਹੈ। ਹੁਣ ਉਹ ਪੁਰਖ ਤੇ ਜਿਹੜਾ ਉਹ ਸ਼ਕਤੀ, ਉਹ ਚੀਜ਼ ਜਿਹੜੀ ਕਦੀ ਗਈ ਹੀ ਨਹੀਂ ਕਿਧਰੋਂ, ਹਮੇਸ਼ਾ ਜਿੱਧਰ ਰਹੀ ਹੈ। ਕਈ ਵਾਰੀ ਪੁਰਖ ਨਿਰੰਜਨ ਵੀ ਆਇਆ ਹੈ, ਕੋਈ ਮੈਂ ਲਿਖ ਦੇਣਾ ਇੱਥੇ। ਇਹ ਕਨਸੈਪਟ ਹੋਰ ਮੁਸ਼ਕਿਲ ਹੈ ਥੋੜਾ। I will try to explain this further though। ਇਹ ਪੁਰਖ ਵਾਲਾ ਕਨਸੈਪਟ ਕਿਉਂਕਿ ਥੋੜਾ ਇਹਦੇ ਚ ਆਉਂਦੀ ਹੈ ਕਿ ਬਹੁਤ ਲੋਕ ਕਨਫਿਊਜ਼ ਹੋ ਜਾਂਦੇ ਨੇ ਕਿ ਸਿੰਸ ਹਰ ਜਗ੍ਹਾ ਹੈ, ਉਹ ਹਰ ਜਗ੍ਹਾ ਬੈਠਾ ਹੋਇਆ। ਇਸ ਵਾਸਤੇ ਜਿਹੜੀ ਕਾਲਕ ਜਿਹੜੀ ਹੈ ਮਾਇਆ ਦੀ, ਮਤਲਬ ਅਸੀਂ ਜੇ ਝੂਠ ਬੋਲਦੇ ਹਾਂ, ਝੂਠ ਸਾਡੇ ਅੰਦਰ ਹੈ, ਤੇ ਮਤਲਬ ਸ਼ਾਇਦ ਉਹ ਵੀ ਝੂਠਾ ਹੈ ਸ਼ਾਇਦ, ਜਾਂ ਅਸੀਂ ਜਲਸੀ ਵਿੱਚ ਹਾਂ, ਜਾਂ ਅਸੀਂ ਲੋਭ ਵਿੱਚ ਹਾਂ, ਤੇ ਸਾਡੇ ਅੰਦਰ ਬੈਠਾ ਹੋਇਆ ਲੋਭ ਹਰ ਜਗ੍ਹਾ ਹੈ, ਤੇ ਉਹ ਵੀ ਪ੍ਰਭਾਵਿਤ ਹੈ ਲੋਭ ਨਾਲ। ਉਹ ਲੋਭ ਨਾਲ ਪ੍ਰਭਾਵਿਤ ਨਹੀਂ ਹੈ, ਉਹ ਨਿਰੰਜਨ ਹੈ। ਉਹ ਪੁਰਖ ਹੋ ਕੇ ਵੀ ਨਿਰੰਜਨ ਹੈ, ਪੁਰਖ ਹੋ ਕੇ ਵੀ ਅਲੱਗ ਹੈ। ਐਂਡ ਵੀ ਵਿਲ ਟਾਕ ਮੋਰ ਅਬਾਊਟ ਇਟ ਐਜ਼ ਵੀ ਪ੍ਰੋਗਰੈਸ though। ਸੋ ਹੁਣ ਅਗਰ ਮੈਂ ਦੇਖਾਂ ਤੇ ਇੱਥੇ ਸੋ ਇਹ ਕਰਤਾ ਪੁਰਖ ਦਾ ਕਨਸੈਪਟ ਫਰਦਰ ਅਗਰ ਉਹਨੂੰ ਮੈਂ ਲੈ ਜਾਵਾਂ ਹੋਰ ਇੱਕ ਸਟੈਪ ਅੱਗੇ ਹੋਰ ਲੈ ਜਾਵਾਂ ਕਰਤਾ ਪੁਰਖ ਨੂੰ। Let me change my color here। ਸੋ ਇੱਕ ਮੈਂ ਰਿਮੈਂਬਰ ਉਹ ਕੰਸਟਰਕਸ਼ਨ ਵਰਕਰ ਵਾਲੀ ਐਗਜ਼ਾਮਪਲ ਦਿੱਤੀ ਸੀ ਮੈਂ। ਸੋ ਕੰਸਟਰਕਸ਼ਨ ਵਰਕਰ ਨੇ ਆਪਣਾ ਘਰ ਬਣਾਇਆ, ਬਾਜ਼ਾਰੋਂ ਸਮਾਨ ਲੈ ਕੇ ਆਇਆ, ਘਰ ਬਣ ਗਿਆ, ਬਾਹਰੀਆਂ ਚੀਜ਼ਾਂ ਤੇ ਡਿਪੈਂਡੈਂਟ ਸੀ। ਜਦੋਂ ਘਰ ਬਣਨ ਤੋਂ ਬਾਅਦ ਘਰ ਚਲਾ ਗਿਆ ਆਪਣਾ ਦੇ ਕੇ ਵਾਪਸ, ਉਹ ਅੰਦਰ ਰਹਿੰਦਾ ਨਹੀਂ ਹੈ। ਤੇ ਇਹ ਜਿਹੜਾ ਪੁਰਖ ਹੈ, ਇਹਨੇ ਕ੍ਰੀਏਟ ਕੀਤਾ ਸਮਾਨ ਹੁਕਮ ਵਿੱਚੋਂ, ਆਪਣੇ ਵਿੱਚੋਂ ਆਇਆ ਹੈ ਸਾਰਾ, ਤੇ ਹੁਕਮ ਵਿੱਚੋਂ ਰਹਿ ਕੇ ਆਪਣੀ ਕ੍ਰੀਏਸ਼ਨ ਵਿੱਚ ਆ ਗਿਆ। ਅਕਾਲ ਉਸਤਤ ਦੀ ਬਾਣੀ ਵਿੱਚ ਧੰਨ ਗੁਰੂ ਕਲਗੀਧਰ ਪਿਤਾ ਪ੍ਰਮਾਤਮਾ ਦੀ ਉਸਤਤੀ ਕਰਦੇ ਹਨ ਅਕਾਲ ਉਸਤਤ ਵਿੱਚ। ਤੇ ਬੜੀ ਜਗ੍ਹਾ ਆਈ ਹੈ ਡਿਸਕਸ਼ਨ ਹੈ ਵਾਲੀ, ਇੱਕ ਜਗ੍ਹਾ ਬਹੁਤ ਆਈ ਹੈ। ਪਹਿਲੇ ਤੇ ਗੱਲ ਕਹਿੰਦੇ ਨੇ ਕਿ ਠੀਕ ਹੈ, ਜਲ ਵਿੱਚ ਵੀ ਤੂੰ ਹੀ ਹੈ, ਜਲਸ ਤੂੰ ਹੀ, ਤਲਸ ਤੂੰ ਹੀ, ਹਰ ਜਗ੍ਹਾ। ਅੱਗੇ ਜਾ ਕੇ ਕਹਿੰਦੇ ਨੇ ਕਿ ਜਲ ਵੀ ਤੂੰ ਹੀ ਹੈ, ਖਾਲੀ ਜਲ ਵਿੱਚ ਨਹੀਂ ਹੈ, ਜਲ ਹੀ ਤੂੰ ਹੈ, ਥਲ ਵੀ ਤੂੰ ਹੀ ਹੈ, ਤੂੰ ਹੀ ਹੈ ਅੰਦਰ, ਸਾਰਾ ਕੁਝ ਤੇਰਾ ਹੀ ਪਸਾਰਾ ਹੈ ਅੰਦਰ, ਹੋਰ ਕੋਈ ਵੀ ਨਹੀਂ ਹੈ। ਸੋ ਇੱਥੇ ਜਦੋਂ ਕ੍ਰੀਏਟਰ ਕ੍ਰੀਏਸ਼ਨ ਚ ਕੋਈ ਫਰਕ ਨਹੀਂ ਹੈ, ਕੋਈ ਇੱਥੇ ਕੋਈ ਸੇਮ ਨਹੀਂ ਵਰਡ। ਕ੍ਰੀਏਸ਼ਨ ਵਿੱਚ ਕ੍ਰੀਏਟਰ ਹੈ ਤੇ ਕ੍ਰੀਏਸ਼ਨ ਹੀ ਕ੍ਰੀਏਟਰ ਹੈ, ਕੋਈ ਫਰਕ ਹੈ। ਮੈਂ ਲਾਸਟ ਟਾਈਮ ਵੀ ਗੱਲ ਕਹੀ ਸੀ ਨਾ, ਮੈਂ ਕਿ ਕੋਈ ਸਿਆਣਾ ਪੁੱਛ ਲਏ, ਵਾਸ਼ਿੰਗਟਨ ਡੀਸੀ ਬੈਠਾ ਹੋਵੇ ਤੇ ਕਹੇ ਜੀ ਕੈਨ ਯੂ ਟੈਲ ਮੀ ਵੇਅਰ ਅਮਰੀਕਾ ਇਜ਼, ਤਾਂ ਪਾਗਲ ਕਹੋਗੇ ਕਿ ਦਿਮਾਗ ਤੇਰਾ ਠੀਕ ਹੈ, ਤੇਰਾ ਕਿੱਥੇ ਬੈਠਾ ਹੈ ਤੂੰ, ਡੀਸੀ ਚ ਬੈਠਾ ਹੋਇਆ ਜਾਂ ਵਰਜੀਨੀਆ ਚ ਬੈਠਾ ਹੋਇਆ। ਤੇ ਜੇ ਵਰਜੀਨੀਆ ਚ ਬੈਠਾ ਹੋਵੇ ਤੇ ਵਰਜੀਨੀਆ ਦੇ ਸ਼ਹਿਰ ਦਾ ਕੋਈ ਨਾਂ ਲਾ ਲਵੇ, ਕਿਉਂਕਿ ਤੁਸੀਂ ਵਰਜੀਨੀਆ ਤੇ ਤੁਸੀਂ ਉਸੇ ਸ਼ਹਿਰ ਚ ਬੈਠੇ ਹੋ। ਵਰਜੀਨੀਆ ਇਜ਼ ਅ ਪਾਰਟ ਆਫ ਅ ਬਿਗਰ ਸਟੇਟ ਆਫ all the cities in Virginia। ਸੋ ਉਸੇ ਤਰ੍ਹਾਂ ਕ੍ਰੀਏਸ਼ਨ ਵਿੱਚ ਹੀ ਪਰਮਾਤਮਾ ਹੈ। ਤੇ ਗੁਰੂ ਨਾਨਕ ਜੀ ਦਾ ਇੱਕ ਅਲੱਗ ਇਹ ਸੀ ਕਿ ਵਰਡ ਕਿ ਕਰਤਾ ਹੀ ਨਹੀਂ ਹੈ ਖਾਲੀ, ਉਹ ਆਪਣੀ ਕ੍ਰੀਏਸ਼ਨ ਚ ਮੌਜੂਦ ਹੈ। ਤੁਹਾਡੇ ਵਿੱਚ ਮੇਰੇ ਵਿੱਚ ਉਤਨਾ ਹੀ ਹੈ ਜਿਤਨਾ ਸੂਰਜ ਤੇ ਚੰਦਰਮਾ ਚ। ਉਹਨੇ ਕਿਉਂ ਕਿਹਾ? ਉਹਨਾਂ ਨੇ ਇੱਕ ਇਹ ਰੀਜ਼ਨਿੰਗ ਇਹਦੀ ਬੜੀ ਆਥਰ ਦਿੰਦੇ ਹਨ, ਇਹਦੀ ਇਹ ਬੜੀ ਨਵੀਂ ਸੋਚ ਹੈ ਬਾਈ ਦਾ ਵੇ। ਉਹ ਇਹ ਕਿਹਾ ਹੈ ਕਿਉਂਕਿ ਸੇਵਾ, ਕ੍ਰੀਏਟਰ ਦੀ ਸੇਵਾ ਸਾਡੇ ਵਾਸਤੇ ਜਿਹੜੀ ਹੈ ਨਾ ਬਹੁਤ ਇੰਪੋਰਟੈਂਟ ਹੈ। ਪੂਜਣਾ, ਸਿਰਫ ਉਹਦੀ ਪੂਜਾ ਕਰਨੀ, ਸਿਰਫ ਕ੍ਰੀਏਟਰ ਦੀ ਪੂਜਾ ਕਰਨੀ, ਸਿਰਫ ਉਹਨੂੰ ਇੱਕ ਉਸ ਰੂਪ ਵਿੱਚ ਨਹੀਂ ਜਾਣਨਾ, ਨਿਰਗੁਣ ਰੂਪ ਵਿੱਚ। ਸੇਵਾ ਜਿਹੜੀ ਹੈ ਕ੍ਰੀਏਸ਼ਨ ਦੀ ਸੇਵਾ ਕਰਨੀ ਹੈ। ਇਸੇ ਵਾਸਤੇ ਭੁੱਖੇ ਨੂੰ ਰੋਟੀ ਖਵਾਣੀ ਪੂਜਾ ਹੈ ਕ੍ਰੀਏਟਰ ਦੀ। ਕਿਸੇ ਗਰੀਬ ਨੂੰ ਪੜ੍ਹਾ ਦੇਣਾ ਪੂਜਾ ਹੈ ਕ੍ਰੀਏਟਰ ਦੀ। ਤੇ ਪੁਰਾਣੇ ਸਾਡੇ ਧਰਮ ਗ੍ਰੰਥਾਂ ਵਿੱਚ, ਪੁਰਾਣੇ ਰਹਿਤਨਾਮਿਆਂ ਵਿੱਚ ਵਰਡ ਆਏ ਹਨ ਜਿਹੜੇ ਕਿ ਇਹ ਸਮਝ ਲਓ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਭਗਤ ਪ੍ਰਹਲਾਦ ਸਿੰਘਰਾਂ ਦੇ, ਚੋਪਾ ਸਿੰਘਰਾਂ ਦੇ ਰਹਿਤਨਾਮਿਆਂ ਵਿੱਚ ਇਹ ਗੱਲ ਲਿਖੀ ਆਉਂਦੀ ਹੈ। ਉਹਦੇ ਚ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਪੁਰਾਤਨ ਸਿੱਖ ਕਿਆ ਕਰਦੇ ਸਨ ਇਹ ਗੱਲ, ਕਿਉਂ? ਕਿਉਂਕਿ ਉਹ ਕ੍ਰੀਏਟਰ ਤੇ ਉਹਦੇ ਚ ਬੈਠਾ ਹੋਇਆ। ਇਸ ਵਾਸਤੇ ਕ੍ਰੀਏਸ਼ਨ ਵਿੱਚ ਕ੍ਰੀਏਟਰ ਹੈ ਤੇ ਉਹਦੀ ਪੂਜਾ ਜਾਂ ਉਹਦੀ ਸੇਵਾ ਭਾਵ ਪਰਮਾਤਮਾ ਦੀ ਸੇਵਾ ਹੈ। ਕਿਉਂਕਿ ਕਰਤਾ ਪੁਰਖ ਹੈ, ਸਿਰਫ ਕਰਤਾ ਨਹੀਂ ਹੈ। ਬਣਾ ਕੇ ਕਿਧਰੇ ਅਲੱਗ ਨਹੀਂ ਹੋ ਗਿਆ, ਬਣਾ ਕੇ ਕਿਧਰੇ ਚਲਾ ਨਹੀਂ ਗਿਆ। ਅੰਮਾ ਚ ਮਿਠਾਸ ਪਾ ਕੇ ਆਪ ਅਲੱਗ ਨਹੀਂ ਹੋ ਗਿਆ ਅੰਮਾ ਤੋਂ।
फुल्लां च खुशबू पा के आप किधरे चला नहीं गया हो। ठंडक हवा दी जिहड़ी ठंडक दे के ठंड, उस हवा दी ठंडक विच ਉਹਦਾ ਰੂਪ ਹੈ, ਉਹਨਾਂ ਪਹਾੜਿਆਂ ਦੀ ਵੱਡੀਆਂ ਚੋਟਾਂ 'ਚ ਉਹਦਾ ਰੂਪ ਹੈ ਜੀ। ਜੁਪੀਟਰ ਵਿੱਚ ਉਹਦਾ ਰੂਪ ਹੈ, ਸੂਰਜ ਵਿੱਚ ਉਹਦਾ ਰੂਪ ਹੈ, ਸਾਰੇ ਉਹਦੇ ਅੰਦਰ ਚੱਲਣ ਵਾਲੇ ਹਨ। ਉਹਦੀ ਸੇਵਾ ਹੀ ਕਰਤਾ ਪੁਰਖ ਹੈ। ਇसी ਵਾਸਤੇ ਕਰਤਾ ਪੁਰਖ ਕਿਹਾ ਨੇ, ਸਿਰਫ ਕਰਤਾ ਨਹੀਂ ਕਿਹਾ। ਇਹ ਨਵੇਕਲੀ ਸੋਚ ਹੈ ਉਸ ਵੇਲੇ ਦੀ। ਯਾਦ ਰੱਖਣਾ, ਜਿਤਨੀਆਂ ਆਪਣੇ ਆਪ ਨੂੰ ਕਹਿਣ ਵਾਲੇ ਪੁਰਾਣੇ ਧਰਮ, ਮੈਂ ਨਾਂ ਨਹੀਂ ਲੈਣੇ, ਪਰ ਕਹਿੰਦੇ ਨੇ the religion of the book, Judaism, Christian ਤੇ Christianity ਤੇ ਇਸਲਾਮ, ਉਹਨਾਂ ਵਿੱਚ ਸੇਵਾ ਦਾ ਭਾਵ ਇਤਨਾ ਨਹੀਂ ਹੈ। ਕ੍ਰਿਸਚੈਨਿਟੀ ਤੇ ਫਿਰ ਵੀ ਹੈ ਬੜਾ, ਲੇਕਿਨ ਹੋਰਾਂ ਧਰਮਾਂ ਵਿੱਚ ਇੰਨਾ ਸੇਵਾ ਦਾ ਭਾਵ ਹੈ। ਸੇਵਾ ਦਾ ਭਾਵ ਹੋਣ ਕਰਕੇ ਵੀ ਉਹਨਾਂ ਦੇ ਸੇਵਾ ਕਰਨ ਦੇ ਪਿੱਛੇ ਇੱਕ ਰੀਜ਼ਨਿੰਗ ਹੁੰਦੀ ਹੈ ਕਿ ਇਹ ਸਾਡੇ ਦਲ 'ਚ ਮਿਲ ਜਾਣ, ਸਾਡੇ ਨਾਲ ਆ ਜਾਣ। ਇੱਥੇ ਅਸੀਂ ਸੇਵਾ ਜਿਹੜੀ ਕਰਨੀ ਹੈ, ਸਿਰਫ ਪ੍ਰਮਾਤਮਾ ਦੀ ਪੂਜਾ ਕਰਨੀ ਹੈ ਸੇਵਾ, ਤੇ ਕਰਤਾ ਪੁਰਖ ਦੇ ਨਾਲ ਇੱਕ ਕਨਸੈਪਟ ਰਿਲੇਟਡ ਹੈ। ਬਾਣੀ 'ਚ ਬੜੇ ਐਗਜ਼ਾਮਪਲ ਮਿਲਦੇ ਹਨ। let me give some examples in here, you know, let me write some। ਇੱਕ ਤੇ ਦੇਖੋ, ਆਸਾ ਦੀ ਵਾਰ ਵਿੱਚ ਅੱਗੇ ਬਲਹਾਰੀ ਕੁਦਰਤ ਵਸਿਆ, ਤੇ ਬਲਹਾਰੀ ਕੁਦਰਤ ਵਸਿਆ ਮਨੇ ਪਰਮਾਤਮਾ ਕੁਦਰਤ 'ਚ ਬੈਠਾ ਹੋਇਆ ਆਪਣੇ, ਉਹ ਦੇਖਦਾ ਪਿਆ ਸਭ ਨੂੰ, ਜੋ ਕਰਨਾ ਹੈ ਅਸੀਂ ਕਰਦੇ ਪਏ ਹਾਂ। ਤੇ ਦੂਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਹੋ, ਉਹ ਵੀ ਪਹਿਲੇ ਡਿਸਕਸ ਕਰ ਆਏ ਹਾਂ। ਤੇ ਕੁਦਰਤ ਵਿੱਚੋਂ ਹੁਣ ਪਰਮਾਤਮਾ ਨੂੰ ਦੇਖਣਾ, ਕੁਦਰਤ ਵਿੱਚੋਂ ਦੇਖਣਾ, ਤੇ ਕੁਦਰਤ ਵਿੱਚੋਂ ਦੇਖ ਕੇ ਖੁਸ਼ੀ ਮਿਲ ਜਾਣੀ। ਮੈਂ ਇੱਕ ਸ਼ਬਦ ਡਿਸਕਸ, ਪੂਰਾ ਸ਼ਬਦ ਹੀ ਡਿਸਕਸ ਕਰਨਾ, ਮੈਂ ਖਾਲੀ ਮੈਂ ਲਿਖਣਾ ਹੈ। I just want to write this one line only of the shabad on the screen though, कि करते कुदरत मुस्ताक, तिलंग ਦਾ ਇੱਕ ਸ਼ਬਦ ਹੈ, ਤੁਸੀਂ ਆਪੇ ਕੱਢ ਕੇ ਬਾਅਦ ਚ ਦੇਖ ਲੈਣਾ। करते कुदरत मुस्ताक, तिलंग ਦਾ ਸ਼ਬਦ ਹੈ। ਕਈ ਨੰਬਰ ਮੈਂ ਦੇ ਦਾਂਗਾ ਬਾਅਦ ਚ, ਕਿਸੇ ਲੋੜ ਪਈ ਲਾਣ ਦੀ। ਪੜ੍ਹਨਾ ਸ਼ਬਦ ਆਪੇ ਪੂਰਾ। हे मेरे करता जी, हे मेरे क्रिएटर जी, ਤੁਹਾਡੀ ਕੁਦਰਤ ਨੂੰ ਦੇਖ ਕੇ ਨਾ, ਤੁਹਾਡੀ ਕ੍ਰੀਏਸ਼ਨ ਨੂੰ ਦੇਖ ਕੇ, ਤੇ ਉਹਦੇ ਵਿੱਚੋਂ ਮੁਸਤਾਕ ਮਨੇ ਤੁਹਾਡੇ ਦਰਸ਼ਨ, ਮੈਨੂੰ ਜਾਂ ਦਰਸ਼ਨ ਕਰਨ ਦੀ ਤੰਗ ਪੈਦਾ ਹੋ ਜਾਂਦੀ ਹੈ ਤੁਹਾਡੀ ਕੁਦਰਤ ਨੂੰ ਦੇਖ ਕੇ। ਕੁਦਰਤ ਵਿੱਚੋਂ ਮੁਸ਼ਤਾਕ ਹਾਂ ਮੈਂ। ਜਾਣ ਦੀ ਲੋੜ ਨਹੀਂ, ਕਈ ਵਾਰੀ ਕਹਿੰਦੇ ਪ੍ਰਮਾਤਮਾ ਕਿੱਥੇ ਹੈ, ਦੱਸੋ ਮੈਨੂੰ। ਤੇ ਨੈਕਸਟ ਟਾਈਮ ਕੋਈ ਕੁਐਸਚਨ ਕਰੇਗਾ ਤੇ ਭਾਈ ਸਾਹਿਬ ਵੀਰ ਸਿੰਘਾਂ ਦੀ ਬੁੱਕ ਵਿੱਚ ਬੜੀ ਵਾਰੀ ਲਿਖਿਆ ਮਿਲਦਾ, ਤੇ ਬਗੀਚੇ ਲੈ ਜਾਓ, ਉਹਨੂੰ ਦਿਖਾ ਦਿਓ ਫੁੱਲ ਵੀ ਹੈ, ਦੇਖੋਗੇ ਤੇ ਤੂੰ ਬਣਾ ਲੈ ਆਪਣੇ ਘਰ ਜਾ ਕੇ। ਘਰ ਜਾ ਕੇ ਖੁਸ਼ਬੂਆਂ ਜਿਹੜੀਆਂ ਹਨ, ਜਿਹੜੀਆਂ ਆ ਰਹੀਆਂ ਨੇ ਇੱਥੋਂ, ਇਹ ਕੌਣ ਲੈ ਕੇ ਆ ਰਿਹਾ ਹੈ? ਕਰਤੇ ਕੁਦਰਤ ਮੁਸਤਾਕ ਭਾਵ, ਇਹ ਜਿਹੜੀ ਕੁਦਰਤ ਵਿੱਚੋਂ ਮੁਸ਼ਤਾਕ ਭਾਵ ਤੈਨੂੰ ਦੇਖਣ ਦਾ ਚਾਹ ਹੈ ਮੇਰੇ ਕਰਤਾ ਜੀ, ਇਹ ਕੁਦਰਤ ਵਿੱਚੋਂ ਹੁੰਦਾ ਹੈ ਮੇਰਾ। ਤੇ ਪੁਰਖ ਦੀ, ਮੈਂ I'm going to stop sharing the screen here, ਕੁਦਰਤੀ ਦੀਆਂ ਪੁਰਖ ਦੀਆਂ definition ਜਿਹੜੀ ਹੈ, ਜਿਹੜੀ ਮੈਂ ਡਿਸਕਸ ਕੀਤਾ, we're going to share the screen again, I'm going to, ਸੋ ਪੁਰਖ ਦੀ ਬਾਣੀ ਸਿਮੀ ਜੀ ਨੇ ਕੱਢੀ ਹੋਈ ਹੈ। ਸੋ ਪੁਰਖ ਦੀ ਬਾਣੀ ਰੋਜ਼ ਪੜ੍ਹਦੇ ਆ, ਰਹਿਰਾਸ ਵਿੱਚ ਆਉਂਦੀ ਹੈ ਸੋ ਪੁਰਖ, ਸੋ ਪੁਰਖ ਮਹੱਲੇ ਚੌਥੇ ਦੇ ਉੱਤੇ ਲਿਖਿਆ ਹੋਇਆ ਸਿਰਲੇਖ ਜਿਹੜਾ ਹੈ ਉੱਥਾ। ਤੇ ਉਹ ਸੋ ਪੁਰਖ ਦੀ ਬਾਣੀ ਮਤਲਬ ਉਹ ਪੁਰਖ, ਕਿਹੜਾ ਪੁਰਖ, ਉੱਥੇ ਵੀ ਖੱਖੇ ਨੂੰ ਔਕੜ ਹੈ, ਉਸ ਪਰਮਾਤਮਾ ਬਾਰੇ ਗੱਲ ਆਈ ਹੈ, ਉਸ ਪੁਰਖ ਬਾਰੇ। ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਰੋਜ਼ ਰਹਿਰਾਸ ਵਿੱਚ ਇਹ ਲਾਈਨਾਂ ਅਸੀਂ ਪੜ੍ਹਦੇ ਹਾਂ, ਅਸੀਂ ਰੋਜ਼ ਉਸ ਪੁਰਖ ਦੀ ਡੈਫੀਨੇਸ਼ਨ। ਤੇ let's go through it, you know, Shami ji is going to share the screen, let's go through the first few lines and then the last ਜਿਹੜਾ paragraph ਹੈ ਉਹ discuss ਕਰਾਂਗੇ। So we can share the screen now if you're ready, or I can even have it ready though. So ਰਾਗ ਆਸਾ ਮਹਲਾ ਚੌਥਾ ਸੋ ਪੁਰਖ, ਇੱਥੇ ਵੀ ਦੇਖੋਗੇ ਕਿ ਸੋ ਪੁਰਖ ਦੇ ਜਿਹੜੇ ਸਪੈਲਿੰਗ ਜਿਹੜੇ ਹਨ ਉੱਤੇ, if I move my mouse though it would not show up there, right? I want to highlight this ਸੋ ਪੁਰਖ ਉੱਤੇ ਜਿਹੜਾ ਲਿਖਿਆ ਸੋ ਪੁਰਖ, ਰਾਗ ਆਸਾ ਮਹਲਾ ਚੌਥਾ ਸੋ ਪੁਰਖ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੇ ਮੈਂ ਇੱਕ ਦੋ ਲਾਈਨਾਂ ਡਿਸਕਸ ਕਰਕੇ ਫਿਰ ਥੱਲੇ ਜਾਵਾਂਗਾ, ਡਿਸਕਸ ਕਰਾਂਗਾ ਕਿ
ਸੋ ਪੁਰਖ ਨਿਰੰਜਨ ਤੇ ਹਰ ਪੁਰਖ ਨਿਰੰਜਨ, ਹਰ ਅਗਮ ਅਗਮਾ ਅਗਮ ਅਪਾਰਾ। हे ਮੇਰੇ ਦਾਤਾ ਜੀ, ਤੁਸੀਂ ਹੋ ਤੇ ਹਰ ਜਗ੍ਹਾ ਹੋ, ਪੁਰਖ ਰੂਪ ਵਿੱਚ ਹੋ, ਲੇਕਿਨ ਤੁਸੀਂ ਆਪ ਨਿਰੰਜਨ ਹੋ, ਤੁਸੀਂ ਆਪ ਮੈਲ ਤੋਂ ਰਹਿਤ ਹੋ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, हे ਹਰੀ ਪੁਰਖ ਜੀ, हे ਉਹ ਪ੍ਰਮਾਤਮਾ ਜੀ ਤੇ ਹਰੀ ਪੁਰਖ ਪ੍ਰਮਾਤਮਾ ਜੀ, ਤੁਸੀਂ ਹੋ ਕੁਦਰਤ ਦੇ ਵਿੱਚ, ਲੇਕਿਨ ਕੁਦਰਤ ਦੇ ਵਿੱਚ ਹੋ ਕੇ ਵੀ ਨਿਰੰਜਨ, ਕੁਦਰਤ ਦੇ ਵਿੱਚ ਹੋ ਕੇ ਵੀ ਆਪ ਇਹਨਾਂ ਮਾਇਆ ਤੋਂ ਨਿਰਲੇਪ ਹੋ ਤੁਸੀਂ ਆਪ, ਤੇ ਅਗਮ ਅਪਾਰਾ ਹੋ, ਤੁਹਾਡੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਪਰ ਤੁਸੀਂ ਹੋ ਹਰ ਜਗ੍ਹਾ। ਪਹੁੰਚਣ ਵਾਸਤੇ ਮਿਹਨਤ ਕਰਨੀ ਪਏਗੀ, ਪਹੁੰਚਣ ਵਾਸਤੇ ਗੁਰੂ ਦੀ ਸਿੱਖਿਆ ਲੈਣੀ ਪਏਗੀ, ਲੇਕਿਨ ਤੁਹਾਨੂੰ ਧਿਆਨ ਦੇ ਸਾਰੇ ਹਨ, ਤੁਹਾਨੂੰ ਪਿਆਰ ਸਾਰੇ ਕਰਦੇ ਹਨ, ਜਿਹੜੇ ਮਰਜ਼ੀ ਧਰਮ ਦਾ ਹੋਵੇ, ਚਾਹੇ ਇਸਲਾਮ ਨੂੰ ਪੈਦਾ ਕਰ, ਉਹ ਵੀ ਅੱਲਾ ਅੱਲਾ ਹੀ ਕਹਿੰਦੇ ਹਨ, ਉਹ ਵੀ ਉਸੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ, ਚਾਹੇ ਉਹ ਕ੍ਰਿਸਚਨ ਹੋਵੇ, ਚਾਹੇ ਉਹ ਜੂਡਿਜ਼ਮ ਦਾ ਬੰਦਾ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਬੌਧ ਹੋਵੇ, ਧਿਆਨ ਦੇ ਤੇ ਤੁਹਾਨੂੰ ਹੀ ਹੈ ਨਾ, ਹੋਰ ਕਿਸ ਨੂੰ ਤਾਂ ਧਿਆਨ ਦੇ ਨਹੀਂ ਹੈ ਨਾ। ਸਭ ਧਿਆਵੇਂ ਤੁਝੀ ਹਰ ਸੱਚੇ ਸਿਰਜਣਹਾਰਾ। ਧਿਆਨ ਦੇ ਤੇ ਹੋਰ ਕਿਨੂੰ ਯਾਦ ਕਰਦੇ ਹਨ? ਤੁਹਾਨੂੰ ਯਾਦ ਕਰਦੇ ਨੇ ਨਾ ਸਾਰੇ। ਕਿਉਂ? ਕਿਉਂਕਿ ਤੁਸੀਂ ਪੁਰਖ ਨਿਰੰਜਨ ਹੋ, ਕ੍ਰੀਏਟਰ ਵੀ ਤੁਸੀਂ ਹੋ। ਅਗਲੀ ਲਾਈਨ ਦੇਖੋ, ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ, ਦਾਤ ਦੇਣ ਵਾਲੇ ਤੁਸੀਂ ਹੋ। ਸਭ ਜੀ ਤੁਮਾਰੇ, ਸਾਰੇ ਤੁਹਾਡੇ ਹਨ, ਕਿਉਂਕਿ ਤੁਹਾਡੇ ਕ੍ਰੀਏਟ ਕੀਤੇ ਹੋਏ ਹਨ। ਤੇ ਮੈਂ ਇਹਨੂੰ ਅਗਲੀ ਲਾਈਨਾਂ ਮੈਂ ਸਕਿਪ ਕਰਾਂਗਾ ਮੈਂ ਹੁਣ, ਤੇ ਤੁਸੀਂ ਇਹ ਵਾਲੀ ਲਾਈਨ ਦੇਖੋ ਜਿੱਥੇ ਇਹ ਮੇਰੇ, ਆਈ ਡੋਨਟ ਨੋ ਤੁਸੀਂ ਮੇਰਾ ਨਹੀਂ ਦੇਖ ਰਹੇ ਮੇਰਾ, ਤੇ ਜਿੱਥੇ 1 ਆਇਆ ਹੈ ਏਕਾ, ਉਸ ਤੋਂ ਅਗਲੀ ਲਾਈਨ ਦੇਖੋ ਜਿਹਦੇ ਤੇ ਫੋਕਸ ਕਰਾਂਗੇ ਅਸੀਂ, ਕਿ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਹੋ ਸਮਾਣਾ। ਤੁਸੀਂ ਘਟ ਘਟ ਵਿੱਚ ਹੋ, ਹਰ ਹਿਰਦੇ ਵਿੱਚ ਹੋ। ਜਿਤਨੇ ਛੋਟੇ ਕੀੜਿਆਂ ਵਿੱਚ ਹੋ, ਉਤਨੇ ਹੀ ਮੇਰੇ ਅੰਦਰ ਹੋ। ਜਿਤਨੇ ਸੱਪਾਂ ਵਿੱਚ ਹੋ, हे ਮੇਰੇ ਦਾਤਾ, ਉਤਨੇ ਹੀ ਤੁਸੀਂ ਉਸ ਗਹਿਰੀ ਸਮੁੰਦਰ ਦੀ ਥੱਲੇ ਵਿਚੜੀ ਮੱਛੀ ਵਿੱਚ ਹੋ। ਤੁਸੀਂ ਤੂੰ ਘਟ ਘਟ ਅੰਤਰ ਸਰਬ ਨਿਰੰਤਰ, ਤਾਂ ਹਰ ਜਗ੍ਹਾ ਤੁਸੀਂ ਹੋਏ, ਕੋਈ ਨਹੀਂ ਹੋ, ਹਰ ਇੱਕ ਹੋ ਪੁਰਖ ਸਮਾਣਾ। ਇੱਕੋ ਹੀ ਪੁਰਖ, ਇੱਕੋ ਹੀ ਤਾਕਤ ਹਰ ਜਗ੍ਹਾ ਸਮਾਈ ਹੋਈ ਹੈ, ਇੱਕੋ ਹੀ ਦੀ ਤਾਕਤ ਹੈ, ਉਹੀ ਇੱਕੋ ਦੀ ਤਾਕਤ ਜਿਹੜੀ 1 ਵਿੱਚ ਲਿਖਿਆ ਸੀ ਨੇ। ਮੇਰੀਆਂ ਅੱਖਾਂ ਨਹੀਂ ਦੇਖ ਸਕਦੀਆਂ, ਮੈਂ ਜਦੋਂ ਭਿਖਾਰੀ ਨੂੰ ਦੇਖਦਾ ਤੇ ਮੈਂ ਭਿਖਾਰੀ ਦੇਖਦਾ, ਤੇ ਰਾਜੇ ਨੂੰ ਦੇਖਦਾ ਤੇ ਰਾਜੇ ਨੂੰ ਦੇਖਦਾ, ਮੈਂ ਨਹੀਂ ਪਛਾਣ ਸਕਦਾ ਫਰਕ ਹੈ ਮੇਰੇ ਦਾਤਾ। ਇੱਕ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ। ਸਭ ਤੇਰੇ ਚੋਜ, ਕਿਉਂਕਿ ਤੇਰੇ ਚੋਜ ਹਨ ਤਾਰੇ, ਸਾਨੂੰ ਅਲੱਗ-ਅਲੱਗ ਦਿਖਦੇ ਹਨ। ਰਾਜੇ ਵਿੱਚ ਵੀ ਤੂੰ ਉਤਨਾ ਹੀ ਬੈਠਾ ਹੈ ਜਿਤਨਾ ਭਿਖਾਰੀ ਵਿੱਚ ਹੈ। ਭਿਖਾਰੀ ਵੀ ਤੂੰ ਹੀ ਹੈ ਤੇ ਰਾਜਾ ਵੀ ਤੂੰ ਹੀ ਹੈ, ਦੇਣ ਵਾਲਾ ਤੂੰ ਹੀ ਹੈ, ਲੈਣ ਵਾਲਾ ਵੀ ਤੂੰ ਹੀ ਹੈ, ਬੋਲਣ ਵਾਲਾ ਵੀ ਤੂੰ ਹੀ ਹੈ, ਸੁਣਨ ਵਾਲਾ ਵੀ ਤੂੰ ਹੀ ਹੈ। ਕੋਈ ਨਹੀਂ ਸੁਣ ਰਿਹਾ, ਤੁਸੀਂ ਸੁਣ ਰਹੇ ਹੋ ਸਾਰਾ ਕੁਝ, ਕੋਈ ਨਹੀਂ ਹੋਰ ਬੋਲ ਰਿਹਾ। ਤੇ ਜਿਹੜਾ ਲੈਣ ਵਾਲਾ ਵੀ ਤੁਸੀਂ ਹੋ, ਦੇਣ ਵਾਲੇ ਵੀ ਤੁਸੀਂ ਹੋ, ਤੇ ਲੈ ਕੇ ਉਸ ਨੂੰ ਭੁਗਤਣਾ, ਉਸ ਨੂੰ ਕੰਜ਼ਿਊਮ ਕਰਨ ਵਾਲੇ ਵੀ ਤੁਸੀਂ ਆਪ ਹੋ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਕੌਣ ਹੋਰ? ਕੋਈ ਨਹੀਂ ਕਰਨ ਵਾਲਾ ਹੋਰ। ਆਪੇ ਦਾਤਾ ਤੇ ਆਪੇ ਭੁਗਤਾ ਹੋ ਤੁਸੀਂ। ਤੁਹਾਡੇ ਬਿਨਾਂ ਕੋਈ ਹੋਰ ਹੋਵੇ ਤੇ ਜਾਣਾ ਨਾ, ਤੁਧ ਬਿਨ ਅਵਰ ਨਾ ਜਾਣਾ, ਕਿਸ ਨੂੰ ਜਾਣਾ ਮੈਂ? हे ਮੇਰੇ ਦਾਤਾ, ਤੁਸੀਂ ਇਤਨੇ ਵੱਡੇ ਬੇਅੰਤ ਹੋ, ਤੂੰ ਪਾਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖੋ ਖਾਣਾ। ਹੁਣ ਇਸ ਵਿਆਪਕ ਪ੍ਰਮਾਤਮਾ ਦੀ ਮੈਂ ਕਿਸ ਤਰ੍ਹਾਂ ਆਰਾਧਨਾ ਕਰਾਂ? ਮੈਂ ਤੇ ਹੈਰਾਨ, ਮੈਂ ਤੇ ਤੇਰੇ ਨਾਨਕ ਤੇਰੇ ਤੋਂ ਕੁਰਬਾਨ ਜਾਂਦਾ ਹੈ। ਜੋ ਸੇਵੇ ਤੁਝ ਜੀ, ਜਨ ਨਾਨਕ ਤਿਨ ਕੁਰਬਾਨਾ। ਜਿਹੜੇ ਤੈਨੂੰ ਸੇਵਦੇ ਹਨ, ਜਿਹੜੇ ਇੱਥੇ ਮੈਂ ਰੁਕਣਾ ਚਾਹੁੰਦਾ ਇੱਕ ਸੈਕਿੰਡ ਵਾਸਤੇ, ਜਿਹੜੇ ਪਰਮਾਤਮਾ ਦੀ ਸੇਵਾ ਕਰਦੇ ਹਨ, ਜਿਹੜੀ ਇਸ ਕ੍ਰੀਏਸ਼ਨ ਦੀ ਸੇਵਾ ਕਰਦੇ ਹਨ, ਜਿਹੜੇ ਗੰਦੇ ਪਾਣੀਆਂ ਨੂੰ ਸਾਫ਼ ਕਰਦੇ ਹਨ, ਜਿਹੜੀਆਂ ਭੁੱਖਿਆਂ ਨੂੰ ਰੋਟੀ ਖਵਾਉਂਦੇ ਹਨ, ਜਿਹੜੇ ਗਰੀਬਾਂ ਨੂੰ ਪੜ੍ਹਾਉਂਦੇ ਹਨ, ਜਿਹੜੇ ਮੈਂਟਲੀ ਡਿਸਟਰਬਡ ਹਨ ਉਹਨਾਂ ਦੀ ਮਦਦ ਕਰਦੇ ਹਨ, ਜਿਹੜੇ ਖੁਸ਼ ਨਹੀਂ ਹਨ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਦੇ ਅੰਦਰ ਕੀਰਤਨ ਨਹੀਂ, ਜਿਨ੍ਹਾਂ ਨੂੰ ਕਰਨਾ ਆਉਂਦਾ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਦੇ ਅੰਦਰ ਬਾਣੀ ਦੀ ਰੋਹ ਨਹੀਂ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਨੇੜੇ ਲਿਜਾਣਾ ਚਾਹੁੰਦੀ ਹੈ। हे ਮੇਰੇ ਦਾਤਾ, ਜਿਹੜੇ ਤੈਨੂੰ ਸੇਵਦੇ ਹਨ ਨਾ, ਜਿਹੜੇ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ। ਜੋ ਸੇਵੇ ਤੁਝ ਜੀ,
जब नानक तेन कुर्बान जाता है नानक तेरे तो सेवक की उपमा ते सुखमनी साहब जी बड़ी बारी कर आए हैं। सेवक तो बड़ा ते कोई भी नहीं, तो सेवक की रक्षा भी करता है वो आपे। तो सिमी जी, इफ यू कैन मूव फर्दर लिटिल अप दो, तो लास्ट पैराग्राफ जो मैं डिस्कस करना है वो मैं जो मेरा सब तो इंपॉर्टेंट है मेरा कि हम ਤੁਸੀਂ ਆਪੇ ਪੜਨਾ ਇਸ ਬਾਣੀ ਨੂੰ ਰੋਜ਼ ਪੜ੍ਹਦੇ ਹੋ ਪਰ ਇਨੀ ਗਹਿਰਾਈ ਨਾਲ ਦੇਖਿਆ ਨਹੀਂ ਪਹਿਲੇ ਕਦੀ ਕਿ ਮੈਂ ਇੱਥੋਂ ਸ਼ੁਰੂ ਕਰਨਾ ਹੈ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਨ ਅਵਰ ਨਾ ਕੋਈ। हे ਮੇਰੇ ਪੁਰਖ, हे ਮੇਰੇ ਕਰਤਾ ਪੁਰਖ, ਤੁਸੀਂ ਆਦ ਪੁਰਖ ਹੋ। ਮੈਂ ਪਹਿਲੇ ਵੀ ਕਿਹਾ ਸੀ ਕਈ ਵਾਰੀ ਆਦ ਪੁਰਖ ਵੀ ਵਰਡ ਆਇਆ ਹੈ, ਕਈ ਵਾਰੀ ਪਰਮ ਪੁਰਖ ਵੀ ਵਰਡ ਆਇਆ ਹੈ, ਕਈ ਵਾਰੀ ਪੁਰਖ ਨਿਰੰਜਨ ਆਇਆ ਹੈ, ਕਈ ਵਾਰੀ ਪਰਮ ਪੁਰਖ ਆਇਆ ਹੈ, ਇੱਥੇ ਆਦ ਪੁਰਖ ਆਇਆ ਹੋ ਕਿਉਂਕਿ ਤੁਸੀਂ ਕ੍ਰੀਏਸ਼ਨ ਤੋਂ ਪਹਿਲੇ ਵੀ ਤੁਸੀਂ ਪੁਰਖ ਸੀ, ਤੁਸੀਂ ਹਰ ਜਗ੍ਹਾ ਸੀ, ਹਰ ਜਗ੍ਹਾ। ਹਾਲੇ ਕ੍ਰੀਏਸ਼ਨ ਨਹੀਂ ਪੈਦਾ ਹੋਈ ਤਾਂ ਵੀ ਤੁਸੀਂ ਪੁਰਖ ਰੂਪ ਵਿੱਚ ਸੀ। ਤੂੰ ਆਦ ਪੁਰਖ ਅਪਰੰਪਰ ਮਾਨੇ ਤੇਰਾ ਕੋਈ ਆਰਾ ਪਾਰਾ ਹੈ ਹੀ ਨਹੀਂ, ਕੋਈ ਤੇਰਾ ਕੋਈ ਹੱਦਾਂ ਹੀ ਨਹੀਂ ਹੈ, ਕੋਈ ਤੇਰੀਆਂ ਕੋਈ ਬਾਉਂਡਰੀਜ਼ ਨਹੀਂ ਹੈ ਕੋਈ। हे करता मेरे आद पुरख अपरंपर करता जी तुद जेवड अवर ना कोई। तेरे वर्गा तो कोई है ही नहीं कोई और जड़ा इस डेफिनेशन च फिट आ जाए। तू क्योंकि तू जुग जुग एको सदा सदा जी तुद नेचल करता सोई। नेचल मतलब होता है ना चलन वाला, एक जगह रहने वाला, एक जगह ठहरन वाला, यू नो हमेशा इको जगह रहने वाला, स्पेस और टाइम तो विच ना होवे जेड़ा उन्होंने नेचल कहते हैं। तू जुग जुग एको सदा सदा, तू जुगा जुगा च एको रूप रहा है तेरा, तू सतरूप विच है, एक तू एको ही हमेशा ही करे है, नेचल करता सोई। ते तेरी मर्जी नाल सब कुछ हो रहा है, तेरी मर्जी नाल होंदा है, साडी मर्जी नाल नहीं होंदा। तू करण कराण वाला है, तू आपे भावे सोई वरते, जो तू चाहता है वो होंदा है। फिर तू किसी नाल सलाह भी नहीं करदा, तो तेरी कोई उत्ते कोई डेमोक्रेसी नहीं है, उत्ते कोई कि सारे मिलके कोई वोट नहीं करते कोई उते। तू जुग जुग एको सदा सदा, तू एक जी तू नेचल करता सोई, तुद आपे भावे सोई वरते जी। जो तू जेनू ਜਿਹੜੀਆਂ ਚੀਜ਼ਾਂ ਤੈਨੂੰ ਚੰਗੀਆਂ ਲੱਗਦੀਆਂ ਹਨ ਉਹੀ ਹੁੰਦੀਆਂ ਹਨ, ਤੂੰ ਆਪੇ ਕਰੇ ਸੋ ਹੋਈ। ਜੋ ਤੂੰ ਚਾਹਦਾ ਹੈ ਉਹੀ ਤੂੰ ਕਰਦਾ ਹੈ, ਕਿਉਂਕਿ ਤੂੰ ਪੁਰਖ ਨਿਰੰਜਨ ਜੇ ਹੋਇਆ, ਤੂੰ ਹਰ ਜਗ੍ਹਾ ਫੈਲਿਆ ਹੋਇਆ ਫੈਲਾਵ ਹੈ। ਮਾਲਕ ਹੈ ਤੂੰ ਕੁਦਰਤ ਦਾ, करता है तू कुदरत दा, सिखाने वाला है तू कुदरत दा, सबनू देने वाला है तू कुदरत दा। If somebody can please माइक्रोफोन अपना म्यूट कर लो। तुद आपे भावे सोई वर्ते जी, तू आपे करे सो होई। तुद आपे सिरज सब उपाई जी, तुद आपे सिरज सब गोई। ये सारी सृष्टि तुसी उपाई है, सारी क्रिएट तुसी कीती है। ਜਦੋਂ हे ਮੇਰੇ ਦਾਤਾ ਜਦੋਂ ਤੁਸੀਂ ਡਿਸਟਰਕਟ ਕਰਦੇ ਹੋ ਤਾਂ ਵੀ ਤੁਸੀਂ ਆਪੇ ਹੀ ਕਰਦੇ ਹੋ। ਸਿਰਜ ਸਭ ਗੋਈ ਮਤਲਬ ਕਿ ਡਿਸਟਰਕਸ਼ਨ ਦੇ ਟਾਈਮ ਵੀ ਜਦੋਂ ਡਿਸਟਰਕਟ ਕਰਦੇ ਹੋ ਕੋਈ ਕਿਸੇ ਚੀਜ਼ ਨੂੰ ਤਾਂ ਤੁਸੀਂ ਆਪੇ ਹੀ ਕਰਨ ਵਾਲੇ ਹੋ, ਕੋਈ ਡਿਸਟਰਕਟ ਨਹੀਂ ਕਰਨ ਵਾਲਾ। ਤੇ ਨਾਨਕ ਦਾ ਕੰਮ ਇਹ ਨਹੀਂ ਹੈ ਕਿ ਨਾਨਕ ਤੁਹਾਡੀਆਂ ਇਹਨਾਂ ਚੋਜਾਂ ਤੋਂ ਕੁਰਬਾਨ ਜਾਂਦਾ ਹੈ। ਨਾਨਕ ਨੂੰ ਕੀ ਪਤਾ ਤੁਸੀਂ ਕੀ ਸਭ ਕਰਦੇ ਹੋ। ਜਨ ਨਾਨਕ ਗੁਣ ਗਾਵੇ ਕਰਤੇ, ਕਿ ਉਹ ਨਾਨਕ ਨੇ ਤੇ ਕਰਤੇ ਤੇ ਗੁਣ ਗਾਣੇ ਹਨ ਖਾਲੀ। जो सबसे का जान होई, जो सबनू जाना वाला है जेड़ा। ते इस सुपुरखली बाणी विच परमात्मा दे ओ चीज़ां, ओ जड़ियां हैं जड़ियां ओ बयान कीतियां उन्हां ने। We can stop sharing the screen, we are done with that. I'm going to take a break for a second here and see if anybody has any questions so far. पुरख दे उत्ते हाले तक, हाँ जी, let me know if somebody has still confusion होवे किधरे। I have a few more things to say, but मैं फिर 2 मिनट की रेस्ट में लेना चाहता अपनी वॉइस में। ते ठीक है, जे नहीं है तो फिर I'm going to continue talking. So रिवाइज अगर करा मैं करता पुरख नूं थोड़ा जिहा, ते करता वो है जिहड़ा क्रिएटर है, खाली क्रिएटर ही नहीं है। मैं going to write these things down again. कई बारी when you see it on the screen, it makes more sense, you know. Let me clear this up पहले। So करता है क्रिएटर, सिर्फ क्रिएटर करता नहीं है, कादर करता भी है।
ਸਿਰਫ ਕਾਦਰ ਹੀ ਨਹੀਂ ਹੈ, ਮੈਂ ਲਾਸਟ ਟਾਈਮ ਵੀ ਕਿਹਾ ਸੀ, ਸੰਭਾਲਣ ਵਾਲਾ ਵੀ ਉਹੀ ਹੈ, ਸੰਭਾਲਣ ਕਰਤਾ ਵੀ ਹੈ। ਸਿਰਫ ਸੰਭਾਲਦਾ ਹੀ ਨਹੀਂ ਹੈ, ਦਾਤਾ ਦੇਣ ਵਾਲਾ ਵੀ ਉਹੀ ਹੈ, ਦਾਤਾ ਕਰਤਾ ਵੀ ਹੈ। ਸਿਰਫ ਦਾਤਾ ਹੀ ਨਹੀਂ ਹੈ, ਸਿਖਾਉਣ ਵਾਲਾ ਵੀ ਉਹੀ ਹੈ। ਸਿਰਫ ਸਿਖਾਉਣ ਵਾਲਾ ਵੀ ਉਹੀ ਨਹੀਂ ਹੈ, ਖਾਲੀ ਸਿਖਾ ਕੇ ਕਿਧਰੇ ਚਲਾ ਨਹੀਂ ਜਾਂਦਾ, ਸਿਖਾ ਕੇ ਕਿਧਰੇ ਗਾਇਬ ਨਹੀਂ ਹੋ ਜਾਂਦਾ, ਸਿਖਾ ਕੇ ਤੁਹਾਡੇ ਅੰਦਰ ਹੀ ਰਹਿੰਦਾ ਹੈ, ਵਿਆਪਕ ਹੈ। ਹਾਂਜੀ, ਤੁਹਾਡੇ ਅੰਦਰਲੇ ਬੈਠਾ ਹੋਇਆ। ਇਸ ਵਾਸਤੇ ਜਦੋਂ ਕੋਈ ਬੁਰਾ ਕੰਮ ਕਈ ਵਾਰੀ ਕਰਨ ਜਾਓ ਜਾਂ ਕੁਝ ਕਰਨ ਜਾਓ ਤੇ ਕਈ ਵਾਰੀ ਮਨ 'ਚ ਖਿਆਲ ਆ ਜਾਂਦਾ, ਯਾਰ ਇਹ ਮਨਾ ਨਾ ਕਰੇ, ਕੰਮ ਠੀਕ ਨਹੀਂ ਹੈ, ਕੰਮ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਜ਼ਰੂਰ ਕਿ ਇਹ ਠੀਕ ਨਹੀਂ ਹੈ, ਸਪੈਸ਼ਲੀ ਜਿਹੜੇ ਜਿਨ੍ਹਾਂ ਦੀ ਜ਼ਿੰਦਗੀ ਥੋੜੀ ਬਹੁਤ ਸੁੱਚੀ ਹੈ, ਉਹਨਾਂ ਦੇ ਅੰਦਰੋਂ ਇੱਕ ਆਵਾਜ਼ ਜ਼ਰੂਰ ਆਉਂਦੀ ਹੈ ਅੰਦਰੋਂ ਕਿ ਇਹ ਠੀਕ ਨਹੀਂ ਹੈ ਕਰਨਾ, ਗੜਬੜ ਹੈ ਕੰਮ, ਡਰ ਲੱਗਦਾ ਹੈ, ਤੇ ਉਹ ਅੰਦਰ ਬੈਠਾ ਹੋਇਆ ਨਾ ਦੱਸਦਾ ਨਾ ਤੁਹਾਨੂੰ ਵੀ ਇਹ ਠੀਕ ਨਹੀਂ ਹੈ ਕੰਮ, ਤੁਸੀਂ ਫਿਰ ਵੀ ਉਹਨੂੰ ਦਬਾ ਲੈਂਦੇ ਹੋ ਉਸ ਆਵਾਜ਼ ਨੂੰ। That's true. Sometimes we overpower it and we say we don't care what the other thing thinks though. ਮੈਂ ਅਸੀਂ ਕਰਨਾ ਉਹੀ ਹੈ ਕੰਮ ਜੋ ਅਸੀਂ ਕਰਨਾ ਹੈ ਕੰਮ। ਸੋ ਇਹ ਜਿਹੜਾ ਕਨਸੈਪਟ ਜਿਹੜਾ ਹੈ ਕਰਤਾ ਪੁਰਖ ਦਾ, ਜਿਹੜਾ ਮੂਲ ਮੰਤਰ ਦੇ ਅਰਥਾਂ ਵਿੱਚ ਜਿਹੜਾ ਆਇਆ ਹੈ, ਇਸ ਨੂੰ ਇਹਦੀ ਵਿਆਖਿਆ ਇਹ ਹੈ ਇਹਦੀ। ਤੇ ਨਾਲੇ ਤੁਸੀਂ ਹੁਣੇ ਸੋ ਪੁਰਖ ਦੀ ਬਾਣੀ ਵਿੱਚ ਵੀ ਦੇਖਿਆ ਹੈ ਕਿ ਹਰ ਜਗ੍ਹਾ ਫੈਲਿਆ ਹੋਇਆ ਉਹ ਹੈ, ਉਸ ਤੋਂ ਦੁਆਰਾ ਉੱਚ ਨਹੀਂ ਹੈ ਹੋਰ। ਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੱਕ ਜਗ੍ਹਾ ਮੈਂ ਇੱਕ ਹੋਰ ਚੀਜ਼ ਸ਼ੇਅਰ ਕਰਾਂਗਾ ਹੁਣੇ ਮੈਂ ਤੁਹਾਡੇ ਨਾਲ, ਮੈਂ I'm going to share that right now, just in a second. Give me 1 second please and I'll be with you. Can everybody see my screen? Okay. ਸੁਖਮਨੀ ਸਾਹਿਬ ਦੀ 23rd ਅਸ਼ਟਪਦੀ ਵਿੱਚ ਪੁਰਖ ਦੀ ਡੈਫੀਨੇਸ਼ਨ ਬਹੁਤ ਸੋਹਣੀ ਆਈ ਹੈ ਇੱਥੇ। ਜਿਹੜੀ ਸੋ ਪੁਰਖ ਦੀ ਬਾਣੀ ਵਿੱਚ ਨਾਲ ਸਿਮਿਲਰ ਵਰਡ ਆਏ ਹਨ, ਬਟ ਤਾਂ ਵੀ ਕਈ ਵਾਰੀ ਸੁਖਮਨੀ ਦੀਆਂ ਤੁਕਾਂ ਅਸੀਂ ਪੜ ਜਾਂਦੇ ਹਾਂ ਪਰ ਨਹੀਂ ਫੋਕਸ ਕਰ ਪਾਉਂਦੇ ਕਈ ਵਾਰੀ। ਸੋ ਆਈ ਵਾਂਟ ਟੂ ਫੋਕਸ ਨਾਓ ਟੁਡੇ। ਔਰ ਇੱਕ ਬਹੁਤ ਗਹਿਰਾਈ ਵਿੱਚ ਉਸ ਪੁਰਖ ਦੇ ਕਨਸੈਪਟ ਨੂੰ ਡਿਸਕ੍ਰਾਈਬ ਕਰਦੀ ਹਨ ਗੁਰੂ ਗੋਬਿੰਦ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ। ਦੇਖੋ ਕਿੰਨੀਆਂ ਸਟਰੋਂਗ ਵਰਡਸ ਆਏ ਹਨ। ਇਹ 23rd ਅਸ਼ਟਪਦੀ ਦਾ ਦੂਸਰਾ ਸਟੈਂਜ਼ਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਜਿਤਨਾ ਅੰਦਰ ਹੈ ਉਤਨਾ ਹੀ ਬਾਹਰ ਹੈ, ਉਹ ਫਿਰ ਵੀ ਅਨੰਤ ਹੈ, ਨਹੀਂ ਹੈ ਤੁਹਾਡੀ ਪਹੁੰਚ ਪੈਣ ਵਾਲਾ। ਜਿਹੜਾ ਅੰਦਰ ਬੈਠਾ ਹੈ ਉਹੀ ਬਾਹਰ ਹੈ। ਤੇ ਕਿੱਥੇ ਕਿੱਥੇ ਹੈ? ਕਹਿੰਦੇ ਮਾਰੇ ਕਹਿੰਦੇ ਨੇ ਘਟ ਘਟ ਵਿਆਪ ਰਿਹਾ ਭਗਵੰਤ, ਹਰ ਘਟ ਵਿੱਚ ਹੈ ਉਹ, ਹਰ ਜਗ੍ਹਾ ਹੈ ਉਹ, ਹਰ ਘਰ ਦੇ ਹਿਰਦੇ ਵਿੱਚ ਹੈ। ਫਰਦਰ ਡਿਫਾਈਨ ਕਰਦੇ ਨੇ ਕਿਹੜੀ ਜਗ੍ਹਾ ਜਾ, ਕਹਿੰਦੇ ਨੇ ਧਰਨ ਮਾਏ ਮਨੇ ਧਰਤੀ ਦੇ ਉੱਤੇ ਹੈ, ਆਕਾਸ਼ ਸਪੇਸ ਵਿੱਚ ਵੀ ਹੈ, ਪਿਆਲ ਧਰਤੀ ਦੇ ਅੰਦਰ ਜਿਹੜਾ ਹੈ, ਨੈਦਰਲੈਂਡ ਨੂੰ ਕਹਿ ਰਹੇ ਹੋ, ਨੈਦਰ ਵਰਲਡ ਕਹਿ ਲਓ, ਜੋ ਵੀ ਮਰਜੀ ਕਹਿ ਲਓ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਤੇ ਧਰਨ ਮਾਏ ਆਕਾਸ਼ ਪਿਆਲ। ਧਰਤੀ ਦੇ ਵਿੱਚ, ਧਰਤੀ ਦੇ ਉੱਤੇ ਹੈ, ਧਰਤ ਮਾਏ ਹੈ, ਆਕਾਸ਼ ਵਿੱਚ ਹੈ, ਪਿਆਲ ਵਿੱਚ ਹੈ। ਤੇ ਕਹਿੰਦੇ ਮਾਰੇ ਕਹਿੰਦੇ ਹੋਰ ਕਹਿੰਦੇ ਤੂੰ ਬਾਕੀ ਜਗ੍ਹਾ ਵੀ ਸਰਬ ਲੋਕ ਪੂਰਨ ਪ੍ਰਤਪਾਲ, ਤੇ ਹਰ ਲੋਕ ਵਿੱਚ ਹੈ, ਹਰ ਗੈਲੈਕਸੀ ਵਿੱਚ ਹੈ, ਹਰ ਪਲੈਨਟ ਵਿੱਚ ਹੈ। ਪੂਰਨ ਪ੍ਰਤਪਾਲ, ਉੱਥੇ ਵੀ ਪ੍ਰਤਪਾਲਨਾ ਕਰਨ ਵਾਲਾ ਉਹ ਹੈ, ਉੱਥੇ ਵੀ ਟੇਕ ਕੇਅਰ ਕਰਨ ਵਾਲਾ ਉਹ ਹੀ ਹੈ। ਪਰ ਮੈਂ ਅਗਲੀਆਂ ਲਾਈਨ ਤੇ ਮੈਂ ਕਈ ਵਾਰੀ ਪੜ੍ਹਦਾ ਤੇ ਯੂ ਜਸਟ ਸੋ ਇਮੋਸ਼ਨਲੀ ਗੈਟ ਡਰੇਨਡ ਦੋ। ਇਹ ਲਾਈਨਾਂ ਜਿਹੜੀਆਂ ਹਨ ਕਿ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ। ਬਨ ਕਹਿੰਦੇ ਹਨ ਜੰਗਲ ਨੂੰ, ਜੰਗਲ ਵਿੱਚ ਹੈ ਉਹ। ਤੇ ਤਿੰਨ ਕਹਿੰਦੇ ਹਨ ਜਿਹੜੇ ਘਾਹ ਉਗਦੀ ਹੈ ਨਾ, ਜਦੋਂ ਗ੍ਰਾਸ ਉਗਦੀ ਹੈ ਜੰਗਲ ਦੀ ਪੱਤਿਆਂ ਚੋਂ, ਤੇ ਇੱਕ ਗ੍ਰਾਸ ਦੇ ਵਿੱਚੋਂ ਅਗਰ ਇੱਕ ਤੀਲਾ ਲੈ ਲਵੇ, ਇੱਕ ਜਿਹੜੀ ਬ੍ਰਾਂਚ ਲੈ ਲਵੇ ਗ੍ਰਾਸ ਦੀ ਛੋਟੀ ਜੀ, ਤੇ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਹਿੱਸੇ ਹਨ, ਉਹਦੇ ਵਿੱਚ ਹੀ ਤਿੰਨ, ਉਹਦੇ ਵਿੱਚ ਹੀ ਬਨ, ਤੇ ਤਿੰਨ ਵਿੱਚ ਪਰਬਤ, ਤੇ ਪਰਬਤ ਮਨੇ ਪਹਾੜਾਂ ਵਿੱਚ ਹੈ ਪਾਰ ਬ੍ਰਹਮ। ਹਰ ਜਗ੍ਹਾ ਉਹੀ ਹੈ, ਔਰ ਕੋਈ ਨਹੀਂ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਤੇ ਹੁਕਮ ਉਸੀ ਦਾ ਹੀ ਚੱਲਦਾ ਹੈ, ਹੋਰ ਕਿਸੇ ਦਾ ਚੱਲਦਾ ਨਹੀਂ।
कर्म कराने वाला वो है। जैसी आज्ञा तैसा कर्म, जिस तरह की आज्ञा होवे उसी तरह का कर्म होंदा, उसी तरह का उसी तरह करना पैंदा है। ते किदे किदे विच कहंदे ने पौण पानी बैसंतर पौण हवा, पानी पानी बैसंतर अग, अग ते पानी हवा विच ही कोई होर नहीं बैठा होया। ਉਹਦੀ ਠੰਡਕ ਤੇ ਉਹਦੀ ਵਾਰਮਥ ਜਿਹੜੀ ਹੈ ਜਾਂ ਪਾਣੀ ਜਦੋਂ ਪੀਂਦੇ ਉਹਦੀ ਪਾਣੀ ਦੀ ਜਿਹੜੀ ਸ਼ੀਤਲਤਾ ਜਿਹੜੀ ਵਿੱਚ ਉਹ ਬੈਠਾ ਹੋਇਆ ਆਪ। ਚਾਰ ਕੁੰਟ ਦੇ ਦਿਸੇ ਸਮਾਏ, ਚਾਰ ਕੁੰਟ ਮੈਨੇ ਚਾਰੋਂ ਦਿਸ਼ਾ ਤੇ 10 ਜਗ੍ਹਾ 10 ਦਿਸ਼ਾ ਵਿੱਚ ਹਰ ਜਗ੍ਹਾ ਉੱਤੇ ਥੱਲੇ ਹਰ ਜਗ੍ਹਾ ਤ੍ਰਿਕੋਣਾ ਵਿੱਚ ਹਰ ਜਗ੍ਹਾ ਉਹਦੇ ਸਿਵਾਏ ਹੋਰ ਕੋਈ ਵੀ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਹੋਰ ਗੱਲ ਦੀ ਕਲੈਰਿਟੀ ਕਹਿੰਦੇ ਹਨ ਕਿ ਇਹ ਨਾ ਕੋਈ ਸਮਝ ਆਏ ਕੋਈ ਜਗ੍ਹਾ ਮੈਂ ਛੋੜ ਦਿੱਤੀ ਹੋਵੇ ਸ਼ਾਇਦ, क्योंकि पुरख की डेफिनेशन देंदे पे हैं। तो देखो कितनी निम्रता, देखो तिसते भिन्न नहीं कोठा, और इस तो ज्यादा क्लैरिटी नहीं दे सकते हो कि उस तो सिवाय कोई जगह है ही नहीं है जिहड़ी उस तो सिवाय एग्जिस्ट करदी होए। गुरप्रसाद नानक सुख पाओ, सानू नहीं सुख मिल सकता उस नाम दा जिहदे ते गुरु की कृपा हुंदी है। जिहड़े गुरु कोल जांदे हन पुछण वास्ते, ਜਿਹੜੇ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ, ਉਸ ਕਰਤਾ ਪੁਰਖ ਦੀ ਡੈਫੀਨੇਸ਼ਨ ਉੱਥੋਂ ਮਿਲਦੀ ਹੈ ਉਸਨੂੰ। ਗੁਰਪ੍ਰਸਾਦ ਨਾਨਕ ਸੁਖ ਪਾਓ ਕਹਿੰਦੇ ਨੇ ਪੁਰਖਾ ਇੱਕ ਗੱਲ ਦੇਖ ਤੂੰ, ਤੇ ਜਿਤਨੇ ਧਰਮ ਗ੍ਰੰਥ ਹਨ ਉਹਨਾਂ 'ਚ ਬੈਠਾ ਹੋਇਆ ਬਿਲਕੁਲ ਬੈਠਾ ਹੈ। ਵੇਦ ਪੁਰਾਣ ਸਿਮਰਤ ਮੈਂ ਦੇਖ, ਉਹਨਾਂ 'ਚ ਦੇਖ ਲੈ, ਉਹਨਾਂ 'ਚ ਬੈਠਾ। ਵੇਦਾਂ 'ਚ ਹੋਰ ਕੌਣ ਬੈਠਾ ਹੋਇਆ? ਬ੍ਰਹਮਾ ਤੇ ਨਹੀਂ ਕ੍ਰੀਏਟ ਕਰਨ ਵਾਲਾ ਨਾ, ਕ੍ਰੀਏਟਰ ਤੇ ਉਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੀ ਐਡੀਟਰ ਦੁਰਿੰਦੇ ਮਹਾਰਾਜ ਹੈ, ਲੇਕਿਨ ਕ੍ਰੀਏਟਰ ਤੇ ਪਿੱਛੇ ਤੇ ਉਹੀ ਹੈ ਨਾ, ਉਹ ਪਿੱਛੇ ਤੇ ਪ੍ਰਮਾਤਮਾ ਹੀ ਹੈ ਕਰਨ ਵਾਲਾ, ਹੈ ਨਾ। ਤੇ ਸ਼ਲੋਕ ਮਤਲਬ ਅੱਗੇ ਜਾ ਕੇ ਪੰਜਵੇਂ ਵਿੱਚ ਤੇਰਾ ਕੀਤਾ ਜਾਤੋ ਨਾਹੀ ਦੇ ਉੱਤੇ ਜਦੋਂ ਲਿਖਿਆ ਨੇ ਥੈਂਕ ਯੂ ਨੇ, ਉਹਦੇ ਵਿੱਚ ਇਹੀ ਗੱਲ ਕੀਤੀ ਨੇ ਨਾ ਉਹਨੇ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋ ਹੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਮੇਰੇ ਚ ਕੀ ਗੁਣ ਹੈ? ਗੁਣ ਤੇ ਤੇਰੇ ਸਣ ਸਾਰੇ, ਤੂੰ ਲਿਖਵਾਈ ਹੈ ਬੀੜ, ਤੂੰ ਕੀਤੇ ਨੇ ਵੱਡੇ ਕੰਮ। ਵੇਦ ਪੁਰਾਣ ਮੈਂ ਦੇਖ ਤੇ ਕਿਸੇ ਨੂੰ ਕੋਈ ਭੁੱਲ ਨਾ ਰਹਿ ਜਾਏ। ਸਸੀਰ ਸੂਰ ਨਖੇਤਰ ਮੈਂ ਏਕ, ਸਸੀਰ ਇੱਕ ਸੂਰਜ ਹਜ਼ਾਰਾਂ ਸੂਰਜਾਂ ਵਿੱਚ ਹਜ਼ਾਰਾਂ ਚੰद्रमा ਤੂੰ। ਦੇਖੋ ਕਿਤਨੀ ਖੂਬਸੂਰਤੀ ਹੈ ਗ੍ਰਾਮਰ ਗੁਰਬਾਣੀ ਦੀ। ਕਈ ਵਾਰੀ ਬੰਦਾ ਹੈਰਾਨ ਰਹਿ ਜਾਂਦਾ ਹੈ ਬਾਣੀ ਦੀ ਤੱਤ ਦੇ ਉੱਤੇ। ਸਾਡੇ ਵਿਚਾਰੇ ਅਸੀਂ ਸਮਝ ਨਹੀਂ ਸਕਦੇ ਕਈ ਇਹਨਾਂ ਬਾਣੀਆਂ ਦੀ ਗਹਿਰਾਈ ਨੂੰ। ਸਸੀਰ ਜਿਤਨੇ ਚੰद्रमा ਕ੍ਰੀਏਟ ਹੋਏ हैं, सूर जितने सूरज क्रिएट हुए हैं करोड़ां सूरजां विच, नक्षत्र जितनियां गैलेक्सीज क्रिएट हुई हैं, ते ओदे विच कौन बैठा होया? इक्को ते इक्को एक ते देखो ए प्लूरल है, ए प्लूरल है, ए प्लूरल, लेकिन ए प्लूरल नहीं है, एक सिंगुलर है। ते एक ते वैसे ही सिंगुलर है, तो पूछो भी एक ते सिंगुलर है, एक ते दो नहीं है ना, एक तो एक ही है ना। ते एक नूं तुसीं क्यों सिंगुलर कीता? वन एंड दी ओनली वन, कोई है हर जगह। ਤੇ ਕਹਿੰਦੇ ਜੇ ਹਾਲੇ ਵੀ ਵਿਸ਼ਵਾਸ ਨਹੀਂ ਆਇਆ ਤੇ ਹੁਣ ਇਹਨੂੰ ਇਹ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਇਹ ਅਗਲੀ ਲਾਈਨ ਹੈ ਥੋੜੀ ਜਿਹੀ। ਇਹ ਹਰ ਜਿਗਿਆਸੂ ਨੂੰ 23rd ਅਸ਼ਟਪਦੀ ਨਾਲ ਰਿਲੇਟ ਕਰਨ ਵਾਸਤੇ ਥੋੜਾ ਉੱਚ ਕੋਟੀ ਦਾ ਜਿਗਿਆਸੂ ਚਾਹੀਦਾ ਕਿ ਬਾਣੀ ਪ੍ਰਭ ਕੀ ਸਭ ਕੋ ਬੋਲਣਾ, ਉਸੇ ਦੀ ਭਾਸ਼ਾ ਬੋਲਦੇ ਹੋ, ਉਹੀ ਬੋਲ ਰਿਹਾ ਅੰਦਰੋਂ। ਉਹ ਸਾਰੀਆਂ ਬਾਣੀਆਂ ਉਹਦੀਆਂ ਹਨ, ਪੰਜਾਬੀ ਵੀ ਉਸੇ ਦੀ ਲਿਖੀ ਤੇ ਇੰਗਲਿਸ਼ ਵੀ ਉਹੀ ਹੈ। सारे अखर उसी दे ही है, आप अखरां च नहीं है, लेकिन आप किसी बाणी च नहीं है। लेकिन तुसी जो बोल रहे हो ओदी बाणी बोलते पे हो, ओही बोलदा पे अंदर, ओदी वोकल कॉर्ड है, ओदियां ही अखां हैं, ओदे ही कान है, ओदे ही नक है, तुहाडे नहीं है, तुहाडे च नहीं है ताकत। बाणी प्रभ की सबको बोले, सारे उसी दी बाणी बोलते हैं, है नहीं। पर इतनी बाणी बोल के भी आप अडोल ना कबू डोला, आप निर्लेप है, आप इन्हां चक्रां च नहीं है। देखो ਉਹਦੇ खेल ਇਹੋ ਜਿਹੇ हैं कि ਸਰਬ ਕਲਾ ਕਰ खेल है खेल, ਸਾਰੀਆਂ खेल खेलदा ਉਹ खेल खिलाड़ी जे होया ਵੱਡਾ, ਸਾਰੇ खेल उसी ਦੇ ਬਣਾਏ ਹੋਏ ਹਨ। हे ਮੇਰੇ ਦਾਤਾ ਮੋਲ ਨਾ ਪਾਈਏ ਗੁਣੇ ਅਮੋਲ, ਤੁਹਾਡੇ ਮੋਲ ਨਹੀਂ ਪਾਇਆ ਜਾ ਸਕਦਾ, ਅਮੋਲ ਗੁਣ ਹਨ ਤੁਹਾਡੇ ਵਿੱਚ, ਕਿਉਂਕਿ ਤੁਹਾਡੀ ਜੋਤ ਸਰਬ ਜੋਤ ਵਿੱਚ ਹੈ। ਤੁਹਾਡੀ ਜੋਤ ਤੋਂ ਸਿਵਾਏ ਕੋਈ ਐਗਜ਼ਿਸਟ ਨਹੀਂ ਕਰ ਸਕਦਾ। ਕਰਤੇ ਦੀ ਡੈਫੀਨੇਸ਼ਨ ਦੇਤੇ हैं ਸਰਬ ਜੋਤ ਮੈਂ ਜਾਕੀ ਜੋਤ, ਸਾਰੀਆਂ ਜੋਤਾਂ ਵਿੱਚ ਭਾਵ ਤੁਹਾਡੀ ਜੋਤ ਹੈ। हे ਮੇਰੇ ਦਾਤਾ ਧਾਰ ਰਹੇ ਹੋ ਸੁਆਮੀ ਓਥ ਪੋਥ
ओत पोत का मतलब होता है कोई कोई कपड़ा जो बुनना ते पहले एक धागा हॉरिजॉन्टल थ्रेड आंदी है, फिर एक वर्टिकल आंदी है, फिर एक वर्टिकल आंदी है, फिर एक हॉरिजॉन्टल आंदी है, फिर वो दाना जो बुनना पेश करदा है, फिर करदे इतना गहरा हो जाता है एक टाइम ते कि बंदे नूं पता ही नहीं लगता कि कितना वो पता वो लाइनां नजर ही नहीं आंदियां जिहड़ियां जदों कपड़ा बुनिया जांदा जदों। एंड हायर द थ्रेड काउंट the difficult it is to see the कि किथे ਉਹ thread cross ਹੋ ਰਹੀਆਂ ਜਿਹੜੀਆਂ ਧਾਰ ਰਹੇ ਹੋ स्वामी ओत पोत ਤੁਸੀਂ ओत पोत ਦੀ ਤਰ੍ਹਾਂ ਹੈ ਮੇਰੇ ਦਾਤਾ ਤੁਸੀਂ ਥਿਆ ਰਹੇ ਹੋ ਤੇ ਮੇਰੇ ਅੰਦਰ ਵੀ ਜਿਹੜੇ ਭਰਮ ਜਿਹੜੇ ਪਏ ਹਨ ਜਿਹੜੇ गुर प्रसाद भरम का नाश नानक तिन में ए विश्वास ए परमात्मा देन वाला है विश्वास परमात्मा सिदक बख्शण वाला है गुरु सिदक बख्शण वाला है। ਤੁਹਾਡੀ ਕਿਰਪा ਹੋਵੇ ਕਿਸੇ ਤੇ ਗੁਰ ਪ੍ਰਸਾਦ ਤੁਹਾਡੀ ਕਿਰਪਾ ਹੋਵੇ ਤੇ ਇਹਨਾਂ ਭਰਮਾਂ ਦਾ ਨਾਸ ਹੋ ਜਾਂਦਾ ਹੈ ਕਿ ਮੈਂ ਕਰ ਰਿਹਾ ਕੁਝ ਪ੍ਰਮਾਤਮਾ ਨਹੀਂ ਕਰ ਰਿਹਾ। ਇਹ ਮੇਰੇ ਦਾਤਾ ਕਰਨ ਕਰਾਉਣ ਵਾਲੇ ਕਰਤਾ ਪੁਰਖ ਤੁਸੀਂ ਹੋ ਹੋਰ ਕੋਈ ਨਹੀਂ। ਤੇ ਅਗਲੀ ਦੇਖੋ ਇਹਨਾਂ ਲਾਈਨਾਂ ਵਿੱਚ ਮੈਂ ਪੂਰਾ ਨਹੀਂ ਜਾਣਾ ਪਰ ਤੁਸੀਂ ਦੇਖੋਗੇ ਅੱਗੇ ਜਾ ਕੇ ਵੀ ਇਹਨਾਂ ਸਾਇਰਾਂ ਵਿੱਚ ਇਹੀ ਸੀ ਗੱਲ ਨੂੰ ਕਰਨਗੇ ਕਿ ਕਰਨ ਕਰਾਉਣ ਵਾਲਾ ਹੋਰ ਕੋਈ ਨਹੀਂ ਹੈ। ਉਹ ਇਹ ਲਾਈਨ ਮੈਨੂੰ ਬੜੀ ਮੇਰੀ ਫੇਵਰੇਟ ਹੈ ਵਾਲੀ कि ये तेरी मर्जी है तू कितना विस्तार करना है तिस भावे तां करे विस्तार तेरी मर्जी है तो तू जिन्ना मर्जी विस्तार कर लवे पर जे तेरी मर्जी ना होवे दाता जे तेरी मर्जी संकोचन दी होवे जे तेरी मर्जी डिस्ट्रक्शन दी होवे ते तिस भावे तां एक अंकार ते तेरी मर्जी होवे तो तू संकोच लवे तू सब कुछ एक कर लवे वो तेरी मर्जी नाल चलता है ये तेरी कला है। अगे जाके नंबर 6 विच भी तो होर क्लैरिटी दे दिंदे हैं कि सर्वभूत आप वरतारा सारे शरीरां विच तुसीं आप वरतदे हो ते अगली किसी नूं भरम ना रह जाए सर्ब नैन आप पेखनहारा सारे दी अखां विच तुसीं आप देखदे हो अखां तुहाड़ियां हैं साड़ियां नहीं ते ये जिहड़ी समग्री देख रहे हो जिहड़ी आस-पास सगल समग्री जाका तना तन कहंदे हैं शरीर नूं कहंदे ने ओहदा तन किथे है परमात्मा दा परमात्मा का शरीर उसकी क्रिएशन है जिन्नी समग्री जिहड़ी नजर आ रही है जो नहीं दे नजर आ रही है ये ओहदा तन है। सो ये हुण फिर लंबा हो जाएगा if I go through the whole अष्टपदी though I'm going to stop sharing because time मिलिया तो entire 23rd अष्टपदी डिस्कस करने वाली है पर 23rd अष्टपदी विच एक बहुत गहराई नाल उस करते पुरख दी कॉन्सेप्ट नूं गुरु गोबिंद महाराज जाके डिफाइन करते हैं समझाते हैं साडे वर्गे कि नजर ना आने वाला ते नजर आने वाले विच हर जगह समान वाला वो है और कोई भी नहीं है। इस गल नूं जितनी जल्दी समझ आ जाए वो ही बेटर है। ते लास्ट विच मैं बिफोर ए कंक्लूड करते पुरख दा चैप्टर मेरा एक फेवरेट शब्द है शब्द हजारे विचों कलगीधर पातशाह दी बाणी दसम पातशाह दी बाणी विचों महाराज उत्थे शब्द हजारे दी बाणी विच बहुत क्लैरिटी दे दिंदे हन कि क्रिएटर जिहड़ा वै क्रिएशन जिहड़ी है क्रिएटर तो बिना नहीं है मैं जानदा ही नहीं उसको ते वर्ड आए हन बिन करतार ना कीर्तन मानो ये कलगीधर पिता दे दसम पिता दी बाणी विचों शब्द हजारे विचों वर्ड है कल्याण राग दा शब्द है दसम बाणी विचों बिन करतार ना कीर्तन मानो मैं कीर्तन मनदा ही नहीं है करतार तो सिवाए क्रिएशन नूं मनदा ही नहीं करतार तो सिवाए क्योंकि तेरी क्रिएटर तो बिना क्रिएशन नहीं है कोई ते क्रिएशन तो बिना क्रिएटर नहीं है। सो एक करता पुरख दी टोटल एनालिसिस करता पुरख दी डेफिनेशन है ते ए पुरख रूप विच ते करता पुरख नूं अगर भाई साहब भाई वीर सिंह हरी संथ्या विच करते पुरख दा साधन पक्ष लिखिया उन्होंने पढ़ना कदी आप भी थोड़ी हिम्मत करके पढ़िया करो वॉल्यूम नंबर 1 संथ्या दी ते बड़ा सोहना लेख उन्होंने लिखिया उते करता पुरख दी जिहड़ा साधन पक्ष लिखिया उन्होंने भी जे बंदा सवेरे उठ के सिर्फ करता पुरख ही ध्याए अगर और कुछ ना कहे तो उहदे भी बड़े लाभ हैं बड़े वो पुरख दी अवस्था जिहड़ी है तुहाडे अंदर महसूस होएगी तुहानू बार बार करता पुरख कहण नाल बार बार करता पुरख कहण नाल उस क्रिएटर दियां जिहड़ियां फीलिंग जिहड़ियां हैं उस क्रिएटर दी तुहानू महसूस होएगा क्रिएटर तुहाडे अगे पिछे है तुसी हजूरी वाली जिंदगी जीनी शुरू कर दिओगे
ਕਿਉਂਕਿ ਕਰਤਾ ਪੁਰਖ ਨੂੰ ਬਾਰ-ਬਾਰ ਜਾਪ ਕਰਨ ਵਾਲਾ ਬੰਦਾ ਉਹ ਮਹਿਸੂਸ ਕਰਦਾ ਹੈ ਉਹਦੀ ਬੀਇੰਗ ਨੂੰ ਤੁਹਾਡੇ ਆਸ-ਪਾਸ। ਅੰਦਰ ਵੀ ਮਹਿਸੂਸ ਕਰੋਗੇ ਉਸਨੂੰ ਤੇ ਬਾਹਰ ਵੀ ਮਹਿਸੂਸ ਕਰੋਗੇ ਉਸਨੂੰ। ਜੇ ਇਹਦਾ ਜਾਪ ਨਿਰੰਤਰ ਹੋਏਗਾ ਮੂਲ ਮੰਤਰ ਦਾ, ਤੇ ਇਸ ਮੂਲ ਮੰਤਰ ਦੇ ਜਾਪ ਦੇ ਨਾਲ, ਕਰਤਾ ਪੁਰਖ ਦੇ ਜਾਪ ਦੇ ਨਾਲ ਉਸ ਪ੍ਰਮਾਤਮਾ, ਉਸ ਸਰਬ ਸ਼ਕਤੀਮਾਨ, ਉਸ ਤਾਕਤ ਦੀ, ਉਸ ਨਾਮ ਦੀ, ਉਸ ਸਤ ਸਈਆ ਦੀ ਤੁਹਾਨੂੰ ਅੰਦਰੋਂ ਤੇ ਬਾਹਰ ਉਹਦੀ ਪ੍ਰੈਜ਼ੈਂਸ ਜਿਹੜੀ ਹੈ, ਉਹਦੀ ਪ੍ਰੈਜ਼ੈਂਸ ਨੂੰ ਫੀਲ ਸਟਰੋਂਗਲੀ ਕਰੋਗੇ ਤੁਸੀਂ ਤੇ ਹਜ਼ੂਰੀ ਵਿੱਚ ਜੀਣਾ ਸਿੱਖੋਗੇ। ਹਜ਼ੂਰੀ ਵਿੱਚ ਜੇ ਨਾ ਜੀਏ, ਗੁਰੂ ਨਾਨਕ ਦੇਵ ਜੀ ਹਿਸਾਬ ਦੇ ਨਾਲ ਜਿਹੜਾ ਬੰਦਾ ਹਜ਼ੂਰੀ ਚ ਨਹੀਂ ਜਿੰਦਾ ਉਹ ਸਿੱਖ ਨਹੀਂ ਹੈ, ਹਜ਼ੂਰੀ ਵਿੱਚ ਨਾ ਜੀਣ ਵਾਲਾ। ਬੜੇ ਕੀਰਤਨੀਏ ਭਾਈ ਅਵਤਾਰ ਸਿੰਘ ਹੋਰੀ ਬੜੀ ਵਾਰੀ ਸਾਡੇ ਘਰ ਆਏ ਹਨ। ਸ਼ੁਰੂ ਤੋਂ ਮੇਰੀ ਕਿਸਮਤ ਬੜੀ ਚੰਗੀ ਹੈ, ਉਹਨਾਂ ਦੇ ਨਾਲ ਬੜਾ ਟਾਈਮ ਮੈਂ ਸਪੈਂਡ ਕੀਤਾ। ਉਹ ਮੈਨੂੰ ਹਮੇਸ਼ਾ ਇਹ ਗੱਲ ਕਿਹਾ ਕਰਦੇ ਸਨ ਇੱਕ ਵਾਰੀ ਕਿ ਹਮੇਸ਼ਾ ਕੀਰਤਨ ਤੇ ਹੋਰ ਕੁਝ ਕਰੋ ਨਾ ਕਰੋ, ਕੀਰਤਨ ਹਮੇਸ਼ਾ ਹਜ਼ੂਰੀ ਵਿੱਚ ਹੋਵੇ। ਤੇ ਕਹਿੰਦੇ ਜਦੋਂ ਆਪ ਕੀਰਤਨ ਕਰਦੇ ਸਨ, ਜਦੋਂ ਤੇ ਆਪ ਕੀਰਤਨ ਕਰਨ ਦੇ ਟਾਈਮ ਕੁਲਤਾਰ ਵੀ ਜੀ ਵੀ ਸੇਮ ਕਰਦੇ ਹਨ। ਕਹਿੰਦੇ ਨੇ ਕਿ ਅੱਖਾਂ ਮੁੰਦ ਕੇ ਇੱਕ ਵਾਰੀ ਇਹ ਸੋਚ ਲੈਂਦੇ ਸੀ ਕਿ ਗੁਰੂ ਜੀ ਦੇ ਪਿਤਾ ਸਾਹਮਣੇ ਬੈਠ ਕੇ ਮੇਰਾ ਕੀਰਤਨ ਸੁਣਦੇ ਪਏ, ਨਾਲ ਬੈਠੇ ਮੇਰੇ, ਤੇ ਆਪਣੇ ਫਾਦਰ ਨੂੰ ਯਾਦ ਕਰਦੇ ਸਨ, ਅਕਾਲ ਪੁਰਖ ਨੂੰ ਯਾਦ ਕਰਦੇ ਹਨ ਤੇ ਗੁਰੂ ਅਰਜਨ ਪਿਤਾ ਨੂੰ ਨਾਲ ਬਿਠਾ ਲੈਂਦੇ ਨੇ ਕਿ ਤੁਸੀਂ ਸਾਹਮਣੇ ਬੈਠੇ ਹੋ, ਕੋਈ ਬਿਲਕੁਲ ਸਾਹਮਣੇ ਮੇਰੇ ਬੈਠ ਕੇ ਤੁਹਾਡੇ ਸਾਹਮਣੇ ਕੀਰਤਨ ਕਰਦਾ ਪਿਆ। ਫਿਰ ਬੰਦਾ ਅਲੱਗ ਹੋ ਜਾਂਦਾ ਨਾ। ਔਰ ਇੱਕ ਗੱਲ, ਅਸੀਂ ਹੁਣ ਕਲਾਸ ਪ੍ਰੈਕਟਿਸ ਕਰਦੇ ਹਾਂ, ਕਈ ਵਾਰੀ ਸ਼ਬਦ ਪੜ੍ਹਦੇ ਹਾਂ, ਕਲਾਸ ਵਿੱਚ ਸ਼ਬਦ ਪੜ੍ਹਨੇ ਹੋ ਰਹੇ, ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਸ਼ਬਦ ਉੱਥੇ ਮਰਿਆਦਾ, ਉੱਥੇ ਡੈਕੋਰਮ ਦੂਸਰਾ ਹੈ, ਉੱਥੇ ਗੜਬੜ ਨਹੀਂ ਹੋ ਸਕਦੀ ਕਿਤੇ ਕੁਝ ਵੀ। ਘਰ ਕਲਾਸ ਵਿੱਚ ਪ੍ਰੈਕਟਿਸ ਕਰਦੇ ਹਾਂ ਗੜਬੜ ਹੋ ਜਾਂਦੀ ਹੈ ਕਿਤੇ, ਪਰ ਉੱਥੇ ਹਜ਼ੂਰੀ ਵੀ ਡੈਕੋਰਮ ਦੂਸਰਾ ਹੈ। ਤੇ ਕਰਤੇ ਪੁਰਖ ਦੀ ਜਿਹੜੀ ਅੰਦਰੋਂ ਜਿਹੜੀ ਫੀਲਿੰਗ ਜਿਹੜੀ ਹੈ, ਜਿਹੜੀ ਵਿਆਪਕਤਾ ਦੀ ਫੀਲਿੰਗ, ਜਿਹੜੀ ਪ੍ਰਮਾਤਮਾ ਦੀ ਵਿਆਪਕਤਾ ਦੀ ਫੀਲਿੰਗ ਜਿਹੜੀ ਹੈ, ਇਹ ਭਗਤੀ ਹੈ ਪ੍ਰਮਾਤਮਾ ਦੀ। ਇਹ ਇੱਕ ਦਿਨ ਚ ਨਹੀਂ ਆ ਸਕਦੀ, ਇਹ ਮੈਕੈਨੀਕਲ ਨਹੀਂ ਹੈ, ਔਰ ਇਹ ਗਿਆਨ ਦਾ ਵਿਸ਼ਾ ਵੀ ਨਹੀਂ। ਇਹ ਮੈਂ ਦੱਸ ਰਿਹਾ, 1000 ਕਿਤਾਬਾਂ ਪੜ੍ਹਨ ਦਾ ਵਿਸ਼ਾ ਨਹੀਂ ਹੈ। ਇਹ ਵਿਸ਼ਾ ਹੈ ਪਿਆਰ ਦਾ, ਇਹ ਵਿਸ਼ਾ ਹੈ ਭਗਤੀ ਦਾ, ਤੇ ਇਹ ਵਿਸ਼ਾ ਹੈ ਸਮਰਪਣ ਦਾ। ਜਿਹੜੇ ਕਰਦੇ ਹਨ ਉਹਨਾਂ ਨੂੰ ਪਤਾ ਹੈ। ਜਿਹੜਾ I'm going to stop here for a second to see if anybody has any questions. ਤੇ ਅਗਲਾ ਜਿਹੜਾ word ਜਿਹੜਾ ਹੈ ਉਹ ਨਿਰਭਉ ਹੈ, ਤੇ that will also take some time on the word nirbhau though, but I'm going to stop here on the word karta purakh and see if somebody has any questions or something though. There's a lot other examples in Gurbani you can read yourself. ਮੈਂ ਪੜ੍ਹਿਆ ਹੈ, ਉਹਨਾਂ ਤੋਂ ਚੁਣਿਆ ਹੈ, but there are so many other quotations in Gurbani on this word ਜਿਹੜੇ ਕਿ further ਗੁਰੂਆਂ ਨੇ ਇਸ ਚੀਜ਼ ਨੂੰ define ਕੀਤਾ ਹੈ, ਗੁਰੂ ਸਾਹਿਬ ਨੇ। ਹਾਂਜੀ, I'm going to stop here for a second and see if somebody has a question. Sat Shri Akal, Veer ji. ਸਤਿ ਸ਼੍ਰੀ ਅਕਾਲ ਜੀਓ, ਵੈਲਕਮ ਵੀਰ ਜੀ। Thank you. I am actually first time I am joining this particular series on Saturday. So and sorry I joined midway. ਤੇ ਵੀਰ ਜੀ ਤੁਸੀਂ ਇੱਕ ਜਿਹੜਾ ਹੁਣੇ ਟੌਪਿਕ ਡਿਸਕਸ ਕਰ ਰਹੇ ਸੀ ਉਹਦੇ ਉੱਤੇ ਇੱਕ ਕੁਐਸਚਨ ਸੀਗਾ। ਤੁਸੀਂ ਦੱਸਿਆ ਕਿ ਇੱਕ ਕਰਤਾ ਪੁਰਖ ਵਾਲੀ ਜਿਹੜੀ ਫੀਲਿੰਗ ਹੈ, ਇਸ ਨੂੰ ਮਹਿਸੂਸ ਕਰਨ ਵਾਸਤੇ ਜਿਸ ਤਰ੍ਹਾਂ ਬਾਰ-ਬਾਰ ਅਗਰ ਬੰਦਾ ਜਾਪ ਕਰੇ ਕਰਤਾ ਪੁਰਖ, ਤੇ that is one way to get that feeling. And ਤੁਸੀਂ ਇੱਕ ਦਸ਼ਮ ਗ੍ਰੰਥ ਤੋਂ ਇੱਕ ਸ਼ਬਦ ਵੀ ਦੱਸਿਆ ਹੈਗਾ, that's like your favorite. Can you kindly share some additional shabads that are focused? I think ਤੁਸੀਂ 23rd ਅਸ਼ਪਦੀ ਦੀ ਵੀ ਗੱਲ ਕਰ ਰਹੇ ਸੀਗੇ, but ਤੁਹਾਡੇ ਕੀਰਤਨ experience with ji, some shabads that really bring home, ਖਾਸ ਕਰਕੇ ਜਾਪ ਵਾਸਤੇ ਅਗਰ ਆਪਾਂ use ਕਰਨਾ ਹੋਵੇ ਕੋਈ ਸ਼ਬਦ। ਜਾਪ ਵਾਸਤੇ ਵੀ ਤੁਸੀਂ ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ, ਬਸ ਕੰਡੀਸ਼ਨ ਇੱਕੋ ਹੀ ਹੈ। ਜਿਹੜੇ ਸਿਆਣਿਆਂ ਨੇ ਇਹੀ ਕਿਹਾ ਕਿ ਜਿਹੜਾ ਵੀ ਵਰਡ ਯੂਜ਼ ਕਰੋ, ਜਿਹੜਾ ਵੀ ਸ਼ਬਦ ਚੁਣੋ, ਉਸ ਸ਼ਬਦ ਦੀ ਅੰਦਰਲੇ ਭਾਵ ਤੁਹਾਡੇ ਅੰਦਰ ਕਲੈਰਿਟੀ ਹੋਣੀ ਚਾਹੀਦੀ ਹੈ, ਉਹਦੇ ਅੰਦਰਲੇ ਭਾਵ ਦੀ। ਉਹ ਬਹੁਤ ਇੰਪੋਰਟੈਂਟ ਹੈ, ਤਾਂ ਕਿ ਜਦੋਂ ਤੁਸੀਂ ਉਹਦਾ ਜਾਪ ਕਰੋ ਸਵੇਰੇ ਉੱਠ ਕੇ
ਲੇਕਿਨ ਰਿਮੈਂਬਰ ਜਾਪ ਜਿਹੜਾ ਵਾ ਉਹ ਸਿਰਫ ਧਿਆਨ ਰੂਪ ਵਿੱਚ ਹੈ। ਹਾਂਜੀ, ਉਹ ਤੁਹਾਨੂੰ ਫੋਕਸ ਕਰਾਉਂਦਾ ਹੈ ਸਵੇਰੇ 15 ਮਿੰਟ ਵਾਸਤੇ, 10 ਮਿੰਟ ਵਾਸਤੇ ਸ਼ੁਰੂ ਵਿੱਚ, ਬਾਅਦ ਵਿੱਚ ਜ਼ਿਆਦਾ ਵੀ ਹੋ ਸਕਦਾ ਹੈ ਲੇਕਿਨ ਜਦੋਂ ਉਹ ਖਤਮ ਹੋ ਜਾਂਦਾ ਹੈ ਪੀਰੀਅਡ ਜਦੋਂ, ਤੇ ਉਹ ਫਿਰ ਉਹ ਪੂਰਾ ਜਿਹੜਾ ਬਾਕੀ ਦੇ 23.5 ਆਵਰਸ ਹਨ ਜਾਂ 23 ਆਵਰਸ ਐਂਡ 40 ਮਿੰਟਸ ਹਨ ਜਿਹੜੇ, ਉਹ ਜਿਹੜੀ ਸਟਰਗਲ ਉੱਥੇ ਹੈ ਜ਼ਿਆਦਾ। ਤੇ ਉਹ ਜਿਹੜੀ ਸਟਰਗਲ ਜਿਹੜੀ ਹੈ, ਕਿਉਂਕਿ ਉਹਦੇ ਚ ਬੰਦਾ ਕੰਮ ਚ ਫਿਰ ਰੁੱਝ ਜਾਂਦਾ, ਬੰਦਾ ਮੇਰੇ ਵਰਗੇ ਬਿਜ਼ੀ ਹੋ ਜਾਂਦੇ ਨੇ ਉੱਥੇ ਉਹ ਚਲਾ ਗਿਆ, ਪ੍ਰੋਬਲਮ ਆ ਗਈ, ਉਹ ਆ ਗਈ, ਇਹ ਆ ਗਈ। ਇਸ਼ੂ ਹੈ ਕਿ ਉਹ ਜਦੋਂ ਉਹਨਾਂ 23 ਘੰਟਿਆਂ ਵਿੱਚ ਉਹ ਕਰਤਾ ਜਿਹੜਾ ਹੈ, ਤੁਹਾਨੂੰ ਉਹ ਜਿਹੜੀ ਫੀਲਿੰਗ ਜਿਹੜੀ ਹੈ ਤੁਹਾਡੇ ਅੰਦਰ ਕੁਝ ਹੱਦ ਤੱਕ ਹੋਵੇ ਅੰਦਰ, ਕਿ ਉਹ ਪੂਰੇ 23 ਘੰਟੇ ਤੁਹਾਡੇ ਨਾਲ ਉਹ ਫੀਲਿੰਗ ਚੱਲੇ, ਤੇ ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਸਵੇਰੇ ਸਿਰਫ ਜਾਪ ਨਾਲ ਨਹੀਂ ਆਏਗੀ, ਉਹ ਨਿਰੰਤਰ ਤੁਹਾਡੇ ਅੰਦਰ ਜਦੋਂ ਚੱਲੇਗਾ, ਉਹ ਤੁਹਾਨੂੰ ਤੋਂ ਜ਼ਿਆਦਾ ਮਿਹਨਤ ਕਰਕੇ ਉਹਦੇ ਉੱਤੇ ਪ੍ਰਮਾਤਮਾ ਨਾਲ ਪਿਆਰ ਪਾ ਕੇ, ਭਗਤੀ ਵਾਲੀ ਫੀਲਿੰਗ, ਅਰਦਾਸ ਕਰਕੇ, ਕੀਰਤਨ ਕਰਕੇ, ਤਾਂ ਹੀ 5 ਬਾਣੀਆਂ ਦਾ ਪਾਠ ਇੰਪੋਰਟੈਂਟ ਹੈ, ਸਵੇਰੇ ਜਪਜੀ ਪੜ੍ਹਨੀ, ਰਹਿਰਾਸ ਦੇ ਉੱਤੇ ਫੋਕਸ ਕਰਕੇ ਐਂਡ ਐਵਰੀਥਿੰਗ, ਤਾਂ ਕਿ ਬਾਕੀ 23.5 ਘੰਟੇ ਵਿੱਚ ਵੀ ਤੁਹਾਡੀ ਜਿਹੜੀ ਆਪਣੇ ਆਪ ਨੂੰ ਤੁਸੀਂ ਰਿਮਾਈਂਡ ਕਰਾਉਂਦੇ ਰਹੋ ਹਮੇਸ਼ਾ। ਹਾਂਜੀ, ਇਹ ਸਾਧਨ ਪੱਖ ਹੈ। ਲੇਕਿਨ ਸਵੇਰੇ ਉੱਠਣ ਦਾ ਮਾਤਮ ਅਲੱਗ ਹੈ, there is no question about that। ਜਾਪ ਦੀ ਆਪਣੀ ਮਹੱਤਤਾ ਹੈ ਬੜੀ, ਅੰਮ੍ਰਿਤ ਵੇਲੇ ਦੀ ਆਪਣੀ ਮਹੱਤਤਾ ਹੈ। ਜਿਹੜੇ ਅੰਮ੍ਰਿਤ ਵੇਲੇ ਨਹੀਂ ਕਰ ਸਕਦੇ ਉਹ ਜਦੋਂ ਮਰਜ਼ੀ ਕਰ ਸਕਦੇ ਹਨ, ਜਦੋਂ ਕਈਆਂ ਦੀ ਮਜਬੂਰੀਆਂ ਹਨ, ਸਵੇਰੇ ਨਹੀਂ ਉੱਠ ਸਕਦੇ, ਕਈਆਂ ਨੂੰ ਰਾਤੀ ਦੀ ਜੌਬ ਡਿਫਰੈਂਟ, ਉਹਨਾਂ ਦੇ ਟਾਈਮਿੰਗ ਹੀ ਦੂਸਰੇ ਹੋ ਰਹੇ ਹਨ। ਸੋ ਮੈਂ ਗੱਲ ਵਿਕ ਵੀਰ ਜੀ ਦੀ ਮੈਂ ਕਲੈਰਿਟੀ ਦੇ ਦਿਆਂ ਕਿ ਜਾਪ ਜਿਹੜਾ ਹੈ ਉਹ ਇੰਪੋਰਟੈਂਟ ਹੈ ਆਪਣੀ ਜਗ੍ਹਾ ਦੇ ਉੱਤੇ, ਉਹ ਧਿਆਨ ਹੈ, ਲੇਕਿਨ ਉਹ ਥੋੜੀ ਚਿਰ ਵਾਸਤੇ ਚੱਲਦਾ ਹੈ, ਕਿਉਂਕਿ ਪੂਰਾ ਦਿਨ ਤੇ ਤੁਸੀਂ ਜਾਪ ਨਹੀਂ ਕਰ ਸਕਦੇ ਨਾ, ਉਹ ਕੰਮ ਵੀ ਕਰਨੇ ਹਨ, ਕਿਰਤ ਵੀ ਕਰਨੀ ਹੈ, ਸਾਰਾ ਮੀਟਿੰਗ ਤੇ ਵੀ ਜਾਣਾ ਹੈ, ਆਫਿਸ ਵੀ ਜਾਣਾ ਹੈ, ਘਰ ਦੇ ਜੀਆਂ ਨੂੰ ਵੀ ਦੇਖਣਾ ਹੈ, ਘਰ ਦੀ ਸੰਭਾਲਣਾ ਵੀ ਕਰਨੀ ਹੈ, ਸਭ ਕੁਝ ਕਰਦੇ ਪਏ ਹੋ ਨਾ। ਪਰ ਇੱਥੇ ਇਸ਼ੂ ਹੈ ਕਿ ਸਭ ਕੁਝ ਕਰਦਿਆਂ ਹੋਇਆਂ ਵੀ ਉਹ ਭੁੱਲੇ ਨਾ, ਉਹਦੀ ਹੋਂਦ ਤੁਹਾਡੇ ਅੰਦਰ ਰਵੇ। ਔਰ ਇਹ ਪ੍ਰੋਸੈਸ ਹੈ, ਇਹ ਇੱਕ ਦਿਨ ਚ ਨਹੀਂ ਹੋਣ ਵਾਲਾ। ਜਿਹਦੇ ਅੰਦਰ ਜਿਹੜਾ ਬਾਣੀ ਦੇ ਜ਼ਿਆਦਾ ਕਲੋਜ਼ਰ ਹੈ ਉਹ ਜ਼ਿਆਦਾ ਕਲੋਜ਼ ਮਹਿਸੂਸ ਕਰਦੇ ਹੋ ਉਸਨੂੰ, ਔਰ ਡਿਪੈਂਡ ਕਰਦਾ ਹੈ ਕਿ ਕਿੰਨੀ ਵਾਰੀ ਅਰਦਾਸ ਕੀਤੀ ਹੈ, ਕਿੰਨੀ ਵਾਰੀ ਇਹ ਦਾਨ ਮੰਗਿਆ ਤੁਸੀਂ ਪ੍ਰਮਾਤਮਾ ਕੋਲੋਂ, ਕਰਤਾ ਪੁਰਖ ਵਾਲਾ। ਤੇ ਹਾਂਜੀ ਵੀਰ ਜੀ। ਹਾਂਜੀ, So ਮੈਂ ਢੂੰढਣੇ ਦੂਸਰੇ ਕੋਸ਼ਿਸ਼ ਕਰਾਂਗੇ ਵੀਰ ਜੀ ਕਿ ਮੈਂ I might try to look up little more shabads on that. I will definitely try to look at. I'm sorry, ਤੁਹਾਡਾ ਇੱਕ ਹੋਰ ਟੈਕਸਟ ਆਇਆ ਸੀ, I couldn't reply back. I apologize for that. I will no get problem. back to you on that one too. Yeah. Right, but just to quickly follow up on what you just explained, Veerji. So मेरे personal experience ਦੇ ਵਿੱਚ ਬੜੇ ਸਾਲਾਂ ਤੋਂ ਮੈਂ ਜਾਪ ਕਰਨਾ ਹਾਂ, ਤੇ ਹੁਣ ਜਿਸਾਂ ਕੀਰਤਨ workshops ਦੇ through what I have realized that the singing process is easier to remember throughout the day. Jis tarah tune chaldi hegi, so that's the reason I asked you this. So basically the jap in my mind can be either as a recited jap, or it can be the mental tune that is ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਬਿਲਕੁਲ ਚੇਤੇ ਆਉਣ ਅਲੱਗ-ਅਲੱਗ ਤਰੀਕੇ ਹੈਗੇ ਨੇ ਉਹਦੇ ਚੇਤੇ ਆਉਣ ਦੇ। ਬਿਲਕੁਲ so ਕੀਰਤਨ ਵੀ ਜਾਪ ਹੈ, ਬਿਲਕੁਲ ਠੀਕ ਗੱਲ ਹੈ, ਐਬਸੋਲੂਟਲੀ, yeah, 100%. so that's the reason I was thinking about this. ਕੀਰਤਨ ਵੀ ਜਾਪ ਹੈ, ਬਟ ਕਈ ਕੀਰਤਨ ਨਹੀਂ ਕਰਨਾ ਆਉਂਦਾ ਕਈਆਂ ਨੂੰ, ਸੋ ਉਹ ਫਿਰ ਉਹਨਾਂ ਵਾਸਤੇ ਇਹੋ ਜਿਹਾ ਜਾਪ ਹੈ। ਪਰ ਬਾਣੀ ਪੜ੍ਹਨੀ ਵੀ ਜਾਪ ਹੈ, ਕੀਰਤਨ ਕਰਨਾ ਵੀ ਜਾਪ ਹੈ, ਕੀਰਤਨ ਸੁਣਨਾ ਵੀ ਜਾਪ ਹੈ, ਬਾਣੀ ਦੀ ਵਿਆਖਿਆ ਜਾਂ ਵਿਚਾਰ ਸੁਣਨੀ ਵੀ ਜਾਪ ਹੈ, ਹੁਣ ਵੀ ਜਾਪ ਹੈ, ਸਾਰਾ ਜਾਪ ਹੈ ਸਾਰਾ। ਸੋ ਹਾਂਜੀ, so I want to, if nobody has any other question, I'd like to move on to the next topic. ਹਾਂਜੀ, okay ji, so it's 9:30, I still have some time, so I like to move on to the next chapter next. So ਹੁਣ ਤੱਕ ਜਿਹੜੀ ਡਿਸਕਸ਼ਨ ਜਿਹੜੀ ਆਈ ਹੈ ਉਹ ਕਰਤੇ ਦੀ ਤੇ ਪੁਰਖ ਦੀ, ਤੇ ਪਹਿਲੇ ਜਿਹੜੇ 4 ਵਰਡ ਆਏ ਹਨ ਉਹ ਡਿਸਕਸ ਅਸੀਂ ਕੀਤਾ। ਤੇ ਹੁਣ ਅਗਲੇ ਜਿਹੜੇ ਵਰਡ ਜਿਹੜੇ ਹਨ, ਜਿਹੜੇ ਮੈਂ ਅੱਜ ਇੰਟਰੋਡਿਊਸ ਕਰਨੇ ਹਨ ਵਰਡ, ਉਹ ਨਿਰਭਉ ਵਰਡ ਹੈ। ਤੇ ਵੈਸੇ ਤੇ ਨਿਰਭਉ ਵਰਡ ਦੇ ਮੀਨਿੰਗ ਬੜੇ ਸਿੰਪਲਿਸਟਿਕ ਹਨ ਬੜੇ, ਤੇ I still have at least half an hour more though। ਤੇ ਨਿਰਭਉ ਵਰਡ ਦੇ ਜਿਹੜੇ ਲਿਟਰਲ ਮੀਨਿੰਗ ਨਿਰਭਉ ਦੇ ਬੜੇ ਸਿੰਪਲ ਹਨ। ਭਉ ਮਤਲਬ ਡਰ ਹੈ, ਤੇ ਨਿਰ ਮਤਲਬ ਡਰ ਤੋਂ ਬਿਨਾਂ, ਭਾਵ ਜਿਹਦੇ ਚ ਕੋਈ ਡਰ ਨਾ ਹੋਵੇ। ਤੇ ਪ੍ਰਮਾਤਮਾ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਵਿਦਆਊਟ ਫੀਅਰ ਹੈ।
ਸੋ ਭੈ ਤੋਂ ਰਹਿਤ ਹੈ ਸੋ ਇੱਥੇ ਹੁਣ ਪ੍ਰੋਬਲਮ ਆ ਜਾਂਦੀ ਹੈ ਕਿ ਡਰ ਜਿਹੜਾ ਹੈ ਕੀ ਐਕਚੁਅਲੀ, ਉਹ ਡਰ ਕਿੱਥੋਂ ਪੈਦਾ ਹੁੰਦਾ ਹੈ ਤੇ ਨਿਰਭਉ ਦੀਆਂ ਬੜੀਆਂ ਵੈਸੇ ਬਾਣੀ 'ਚ ਬੜੀਆਂ ਕੋਟੇਸ਼ਨਸ ਵੀ ਹਨ, ਥੋੜੀਆਂ ਜਿਹੀਆਂ ਮੈਂ ਵੀ ਦਿਆਂਗਾ ਅੱਜ ਸਮਝਾਉਣ ਦੀ ਕੋਸ਼ਿਸ਼ ਜਿੰਨੇ ਮੇਰੇ ਕੋਲ ਹੋ ਸਕੇ। ਇੱਕ ਸ਼ਬਦ ਭੈ ਦੇ ਉੱਤੇ ਜ਼ਿਆਦਾ ਪਪੂਲਰ ਹੈ, ਮੈਂ ਡਰ ਦੇ ਉੱਤੇ ਨੈਕਸਟ ਟਾਈਮ ਸ਼ੇਅਰ ਕਰਾਂਗਾ ਮੈਂ ਨੈਕਸਟ ਸੰਡੇ ਨੂੰ, ਨਾਟ ਦਿਸ ਸੰਡੇ। ਤੇ ਡਰ ਦਾ ਜਿਹੜਾ ਕਨਸੈਪਟ ਗੁਰਬਾਣੀ ਵਿੱਚ ਜਿਹੜਾ ਆਇਆ ਹੈ, ਵੈਸੇ ਦੋ ਤਰ੍ਹਾਂ ਦੇ ਡਰ ਗੁਰਬਾਣੀ ਚ, ਆਈ ਵਿਲ ਡਿਸਕਸ ਦੈਟ ਆਲਸੋ, ਬਟ ਪਹਿਲੇ ਇਸ ਡਰ ਨੂੰ ਲਈਏ। ਡਰ ਦਾ ਇਸ਼ੂ ਕੀ ਹੈ ਵੈਸੇ? ਡਰ ਜਿਹੜਾ ਹੈ ਗੁਰਬਾਣੀ ਦੇ ਹਿਸਾਬ ਦੇ ਨਾਲ, ਡਰ ਜਿਹੜਾ ਹੈ ਜਾਂ ਭੈ ਜਿਹੜਾ ਹੈ, ਉਹ ਪੈਦਾ ਹੁੰਦਾ ਹੈ ਉਹਨਾਂ ਤੋਂ ਜਿਹੜੇ ਤੁਹਾਡੇ ਦੀ ਜਾਂ ਇਕੁਅਲ ਹਨ ਤੇ ਜਾਂ ਤੁਹਾਡੇ ਤੋਂ ਬਹੁਤ ਤਾਕਤਵਰ ਹਨ ਜ਼ਿਆਦਾ, ਜਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਕੋਈ। ਸੋ ਫॉर एग्जांपल ਜੇ ਤੁਹਾਡੇ ਕੋਲ ਸਾਹਮਣੇ ਕੀੜੀ ਆ ਜਾਏ ਤਾਂ ਡਰ ਨਹੀਂ ਲੱਗਦਾ ਤੇ ਕੋਈ ਉਹਦੇ ਤੋਂ ਕੋਈ ਡਰ ਮਹਿਸੂਸ ਨਹੀਂ ਹੁੰਦਾ, ਪਰ ਜੇ ਕੋਈ ਤੁਹਾਡੇ ਸਾਹਮਣੇ ਕੋਈ ਵੱਡਾ ਜੰਗਲੀ ਜਾਨਵਰ ਆ ਜਾਏ, ਕੋਈ ਜਾਂ ਕੋਈ ਸ਼ੇਰ ਆ ਜਾਏ, ਕੋਈ ਆ ਜਾਏ, then of course the situation changes। ਜਾਂ ਕੋਈ ਇਹੋ ਜਿਹਾ ਜਾਨਵਰ ਆ ਜਾਏ ਜਿਹਦੇ ਚੋਂ ਤੁਹਾਨੂੰ ਨੁਕਸਾਨ ਪਹੁੰਚ ਸਕਦਾ, ਕੋਈ ਸੱਪ ਆ ਜਾਏ, ਕੋਈ ਬਿੱਛੂ ਆ ਜਾਏ, ਤੇ ਬੰਦਾ ਫਿਰ ਉਸ ਚੀਜ਼ ਤੋਂ ਡਰ ਜਾਂਦਾ ਹੈ। ਉਸ ਚੀਜ਼ ਤੋਂ ਕਿਉਂ ਡਰ ਜਾਂਦਾ ਹੈ? ਬਿਕਾਜ਼ ਯੂ ਫੀਅਰ is considered ਕਿ ਇਹ fear mechanism ਹੈ, ਬਾਡੀ ਦੀ ਰਿਐਕਟ ਕਰਦੀ ਹੈ ਵੀ ਇਸ ਤੋਂ ਬਚਾਵ ਕਰ ਲਓ ਆਪਣਾ ਤੁਸੀਂ, ਹਾਂਜੀ, ਤੇ ਬਚਾਵ ਦੇ ਟਾਈਮ ਦੇ ਜਣ ਉਹ ਡਰ ਆ ਜਾਂਦਾ। ਸੋ ਇਹਦਾ ਮਤਲਬ ਉਹ ਡਰ ਦੇ ਗਲਤ ਮੀਨਿੰਗ ਨਹੀਂ ਕੱਢਣੇ ਕਿਸੇ ਨੇ, ਹੈ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਮੈਂ ਵੀ ਨਿਰਭਉ ਬਣ ਜਾਗਾ ਇੱਕ ਦਿਨ, ਪ੍ਰਮਾਤਮਾ ਨੂੰ ਧਿਆ ਕੇ ਡਰ ਜਾਗਾ ਤੇ ਮੇਰੇ ਸਾਹਮਣੇ ਸ਼ੇਰ ਮੈਨੂੰ ਖਾਣ ਆ ਜਾਏ ਤੇ ਮੈਂ ਆਪਣੇ ਆਪ ਬਚਾਅ ਵੀ ਨਾ ਕਰਾਂ ਹੁੰਦਾ, ਹੈ ਨਹੀਂ, ਕਿ ਮੈਂ ਨਿਰਭਉ ਹਾਂ, ਮੈਨੂੰ ਡਰ ਨਹੀਂ ਲੱਗਦਾ ਸ਼ੇਰ ਆਣਾ ਤੇ ਆ ਜਾਏ ਮੇਰੇ ਉੱਤੇ। ਨਹੀਂ, ਉਹ ਨਹੀਂ ਹੈ, ਉਹ ਨਿਰਭਉ ਦੀ ਡੈਫੀਨੇਸ਼ਨ ਨਹੀਂ ਹੈ। ਇੱਥੇ ਆਪਣੇ ਦਿਮਾਗ ਨਾਲ ਸੋਚਣਾ ਹੈ ਤੁਸੀਂ। ਨਿਰਭਉ ਦੀ ਡੈਫੀਨੇਸ਼ਨ ਹੈ ਕਿ ਉਹ ਡਰ, ਜਿਹੜੇ ਖੋਟੇ ਡਰ ਜਿਹੜੇ ਹਨ, ਜਿਹੜੇ, ਕਿਉਂਕਿ ਪ੍ਰਮਾਤਮਾ, ਪ੍ਰੋਬਲਮ ਹੈ ਕਿ ਪ੍ਰਮਾਤਮਾ ਸਭ ਨੂੰ ਕ੍ਰੀਏਟ ਕਰਨ ਵਾਲਾ ਹੈ ਸਾਰਾ ਕੁਝ, ਹਾਂਜੀ। ਜੇ ਪ੍ਰਮਾਤਮਾ ਕ੍ਰੀਏਟ ਕਰਨ ਵਾਲਾ ਹੈ ਸਾਰਾ ਕੁਝ ਦੇਣ ਵਾਲਾ ਹੈ, ਦਾਤਾ ਕਰਤਾ ਹੈ, ਪੁਰਖ ਵੀ ਹੈ, ਸਭ ਨੂੰ ਬਣਾਉਣ ਵਾਲਾ ਹੈ, ਤੇ ਉਸ ਤੋਂ ਉੱਪਰ ਤੇ ਕੋਈ ਵੀ ਨਹੀਂ ਹੋਰ, ਹਾਂਜੀ। ਬਿਲਾਵਲ ਦਾ ਇੱਕ ਸ਼ਬਦ ਹੈ ਮਹੱਲੇ ਤੀਜੇ ਦਾ, ਕਿਸਤੇ ਉੱਪਰ ਨਾ ਹੀ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਉਹਦੇ ਉੱਪਰ ਕੋਈ ਹੈ ਕੋਈ, ਇਹ ਤੇ ਕਿਤੋਂ ਡਰ ਹੋਏਗਾ ਉਹਦਾ? ਕੌਣ ਡਰੇ ਡਰ ਕਿਸਕਾ ਹੋਏ, ਡਰ ਕਿੱਥੋਂ ਆਏਗਾ ਉਹਦੇ ਕੋਲ? ਡਰ ਉਹਦੇ ਤੋਂ ਆਏ ਨਾ ਜਿਹੜਾ ਉਸ ਤੋਂ ਕੋਈ ਵੱਡਾ ਹੋਏ ਤਾਂ ਪ੍ਰਮਾਤਮਾ ਉਸ ਤੋਂ ਡਰੇ। ਤੇ ਜੇ ਉਸ ਪਰਵਰਦਿਗਾਰ ਨੇ, ਉਸ ਅੱਲਾ ਨੇ, ਉਸ ਗॉड ਨੇ, ਉਸ ਵੱਡੀ ਸ਼ਕਤੀ ਨੇ ਸਾਰਾ ਕੁਝ ਹੀ ਪੈਦਾ ਕੀਤਾ ਹੈ, ਤੇ ਫਿਰ ਉਹਦੇ ਪੈਦੇ ਹੋਏ ਜੀਵਾਂ ਤੋਂ ਉਹਨੂੰ ਡਰ ਕਿਸ ਗੱਲ ਦਾ ਹੋਏ? ਕਿਉਂ ਡਰੇ ਉਹ ਕਿਸੇ ਚੀਜ਼ ਤੋਂ? ਕਿਸੇ ਚੀਜ਼ ਤੋਂ ਡਰ ਕਿਉਂ ਲੱਗੇ ਉਸਨੂੰ? ਤੇ ਇੱਕ ਗੱਲ ਮੈਂ I should say this because this is very important though, ਕਿ ਇਹ ਜਿਹੜੀਆਂ ਗੱਲਾਂ ਹੁਣ ਜਿਹੜੇ ਐਟਰੀਬਿਊਟਸ ਜਿਹੜੇ ਡਿਫਾਈਨ ਕਰਦੇ ਪਏ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਪਹਿਲੇ ਕਰਤਾ ਪੁਰਖ ਹੈ, ਫਿਰ ਨਿਰਭਉ ਹੈ, ਫਿਰ ਨਿਰਵੈਰ ਹੈ, ਫਿਰ ਅਕਾਲ ਹੈ, ਫਿਰ ਮੂਰਤ ਹੈ, ਹਾਂਜੀ। ਇਹ ਸਾਰੇ ਆਣਗੇ ਵਰਡ ਹੌਲੀ ਕਰਕੇ in the following weeks। ਤੇ ਇਹ ਨਾ ਸਮਝ ਲੈਣਾ ਕਿ ਇਹ ਵਰਡ ਸਿਰਫ ਪ੍ਰਮਾਤਮਾ ਤੇ ਲਾਗੂ ਹੁੰਦੇ ਨੇ, ਜਿਹੜੇ ਇਹ ਭੁਲੇਖੇ ਨਾ ਰੱਖਣਾ ਆਪਣੇ ਮਨ ਵਿੱਚ ਕਿ ਇਸੇ ਵਾਸਤੇ ਲਿਖਿਆ ਨਹੀਂ ਕਿ ਤੁਹਾਨੂੰ ਜਾਣੂ ਕਰਨ ਵਾਸਤੇ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਪ੍ਰਮਾਤਮਾ ਤੇ ਲਾਗੂ ਹੁੰਦੀਆਂ ਹਨ। ਇਹ ਖਾਲੀ that was not the reason that we are talking all this about. We all know that the reason we are talking about is because ਤੁਸੀਂ ਵੀ ਇੱਕ ਟਾਈਮ ਜਦੋਂ ਆਏ, ਜਦੋਂ ਉਸਨੂੰ ਜਪ ਕੇ, ਉਸਨੂੰ ਧਿਆ ਕੇ ਤੁਸੀਂ ਵੀ ਨਿਰਭਉ ਬਣ ਜਾਓ, ਤੁਸੀਂ ਵੀ ਨਿਰਵੈਰ ਬਣ ਜਾਓ, ਤੁਸੀਂ ਵੀ ਅਕਾਲ ਬਣ ਜਾਓ, ਤੁਸੀਂ ਵੀ ਮੂਰਤ ਬਣ ਜਾਓ, ਤੁਸੀਂ ਵੀ ਪੁਰਖ ਵਿੱਚ ਸਮਾ ਜਾਓ, ਤੁਸੀਂ ਵੀ ਸਹਿਭੰਗ ਵਿੱਚ ਸਮਾ ਜਾਓ, ਤੁਹਾਡਾ ਵੀ ਰੂਪ ਇਹੀ ਹੋ ਜਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਪੰਚਮ ਪਿਤਾ ਸੁਖਮਨੀ ਬਾਣੀ ਵਿੱਚ ਥੈਂਕ ਗॉड ਕਿ ਉਹ ਪੂਰੀ ਅਸ਼ਟਪਦੀ ਇਸ ਟੌਪਿਕ ਤੇ ਉਹਨਾਂ ਨੇ ਡਿਵੋਟ ਕੀਤੀ, ਪੂਰੀ ਅਸ਼ਟਪਦੀ 21st ਅਸ਼ਟਪਦੀ, ਸਾਰੀ ਦੀ ਸਾਰੀ 21st ਅਸ਼ਟਪਦੀ ਇਸ ਟੌਪਿਕ ਤੇ ਡਿਵੋਟਡ ਹੈ। ਕਿਉਂ? ਕਿਉਂਕਿ ਮਹਾਰਾਜ ਨੇ ਦੇਖਿਆ ਕਿ ਇਹ ਨਾ ਕਿਧਰੇ ਕੋਈ ਸਿੱਖ ਸਮਝ ਲੈ ਕਿ ਇਹ ਆਪ ਦੀ ਨਿਰੰਪਰ ਹੈ, ਆਪ ਅਪਰੰਪਰ ਹੈ, ਆਪ ਨਿਰਲੇਪ ਹੈ, ਆਪ ਸੱਚਾ ਹੈ, ਆਪ ਕਰਤਾ ਹੈ, ਆਪ ਨਿਰਵੈਰ ਹੈ, ਆਪ, ਤੇ ਸਾਨੂੰ ਕੀ ਫਰਕ ਪੈ ਜਾਏਗਾ ਉਹਦੇ ਨਾਲ? ਫਿਰ ਜੇ ਆਪ ਨਿਰਵੈਰ ਹੈ ਤੇ, ਹਾਂਜੀ, ਸਾਨੂੰ ਤਾਂ ਕੋਈ ਦੇਣ ਨਹੀਂ ਵਾਲਾ। ਇਹ ਕੋਈ ਆਮ ਜ਼ਿੰਦਗੀ ਵਾਲੀ ਰਿਲੇਸ਼ਨਸ਼ਿਪ ਤੇ ਨਹੀਂ ਹੈ। ਹੁਣ ਦੇਖੋ, ਇੱਕ ਬੰਦਾ ਹੋਵੇ ਜਿਹਦੇ ਕੋਲ ਬੜੇ ਪੈਸੇ ਹੋਣ, ਹਾਂਜੀ, ਵੈਸੇ ਹੀ ਪੈਸੇ ਵਾਲੇ ਬੰਦਿਆਂ ਨਾਲ ਸਾਰੇ ਦੋਸਤੀ ਕਰਨਾ ਚਾਹੁੰਦੇ ਨੇ ਜੀ, ਤੇ ਤੁਸੀਂ ਉਹਦੇ ਫਰੈਂਡ ਬਣ ਜਾਓ,
ਤੇ ਫਰੈਂਡ ਬਣਨ ਤੋਂ ਬਾਅਦ ਤੁਹਾਡੇ ਉਹਨੇ ਪੈਸੇ ਨਹੀਂ ਤੁਹਾਨੂੰ ਦੇ ਦੇਣੇ ਕਿਤੇ, ਉਹ ਬੱਚਿਆਂ ਨੂੰ ਪੈਸੇ ਦੇ ਕੇ ਜਾਏਗਾ ਆਪਣੇ, ਤੁਹਾਨੂੰ ਤੇ ਨਹੀਂ ਦੇਣੀ ਉਸਨੇ ਕੋਈ। ਫਰੈਂਡਸ਼ਿਪ ਤੁਹਾਡਾ ਰੱਖੇਗਾ, ਤੁਸੀਂ 5 ਰੁਪਏ ਮੰਗੋਗੇ ਤੇ ਉਹਨੂੰ ਤਕਲੀਫ ਹੋਏਗੀ, ਬੈਸਟ ਆਫ ਦਾ ਫਰੈਂਡਸ ਹੀ ਹੋਏਗੀ ਨਾ। ਲੇਕਿਨ ਇਹ ਰੂਲ ਪ੍ਰਮਾਤਮਾ ਤੇ ਅਪਲਾਈ ਨਹੀਂ ਹੁੰਦੇ, ਇਹ ਭਗਤੀ ਵਾਲੇ ਰੂਲ, ਭਗਤੀ ਵਾਲੇ ਰਸਤੇ 'ਚ ਇਹ ਰੂਲ ਅਪਲਾਈ ਨਹੀਂ ਹੁੰਦੇ। ਇੱਥੇ ਜਦੋਂ ਬੰਦਾ ਕਰਤਾ ਪੁਰਖ ਜਪਦਿਆਂ ਕਰਤਾ ਪੁਰਖ ਵਰਗਾ ਹੋ ਜਾਂਦਾ ਹੈ, ਇੱਥੇ ਨਿਰਵੈਰ ਜਪਦਿਆਂ ਆਪ ਨਿਰਵੈਰ ਹੋ ਜਾਂਦਾ ਹੈ, ਇੱਥੇ ਨਿਰਭਉ ਜਪਦਿਆਂ ਆਪ ਨਿਰਭਉ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ ਵਰਡ ਆਏ ਸੁਖਮਨੀ ਵਿੱਚ। ਇਹੋ ਜੀ ਦੁਨਿਆਵੀ ਰਿਲੇਸ਼ਨਸ਼ਿਪ ਨਹੀਂ ਕ੍ਰੀਏਟ ਕਰਦੇ ਪਏ ਅਸੀਂ। ਇਹ ਸਾਰੇ ਐਟਰੀਬਿਊਟਸ ਤੁਹਾਡੇ ਚ ਆ ਸਕਦੇ, ਜਿਤਨੇ ਐਟਰੀਬਿਊਟਸ ਲਿਖੇ ਹੋਏ। ਭਾਵ ਜੇ ਭਗਤੀ ਕਰੇ ਬੰਦਾ ਤਾਂ, ਜੇ ਉਹ ਗੁਰ ਕੀ ਸਿੱਖ ਸੁਣੀ ਹੋਵੇ ਤਾਂ, ਇਹ ਤਾਂ ਲਿਖੇ ਨੇ ਐਟਰੀਬਿਊਟ ਸਾਰੇ। ਧੰਨ ਗੁਰੂ ਅਰਜਨ ਪਿਤਾ, ਮੈਂ ਇਹਨਾਂ ਦੌਰਾਨ ਮੈਂ ਆਈ ਵਿਲ ਮੇਕ ਸ਼ੋਰ ਕਿ ਇਸ ਮੂਲ ਮੰਤਰ ਦੀ ਡਿਸਕਸ਼ਨ ਦੌਰਾਨ ਮੈਂ 1-2 ਪਦੇ ਚੁਣਾਂਗਾ 21st ਅਸ਼ਟਪਦੀ ਵਿੱਚੋਂ, ਤੇ ਉਹਦੇ ਤੁਹਾਨੂੰ ਮੈਂ ਪ੍ਰੂਵ ਕਰਾਂਗਾ ਇਸ ਗੱਲ ਨੂੰ ਕਿ 21st ਅਸ਼ਟਪਦੀ ਵਿੱਚ ਤੇ ਨਿਰਗੁਣ ਰੂਪ ਪ੍ਰਮਾਤਮਾ ਦੀ ਡੈਫੀਨੇਸ਼ਨ ਦਿੰਦੇ ਹਨ, ਉਥੇ ਇਨਕਰੇਜ ਵੀ ਕਰਦੇ ਹਨ ਉਥੇ ਕਿ ਤੁਸੀਂ ਵੀ ਉਹਨਾਂ ਵਰਗੇ ਬਣੋ। ਜੀ ਦੇਖੋ ਪਹਿਲੀ ਲਾਈਨ ਵਿੱਚ ਕਿਸਾ ਸਟੇਜ ਸੈੱਟ ਕਰਦੇ ਹਨ ਕਿ ਜਬ ਆਕਾਰ ਹੈ ਕਛ ਨਾ ਦ੍ਰਿਸ਼ਟੇਤਾ, ਆਏ ਨਾ वर्ड सुपनी चुवाइन वर्ड है वाले, जब आकार है कछ न दृष्टेता पाप पुन तब कहते होता, जब धारी आपन सुन समाद तब बैर विरोध के संग कमात। देखो ਜਦੋਂ ਧਿਆ ਕੇ ਪ੍ਰਮਾਤਮਾ ਨੂੰ ਧਿਆ ਕੇ ਜਦ ਧਾਰੀ ਆਪਨ ਸੁਨ ਸਮਾ, ਜਦੋਂ ਇੱਕੋ ਇੱਕ ਰੂਪ ਵਿੱਚ ਪ੍ਰਮਾਤਮਾ ਸੀ, ਕੱਲਿਆ ਹੀ ਸੀ, ਜਦੋਂ ਕੋਈ ਕ੍ਰੀਏਸ਼ਨ ਨਹੀਂ ਕ੍ਰੀਏਟ ਹੋਈ ਸੀ ਹਾਲੇ, ਜਦੋਂ ਕੱਲਿਆ ਹੀ ਸੀ। ਹੁਣ ਦੇਖੋ 2 ਬੰਦੇ ਹੋਣ ਤਾਂ ਜਲਸੀ ਹੁੰਦੀ ਹੈ ਨਾ, 2 ਬੰਦੇ ਹੋਣ ਵਾਸਤੇ ਤੇ ਡਰ ਦੀ ਭਾਵਨਾ ਤੇ ਦੇਖੋ ਜੀ, ਇਕੱਲਾ ਹੀ ਬੰਦਾ ਬੈਠਾ ਹੋਵੇ ਤੇ ਕੁਝ ਹੋਵੇ ਹੀ ਨਾ ਕੋਲ, ਕਿਸੇ ਕੋਲ ਡਰਨ ਵਾਲੀ, ਤਾਂ ਡਰ ਥੋੜਾ ਨਾ ਹੋਏਗਾ। ਜੇ ਇਕੱਲਾ ਹੀ ਬੰਦਾ ਹੋਵੇ ਤਾਂ ਥੋੜਾ ਜਲਸੀ ਹੋ ਸਕਦੀ ਹੈ, ਕਿਸੇ ਆਪਣੇ ਆਪ ਨੂੰ ਨਾ ਜਲਸੀ ਹੋ ਸਕਦੀ, ਜਲਸੀ ਹੁੰਦੀ ਹੈ ਕਿਸੇ ਦੂਸਰੇ ਤੋਂ, ਹੈ ਨਾ। ਤੇ ਮਹਾਰਾਜ ਕਹਿੰਦੇ ਆ ਜੇ ਤੂੰ ਇੱਕ ਨੂੰ ਧਿਆਏਂਗਾ, ਤੂੰ ਜਦੋਂ ਇੱਕ ਤੇਰੇ ਅੰਦਰ ਤੂੰ ਇੱਕ ਵਰਗਾ ਬਣ ਜਾਏਗਾ, ਤੂੰ ਇੱਕੋ ਇੱਕ ਰਹਿ ਜਾਏਗਾ, ਤੇ ਕਿਹਦੇ ਨਾਲ ਜਲਸੀ ਕਰੇਗਾ ਫਿਰ ਤੂੰ? ਕਿਉਂਕਿ ਉਹ ਜਦੋਂ ਕੱਲਿਆ ਹੀ ਸੀ ਇੱਕ, ਤਾਂ ਵੀ ਕਿਸੇ ਨਾਲ ਜਲਸੀ ਨਹੀਂ ਸੀ। ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਜਦੋਂ ਕੁਝ ਨਜ਼ਰ ਨਹੀਂ ਆਉਂਦਾ ਸੀ, ਜਦੋਂ ਤੇ ਪਾਪ ਪੁਣ ਨਹੀਂ ਸੁਣਤਾ, ਕਿਉਂਕਿ ਇੱਕੋ ਹੀ ਬੰਦੇ ਨਾਲ ਕਿਸੇ ਪਾਪ ਪੁਣ ਕਰ ਸਕਦਾ, ਤੇ ਤੇਰੇ ਨਾਲ ਵੀ ਇਹੀ ਹੋ ਸਕਦਾ, ਤੂੰ ਕਰ ਤੇਰੇ ਨਾਲ ਵੀ ਇਹੀ ਹੋਏਗਾ। ਪਾਪ ਪੁਣ ਤਬ ਕਹਤੇ ਹੋਤਾ, ਤੇ ਜਬ ਧਾਰੀ ਆਪਨ ਸੁਨ ਸਮਾਦ, ਜਦੋਂ ਸੁਨ ਸਮਾਦ ਵੀ ਸੀ, ਜਦੋਂ ਕੱਲਿਆ ਸੀ, ਤਾਂ ਵੈਰ ਵਿਰੋਧ ਕਿਹਦੇ ਨਾਲ ਕਮਾ ਸਕਦਾ ਬੰਦਾ? ਵੈਰ ਵਿਰੋਧ ਕਮਾਉਣ ਵਾਸਤੇ ਤਾਂ 2 ਚਾਹੀਦੇ ਨਾ, ਡੁਅਲਿਟੀ ਨਾ ਹੋਵੇ ਤੇ ਵੈਰ ਵਿਰੋਧ ਕਿੱਥੋਂ ਆਏਗਾ? ਡੁਅਲਿਟੀ ਕ੍ਰੀਏਟ ਕਰਦੀ ਹੈ ਨਾ ਵੈਰ ਵਿਰੋਧ, ਡੁਅਲਿਟੀ ਕ੍ਰੀਏਟ ਕਰਦੀ ਹੈ ਨਾ ਫੀਅਰ ਸਾਰੇ। ਤੇ ਆਪ ਨਿਰਭਉ ਹੈ ਕਿਉਂਕਿ ਡੁਅਲਿਟੀ ਨਹੀਂ ਹੈ ਨਾ ਉੱਥੇ ਕੋਈ, ਤੇ ਜੇ ਤੁਹਾਡੇ ਅੰਦਰ ਤੁਸੀਂ ਵੀ ਨਿਰਭਉ, ਇਹ ਪੁਆਇੰਟ ਹੈ। ਮੈਂ ਉਹਨੂੰ ਮੇਕ ਸ਼ੋਰ ਕਿ ਕਲੈਰਿਟੀ ਹੋਵੇ ਇਸ ਇਸ਼ੂ ਦੀ। ਇਹ ਨਹੀਂ ਵੀ ਐਵੇਂ ਪਰਮਾਤਮਾ ਦੀਆਂ ਉਹ ਐਟਰੀਬਿਊਟ ਜਿਹੜੀ ਐਕੈਡੈਮਿਕਲੀ ਡਿਫਾਈਨ ਕੀਤੇ ਹੋਏ ਸਾਰੀਆਂ ਚੀਜ਼ਾਂ ਉੱਥੇ। ਹਾਂਜੀ ਇਹ ਸੁਣ ਲਓ ਜੀ, ਪਰਮਾਤਮਾ ਇਸ ਤਰ੍ਹਾਂ ਦਾ ਹੈ, ਇਸ ਤਰ੍ਹਾਂ ਦਾ ਹੈ, ਤੇ ਤੁਹਾਨੂੰ ਤੁਸੀਂ ਕਹੋਗੇ ਮੈਂ ਕੀ ਮਤਲਬ, ਮੇਰੇ ਤੇ ਕੀ ਫਰਕ ਪੈ ਜਾਣਾ ਇਹਦੇ ਉੱਤੇ? ਸੋ what does it do for me? Yes, it does a lot good for you. ਤੇ ਨਿਰਭਉ ਜਾਂ ਫੀਅਰ ਜਿਹੜਾ ਹੈ, ਉਹ ਡਰ, ਤੇ ਉਹ ਡਰ ਜਿਹੜਾ ਹੈ, ਜਿਹੜੇ ਆਪਣਿਆਂ ਤੋਂ ਵਰਗੇ ਜਾਂ ਆਪਣਿਆਂ ਤੋਂ ਵੱਡਿਆਂ ਤੋਂ ਜਿਹੜਾ ਡਰ ਆਉਂਦਾ ਹੈ, ਉਹ ਡਰ ਹੈ। ਤੇ ਉਹ ਪ੍ਰਮਾਤਮਾ ਜਿਹੜਾ ਹੈ, ਕਿਉਂਕਿ ਉਹ ਸਭ ਕੁਝ ਕ੍ਰੀਏਟ ਕਰਨ ਵਾਲਾ ਹੋਣ ਦੀ ਵਜ੍ਹਾ ਨਾਲ ਉਹ ਕਿਸੇ ਤੋਂ ਡਰਦਾ ਨਹੀਂ, ਨਾ ਡਰਾਉਂਦਾ ਕਿਸੇ ਨੂੰ। ਪਰ ਇੱਕ ਗੱਲ ਯਾਦ ਰੱਖਣਾ, ਜਿਹੜਾ ਕਿਸੇ ਤੋਂ ਜਿਹੜਾ ਸੱਚੀ ਭਗਤ, ਉਹ ਅੱਗੇ ਜਾ ਕੇ ਮੈਂ ਕੋਟ ਕਰਨਾ ਸੀ, ਲੇਕਿਨ ਮੈਂ ਹੁਣੇ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਕਿ ਜਿਹੜੇ ਸੱਚੀ ਜਿਹੜੇ ਡਰ ਤੋਂ ਅਲੱਗ ਹੁੰਦੇ ਹਨ, ਜਿਹੜੇ ਉਹ ਨਾ ਆਪ ਡਰਦੇ ਹਨ ਤੇ ਨਾ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਕਿਸੇ ਤੋਂ ਡਰਦੇ ਹਨ। ਤੇ ਭੈ ਕਾਉ ਕੋ ਦੇਤ ਨਾ ਹੀ ਵਰਡ ਆਏ ਹਨ ਮਹਲੇ 9ਵੇਂ ਦੇ ਸ਼ਲੋਕਾਂ ਵਿੱਚ, ਤੇ ਨਾ ਹੀ ਭੈ ਮਾਨਤ ਮਾਨ, ਕਿ ਨਾ ਭੈ ਕਿਸੇ ਦਾ ਮੰਨਦੇ ਹਨ ਤੇ ਨਾ ਭੈ ਕਿਸੇ ਨੂੰ ਦਿੰਦੇ ਹਨ, ਕਿਸੇ ਦਾ ਨਾ ਡਰਦੇ ਹਨ ਤੇ ਨਾ ਡਰਾਉਂਦੇ ਹਨ। ਤੇ ਜਿਹੜੇ ਡਰਾਉਂਦੇ ਹਨ, ਜਿਹੜੇ ਉਹ ਪ੍ਰਮਾਤਮਾ ਦੇ ਨੇੜੇ ਨਹੀਂ ਹੈ। ਔਰੰਗਜ਼ੇਬ ਵਰਗੇ ਵੀ ਹੋਏ ਹਨ, ਕਿਹੜੇ ਹਿਟਲਰ ਵਰਗੇ ਵੀ ਹੋਏ, ਜਿਹੜੇ ਆਪ ਪਾਵਰਫੁਲ ਹੋਏ ਸਨ, ਸ਼ਾਇਦ ਉਹ ਕਿਸੇ ਤੋਂ ਡਰਦੇ ਨਾ ਹੋਣ, ਲੇਕਿਨ ਡਰਾਇਆ ਤੇ ਹੈ ਨਾ ਦੁਨੀਆ ਨੂੰ ਬੜਾ। ਤੇ ਇੱਕ ਉਹ ਵੀ ਹੋਏ ਹਨ
ਅਕਾਲੀ ਫੂਲਾ ਸਿੰਘ ਵਰਗੇ, ਇੱਕ ਉਹੀ ਹੋਏ ਹਨ ਜੱਸਾ ਸਿੰਘ ਆਲੂਵਾਲੀਆ ਵਰਗੇ, ਇੱਕ ਉਹ ਵੀ ਹੋਏ ਹਨ ਨਵਾਬ ਕਪੂਰ ਸਿੰਘ ਵਰਗੇ। ਧੰਨ ਗੁਰੂ ਕੇ ਸਿੱਖ ਵੱਡੇ ਜਿਹੜੇ ਕਿਸੇ ਕੋਲ ਡਰਦੇ ਨਹੀਂ ਸਨ। ਡਰ ਨਾਂ ਦੀ ਚੀਜ਼ ਉਹਨਾਂ 'ਚ ਨਹੀਂ ਸੀ। ਪਰ ਦੁਨੀਆ ਦੇ ਇਤਿਹਾਸ ਵਿੱਚ ਇੱਕ ਪੰਨਾ ਮੈਨੂੰ ਦੱਸ ਦਿਓ ਉਹਨਾਂ ਨੇ ਕਿਸੇ ਨੂੰ ਡਰਾਇਆ ਹੋਵੇ ਜਾਂ ਉਹਨੇ ਜਾ ਕੇ ਤੰਗ ਕੀਤਾ ਹੋਵੇ ਕਿਸੇ ਨੂੰ। ਉਲਟਾ ਹੀ ਹੋਇਆ ਹੈ, ਉਲਟਾ ਹੀ ਹਮੇਸ਼ਾ ਜਾ ਕੇ। ਮੈਨੂੰ ਇੱਕ ਗੱਲ ਯਾਦ ਆ ਗਈ ਹੁਣੇ, ਕਲਗੀਧਰ ਚਮਤਕਾਰ 'ਚ ਚੈਪਟਰ ਪੜ੍ਹਿਆ ਹੈ ਹੁਣੇ, ਬ੍ਰਾਹਮਣ ਨੇ ਆ ਕੇ ਕੀਤੀ ਵੀ ਆ ਕਿ ਮੇਰੀ ਵਾਈਫ ਨੂੰ ਚੁੱਕ ਕੇ ਲੈ ਗਏ ਤੇ ਉੱਥੇ ਭਾਈ ਅਜੀਤ ਸਿੰਘ ਨੇ ਜਾ ਕੇ ਛੁੜਾ ਕੇ ਲੈ ਕੇ ਆਏ। ਤੇ ਮੈਂ ਇਸ ਇਨਸੀਡੈਂਟ ਤੋਂ 80 ਸਾਲ ਹੋਰ ਅੱਗੇ ਚਲਾ ਗਿਆ, 70 ਸਾਲ। ਇਹ 1750-55 ਦੀ ਗੱਲ ਹੋਣੀ ਹੈ। ਇੱਕ ਵਾਰੀ ਅਕਾਲ ਤਖਤ ਦੇ ਉੱਤੇ ਕੋਈ ਸਰਬੱਤ ਖਾਲਸਾ ਦੀ ਮੀਟਿੰਗ ਹੋਈ ਤੇ ਇੱਕ ਬ੍ਰਾਹਮਣ ਉੱਥੇ ਵੀ ਆਇਆ ਤੇ ਕਹਿਣ ਲੱਗਾ, ਕਸੂਰ ਵਿੱਚ ਪਠਾਨ ਹਨ 2, ਜੇ ਸਾਨੂੰ ਜੀਣ ਨਹੀਂ ਦਿੰਦੇ, ਮੇਰੀ ਬੀਵੀ ਨੂੰ ਬਹੁਤ ਤੰਗ ਕਰਦੇ ਹਨ, ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਹਨ। ਤੇ ਉੱਥੇ ਇੱਕ ਅਲੱਗ ਪਰਮਾਤਮਾ ਜਪਣ ਵਾਲਿਆਂ 'ਚ ਬੜੀ ਪੋਜ਼ਿਟਿਵਿਟੀ ਬੜੀ ਆ ਜਾਂਦੀ ਹੈ। ਜਿਹੜੇ ਨੇੜੇ ਜਾਂਦੇ ਨੇ ਨਾ ਭਗਤੀ ਦੇ, ਚੜ੍ਹਦੀ ਕਲਾ 'ਚ ਬਹੁਤ ਹੁੰਦੇ ਨੇ। ਤੇ ਉਸ ਵੇਲੇ ਕਿਉਂਕਿ ਜੰਗਲਾਂ 'ਚ ਰਹਿੰਦੇ ਸੀ ਅਸੀਂ, ਸਾਡੇ ਸਿਰ ਦੀ ਕੀਮਤ 10 ਰੁਪਏ ਸੀ। ਤੇ ਉਸ ਵੇਲੇ ਇੱਕ ਸਿੱਖ ਦੀ ਵੈਲਿਊ ਕਹਿੰਦੇ 1.25 ਲੱਖ ਹੈ ਜੀ। ਇਹ ਕਹਿੰਦੇ ਜੇ ਇੱਕ ਨੂੰ ਭੇਜਣਾ ਹੋਵੇ ਤੇ ਕਹਿੰਦੇ ਇਹ ਕਿਹਾ ਜਾਂਦਾ ਵੀ 1.25 ਲੱਖ ਖਾਲਸੇ ਨੂੰ ਭੇਜ ਦਿਓ, ਵੀ ਇੱਕ ਬੰਦਾ ਬੜਾ ਹੈ ਇਹਦੇ ਵਾਸਤੇ। ਤੇ 2 ਨੂੰ ਭੇਜਣਾ ਤੇ 2.5 ਲੱਖ ਖਾਲਸਾ, ਤੇ 5 ਨੂੰ ਭੇਜਣਾ ਤੇ 5 ਲੱਖ ਖਾਲਸਾ, ਤੇ 11 ਸਿੱਖ ਚਲੇ ਜਾਣ ਤੇ 11 ਲੱਖ ਖਾਲਸਾ। ਮੈਨੂੰ ਇਹ ਹੁੰਦਾ ਸੀ ਬੜਾ। ਤੇ ਉੱਥੇ ਅਨਾਉਂਸ ਹੋ ਗਿਆ ਉੱਥੇ ਕਿ ਇਹ ਤੇ ਬੜਾ ਛੋਟਾ ਕੰਮ ਹੈ, ਕੋਈ ਵੱਡਾ ਕੰਮ ਨਹੀਂ ਹੈ। 11 ਲੱਖ ਖਾਲਸਾ ਬੜਾ ਇਹਦੇ ਵਾਸਤੇ, 11 ਲੱਖ ਖਾਲਸਾ ਦੀ ਫੌਜ ਭੇਜ ਦਿਓ। ਤੇ ਕਸੂਰ ਭੇਜ ਦਿੱਤੇ ਤਰੁਣਾ ਦਲ ਨੂੰ। ਤੇ ਜਸਟ ਇਮੈਜਿਨ, ਉਹ 11 ਬੰਦੇ ਕਸੂਰ ਐਂਟਰ ਕਰਦੇ ਹਨ ਤੇ ਉਹਦੀ ਜਿਹੜੀ ਉਹਦੀ ਹੈ ਪਠਾਨ ਦੀ ਜਾ ਕੇ ਉਹਦੀ ਕਬਜ਼ਾ ਕਰਦੇ ਹਨ, ਬੰਦੀ ਬਣਾਉਂਦੇ ਹਨ, ਸਾਰਿਆਂ ਛੁੜਾ ਕੇ ਵਾਪਿਸ ਲੈ ਆਉਂਦੇ ਤੇ ਉਹ ਖੜੇ ਦੇ ਖੜੇ ਰਹਿ ਜਾਂਦੇ ਨੇ, ਕੁਝ ਨਹੀਂ ਕਰ ਸਕਦੇ। ਇਹ ਗੱਲਾਂ ਕਿਉਂਕਿ ਨਿਰਭਉ ਸਨ ਉਹ ਲੋਕ। ਹੋਰ ਕੋਈ ਕੀ ਸੀ? ਡਰ ਨਹੀਂ ਸੀ। ਡਰ ਵਾਲਾ ਬੰਦਾ ਕਰੇਗਾ ਕਦੀ? ਜਾਂ ਕਿ ਪਾਗਲ ਹੋ? 11 ਬੰਦੇ ਜਾ ਕੇ ਉੱਥੇ 20,000 ਦੀ ਆਰਮੀ ਹੈ ਤੇ 11 ਬੰਦੇ ਕੀ ਕਰਨਗੇ ਜਾ ਕੇ ਉੱਥੇ? ਕਿਉਂਕਿ ਭਗਤੀ ਕਰਨ ਵਾਲੇ, ਜਾਮ ਜਪਣ ਵਾਲੇ, ਪ੍ਰਮਾਤਮਾ ਨਾਲ ਲੱਗਣ ਵਾਲੇ ਬੰਦੇ ਨਿਰਭਉ ਹੋ ਜਾਂਦੇ ਹਨ। ਇਹ ਇੱਕ ਨੈਚੁਰਲ ਪ੍ਰੋਸੈਸ ਹੈ ਨਿਰਭਉ ਦਾ। ਤੁਸੀਂ ਰੋਕ ਨਹੀਂ ਸਕਦੇ ਤੁਸੀਂ ਉਸਨੂੰ, ਕਿਉਂਕਿ ਉਹ ਆਪ ਡਰ ਤੋਂ ਰਹਿਤ ਹੈ। ਤੇ ਇੱਕ ਗੱਲ ਯਾਦ ਰੱਖਣਾ, ਸਿਰਫ ਪ੍ਰਮਾਤਮਾ ਹੀ ਹੈ ਜਿਹੜਾ ਕੰਪਲੀਟਲੀ ਡਰ ਤੋਂ ਰਹਿਤ ਹੈ, ਹੋਰ ਕੋਈ ਨਹੀਂ ਹੋ। ਸਿਰਫ ਪ੍ਰਮਾਤਮਾ ਹੈ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਬਸ ਹੋਰ ਕੋਈ ਨਹੀਂ ਹੈ। ਰਾਸਾ ਦੀਵਾਰ 'ਚ ਲਿਖਿਆ ਜਿਹੜਾ। ਤੇ ਦੂਸਰਾ ਡਰ ਦਾ ਕਨਸੈਪਟ ਜਿਹੜਾ ਹੈ, ਜਿਹੜਾ ਥੋੜਾ ਮੁਸ਼ਕਿਲ ਹੈ ਸਮਝਣਾ, which I'm going to share the screen now. I'm going to stop here for a second and see if somebody has any questions before I start sharing my screen again. No questions? That's good. ਤੇ ਵੀਰ ਜੀ ਇੱਕ ਕੁਐਸਚਨ ਹੈ, ਐਕਚੁਅਲੀ ਕਮੈਂਟ ਹੈ ਵੀਰ ਜੀ। ਹਾਂਜੀ, ਇਹ ਹੈਗਾ ਪੈਰੈਂਟਿੰਗ ਦਾ ਕੁਐਸਚਨ, ਐਂਡ ਕਿ ਅਸੀਂ ਕਿਸ ਉਮਰ ਤੇ ਅਸੀਂ ਆਪ ਸ਼ੁਰੂ ਕਰਨੇ ਆ ਤੇ ਕਿਸ ਉਮਰ ਤੇ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਕਰਾਉਂਦੇ ਆ ਜਪ ਕਰਵਾਉਣਾ, ਤੇ ਅਸੀਂ ਪੇਰੈਂਟਿੰਗ ਕਿਸ ਤਰ੍ਹਾਂ ਕਰਨੇ ਹੈਗੇ ਆ। ਕਿ ਜਦੋਂ ਅਸੀਂ ਪੇਰੈਂਟਿੰਗ ਕਰਨੇ ਆ ਡਰ ਦੇ ਰੂਪ ਦੇ ਵਿੱਚ, ਕਿਉਂਕਿ ਜੋ ਬੱਚਾ ਸਿੱਖਦਾ ਹੈ ਉਹ ਸਾਡੇ ਕੋਲੋਂ ਸਿੱਖਦਾ ਹੈ, ਸਾਨੂੰ ਵੇਖ ਕੇ ਸਿੱਖਦਾ। ਤੇ ਇਹਦੇ ਵਿੱਚ ਇੱਕ ਇੰਨਾ ਸੋਹਣਾ ਕਨਸੈਪਟ ਦੇ ਦਿੱਤਾ ਨਿਰਭਉ ਦਾ। ਤੇ ਜਿੰਨੀ ਛੋਟੀ ਉਮਰ ਦੇ ਵਿੱਚ ਇਹ ਵਾਲਾ ਚੀਜ਼ ਸ਼ੁਰੂ ਕੀਤੀ ਜਾਏ, ਓਨਾ ਹੀ ਉਹ ਜਜ਼ਬਾ, ਓਨਾ ਹੀ ਉਹ ਵਿਚਾਰ ਸ਼ੁਰੂ ਹੋ ਜਾਏਗਾ। ਔਰ ਦੂਜੀ ਗੱਲ, ਪੇਰੈਂਟਿੰਗ ਜੇ ਡਰ ਦੇ ਰਹਿਤ ਕੀਤੀ ਜਾਏ, ਨਿਰਭਉ ਰਹਿਤ ਕੀਤੀ ਜਾਏ, ਤੇ ਪੇਰੈਂਟਿੰਗ ਦੇ ਨਾਲ ਜਿਹੜਾ ਹੈਗਾ ਫਿਰ ਉਹ ਬੱਚਾ ਵੀ ਜਿਹੜਾ ਉਹਦੇ ਵਿੱਚ ਉਹ ਚੀਜ਼ ਜਿਹੜੀ ਹੈ ਪਨਪੇਗੀ। ਇਹ ਕਮੈਂਟ ਨਹੀਂ ਬਿਲਕੁਲ ਐਬਸੋਲੂਟਲੀ ਰਾਈਟ। I couldn't agree with you more ਜੀ। ਔਰ ਡਰ ਜਿਹੜਾ ਹੈ, ਡਰ ਨਾਲ ਕਿਸੇ ਚੀਜ਼ ਨੂੰ ਖਾਣਾ। ਹੁਣ ਮੈਂ ਡਰ ਦੀ ਦੂਸਰੀ ਇੱਕ ਡੈਫੀਨੇਸ਼ਨ ਦਿਆਂਗਾ, ਉਹਦੇ ਵਿੱਚ ਹੋਰ ਕਲੈਰਿਟੀ ਹੋ ਜਾਏਗੀ। ਬਟ I couldn't agree with you more ਜੀ what you just said। ਡਰ ਬਾਣੀ ਵਿੱਚ 2 ਤਰ੍ਹਾਂ ਦੇ ਆਏ ਹਨ। ਮੈਂ ਕਲਾਸ ਪਹਿਲੀ ਵਾਰ ਸ਼ਾਇਦ ਬੜੀ ਵਾਰੀ ਡਿਸਕਸ ਕਰ ਚੁੱਕਾ ਹਾਂ। ਸੋ excuse me if I repeat myself again, so fear
ਜਾਂ ਡਰ ਦੋ ਤਰ੍ਹਾਂ ਦੇ ਆਏ ਨੇ ਗੁਰਬਾਣੀ। ਇੱਕ ਡਰ ਨੂੰ ਜਾਂ ਭੈ ਵੀ ਲਿਖਿਆ ਕਈ ਵਾਰੀ ਵਰਡ, ਇੱਕ ਨੂੰ ਖੋਟਾ ਡਰ ਕਿਹਾ ਗਿਆ ਹੈ। ਤੇ ਖੋਟੇ ਦਾ ਮਤਲਬ ਹੈ ਜਿਹੜਾ ਸੁੱਚਾ ਨਾ ਹੋਵੇ ਜਿਹੜਾ, ਤੇ ਇਹ ਖੋਟਾ ਜਿਹੜਾ ਡਰ ਹੈ, ਯਾਨੀ ਕਿ ਜਿਹੜੇ ਅਸੀਂ ਜਿਹੜੇ ਡਰ ਕ੍ਰੀਏਟ ਕੀਤੇ ਹਨ ਆਪਣੀ ਜ਼ਿੰਦਗੀ ਵਿੱਚ, ਉਹ ਵਹਿਮ ਤੋਂ ਆਉਂਦੇ ਨੇ ਸਾਰੇ। ਤੇ ਵਹਿਮ ਹੁੰਦੇ ਨੇ ਡਾਊਟਸ ਹੁੰਦੇ ਨੇ ਵੀ ਯਾਰ ਕੱਲ ਕੁਝ ਹੋ ਹੀ ਨਾ ਜਾਏ ਮੈਨੂੰ, ਕੱਲ ਮੈਂ ਬਿਮਾਰ ਨਾ ਕਿਤੇ ਮਰ ਨਾ ਜਾਵਾਂ, ਮੇਰੇ ਬੱਚੇ ਨੂੰ ਸ਼ਾਇਦ ਇਹ ਨਾ ਹੋ ਜਾਏ, ਹੁਣ ਇਹ ਫਲਾਣੀ ਚੀਜ਼ ਹੋ ਗਈ ਹੈ, ਢਿੰਗਾਣੀ ਨਾ ਹੋ ਜਾਏ ਕਿਧਰੇ, ਇਹਦੇ ਤੋਂ ਇਹ ਨਾ ਕ੍ਰੀਏਟ ਹੋ ਜਾਏ, ਇਹਦੇ ਚ ਕੋਈ ਉਹ ਨਾ ਕੋਈ ਬਣ ਜਾਏ। ਤੇ ਇਹ ਜਿਹੜੇ ਖੋਟੇ ਡਰ ਜਿਹੜੇ ਹਨ, ਇਹ ਖੋਟੇ ਡਰ ਜਿਹੜੇ ਹਨ ਜ਼ਿੰਦਗੀ ਚੋਂ ਨਿਕਲ ਜਾਂਦੇ ਹਨ ਜਦੋਂ ਪ੍ਰਮਾਤਮਾ ਦੀ ਭਗਤੀ ਬੰਦਾ ਸ਼ੁਰੂ ਕਰਦਾ ਹੈ। ਤੇ ਮੇਬੀ ਔਨ ਅ ਸਕੇਲ ਆਫ 1 to 10, ਅਗਰ 10 ਕਿਸ ਦਾ ਲੈਵਲ ਹੋਵੇ ਤੇ ਯਕਦਮ 10 ਤੋਂ 0 ਤੇ ਨਹੀਂ ਆਏਗਾ, ਪਰ 10 ਤੋਂ 9 ਜਾਂ 8 ਤੇ ਜਾਂ 7 ਤੇ ਵੀ ਆ ਜਾਵਣ, that's a good progress, you know। ਛੋਟੀ ਛੋਟੀਆਂ ਗੱਲਾਂ ਤੋਂ ਬੰਦਾ ਡਰੇ ਨਾ। ਹਾਂਜੀ, ਚਾਬੀ ਮੇਰੀ ਘਰ ਰਹਿ ਗਈ ਹੈ, ਮੈਂ ਚਲਾ ਗਿਆ ਬਾਹਰ, ਉਹ ਡਰ ਗਿਆ ਹੁਣ ਕੀ ਨਹੀਂ ਹੋਏਗਾ, ਜਾਂ ਇਹ ਛੋਟੀ ਕੋਈ ਚੀਜ਼ ਕੁਝ ਇਫੈਕਟ ਨਹੀਂ ਹੁੰਦਾ ਲਾਈਫ ਤੇ ਵੱਡੀਆਂ, ਉਹ ਕੋਈ ਚੀਜ਼ ਹੋ ਜਾਵੇ ਉਥੋਂ ਡਰ ਜਾਏ ਬੰਦਾ, ਛੋਟੀ ਛੋਟੀ ਚੀਜ਼ ਤੋਂ ਡਰੇ ਬੰਦਾ, ਤੇ ਉਹ ਫਿਰ ਉਹ ਕੰਜ਼ਿਊਮ ਕਰ ਲੈਂਦਾ ਉਸਨੂੰ। ਸਾਰੇ ਸ਼ਿਕਾਰ ਆ, ਮੈਂ ਆਪੇ ਆ ਕਈ ਵਾਰੀ। you don't have any controls over your emotions, ਲੇਕਿਨ ਬਾਣੀ ਇਹ ਸਿਖਾਉਂਦੀ ਹੈ ਕਿ ਜੇ ਨਿਰਭਉ ਦਾ ਜਾਪ ਬੰਦਾ ਬਾਰ-ਬਾਰ ਕਰੇ ਤੇ ਇਹਨੇ ਜਿਹੜੇ ਵਹਿਮ ਖੋਟੇ ਡਰ ਜਿਹੜੇ ਹਨ ਇਹ ਘਟਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ ਕਰਕੇ, ਆਸਤੇ ਕਰਕੇ ਇਹਨਾਂ ਵਹਿਮ ਜਿਹੜੇ ਹਨ ਇਹ ਦੂਰ ਕਰਨੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਕਿਸ ਤਰ੍ਹਾਂ ਦੂਰ ਹੁੰਦੇ ਹਨ, ਕਿਉਂਕਿ ਪ੍ਰਮਾਤਮਾ ਜਦੋਂ ਤੁਹਾਡੇ ਨੇੜੇ ਆਉਂਦਾ ਹੈ ਤੇ ਅੰਗ ਸੰਗ ਰਹਿੰਦਾ ਜਦੋਂ ਤੁਹਾਡੇ, ਤੇ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਮੇਰਾ ਕੋਈ ਰੱਖਿਆ ਕਰਨ ਵਾਲਾ ਮੇਰੀ ਕੋਈ ਰੱਖਿਆ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੁਣ ਕੁਝ ਕਰਨਾ ਹੀ ਨਹੀਂ, ਤੁਸੀਂ ਕੁਝ ਤੁਹਾਨੂੰ ਕੋਈ ਹੁਣ ਡਾਂਗ ਤੁਹਾਨੂੰ ਕੋਈ ਲਾ ਕੇ ਕੋਈ ਅਗਰ ਤੁਹਾਡੇ ਉੱਤੇ ਕੋਈ ਬਣੇ ਕਿ ਹੁਣ ਔਰੰਗਜ਼ੇਬ ਵਰਗਾ ਬੰਦਾ ਆ ਜਾਏ ਤੇ ਬੰਦਾ ਕਿ ਮੈਂ ਬੈਠਾ ਹੋਇਆ ਜੋ ਮਰਜ਼ੀ ਤੂੰ ਕਰ ਪਿਆ ਕਰੇ, ਨਹੀਂ, ਉਹਦੇ ਨਾਲ ਲੜਨਾ ਵੀ ਹੈ ਤੁਸੀਂ, ਉਹਦੇ ਨਾਲ ਤੁਸੀਂ ਜੂਝਣਾ ਵੀ ਹੈ ਤੁਸੀਂ, ਪਰ ਆਪਣੀ ਜ਼ਿੰਦਗੀ ਡਰ 'ਚ ਨਹੀਂ ਬਿਤਾਣੀ। ਆਪਣੀ ਜ਼ਿੰਦਗੀ ਵਿੱਚ ਹਮੇਸ਼ਾ 24 ਆਵਰ ਕੰਜ਼ਿਊਮ ਨਹੀਂ ਰਹਿਣਾ ਇਸ ਡਰ ਦੇ ਉੱਤੇ। ਦੂਸਰਾ ਜਿਹੜਾ ਡਰ ਦਾ ਕਨਸੈਪਟ ਹੈ ਨਾ, ਉਹ ਥੋੜਾ ਜਿਹਾ ਐਬਸਟਰੈਕਟ ਹੈ, ਜਿਹਨੂੰ ਅਸੀਂ ਸੁੱਚਾ ਡਰ ਕਹਿੰਦੇ ਆ ਜਾਂ ਸੱਚਾ ਡਰ ਕਹਿੰਦੇ ਆ। ਤੇ I'm going to change my color here so I can make it more clear though। ਤੇ ਇਹ ਸੱਚੇ ਡਰ ਨੂੰ ਨਿਰਮਲ ਭਾਵ ਕਿਹਾ ਗਿਆ ਹੈ। ਨਿਰਮਲ ਮਤਲਬ ਹੁੰਦਾ ਹੈ ਪਵਿੱਤਰ, ਭਉ ਮਤਲਬ ਹੁੰਦਾ ਹੈ ਇੱਥੇ ਡਰ ਆਇਆ ਹੈ ਮਤਲਬ, ਪਰ ਭਉ ਮਤਲਬ ਹੁੰਦਾ ਇੱਥੇ ਭਉ ਦੇ ਅਗਰ ਤੁਸੀਂ ਮੀਨਿੰਗ ਅਗਰ ਕੱਢੋਗੇ ਗੁਰਬਾਣੀ ਵਿੱਚੋਂ ਤੇ ਡਿਸਪਲਿਨ ਨਿਕਲੇਗਾ। ਇੱਕ ਡਿਸਪਲਿਨ ਹੈ। ਇਹ ਕਿਹੜਾ ਡਿਸਪਲਿਨ ਹੈ? ਇਹ ਡਿਸਪਲਿਨ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਉਸ ਪਰਮਾਤਮਾ ਦੇ ਡਰ ਅੰਦਰ ਜਾਂ ਉਸ ਪਰਮਾਤਮਾ ਦੇ ਡਿਸਪਲਿਨ ਅੰਦਰ ਜੀਵਾਂ ਉਸ ਜ਼ਿੰਦਗੀ ਨੂੰ ਆਪਣੇ। ਜੀ, ਸੋ ਪਰਮਾਤਮਾ ਦਾ ਡਿਸਪਲਿਨ ਕੀ ਹੈ? let me just say here, ਪਰਮਾਤਮਾ ਦਾ ਡਿਸਪਲਿਨ ਕੀ ਹੈ? ਕੀ ਹੈ ਉਹ ਡਿਸਪਲਿਨ? ਇਹ ਡਿਸਪਲਿਨ ਜਿਹੜਾ ਹੈ ਜਾਂ ਇਹ ਜਿਹੜਾ ਨਿਰਮਲ ਭਾਵ ਹੈ ਜਿਹੜਾ, ਇਹ ਕੀ ਹੈ? ਤੇ ਇਹ ਨਿਰਮਲ ਭਾਵ ਡਿਸਪਲਿਨ ਜਿਹੜਾ ਕੀ ਹੈ ਕਿ ਆਪਣੀ ਜਿਹੜੀ ਡੇਲੀ ਲਾਈਫ ਹੈ ਇਹ ਹਜ਼ੂਰੀ ਵਾਲੀ ਹੋਵੇ। ਤੇ ਹਜ਼ੂਰੀ ਵਾਲਾ ਬੰਦਾ ਕਿਉਂ ਹਜ਼ੂਰੀ ਵਾਲੀ ਹੋਵੇ? ਕਿਉਂਕਿ ਹਜ਼ੂਰੀ ਵਿੱਚ ਰਹਿਣ ਵਾਲੇ ਬੰਦੇ ਦੇ ਅੰਦਰ ਉਹ ਚੀਜ਼ਾਂ ਕਰਨ 'ਚ ਬੜੀ ਮੁਸ਼ਕਿਲ ਆਉਂਦੀ ਹੈ ਉਸਨੂੰ, ਜਿਹੜੀਆਂ ਚੀਜ਼ਾਂ ਕਰਨੀਆਂ ਠੀਕ ਨਹੀਂ ਹੈ। ਸੋ ਫॉर ਐਗਜ਼ਾਮਪਲ, ਅਗਰ ਮੈਂ ਝੂਠ ਬੋਲਾਂ ਕਿਸੇ ਦੇ ਅੱਗੇ ਤੇ ਝੂਠ ਬੋਲਾਂ ਮੈਂ, ਤੇ ਜੇ ਝੂਠ ਬੋਲਦੇ ਆ ਤੇ ਉਹਦੇ ਅੱਗੇ ਹੀ ਝੂਠ ਬੋਲਦੇ ਆ ਜਿਹਨੂੰ ਪਤਾ ਹੈ ਕਿ ਇਹ ਝੂਠ ਨਹੀਂ ਹੈ, ਇਹ ਸੱਚ ਹੈ, ਤੇ ਮੈਂ ਝੂਠ ਨਹੀਂ ਬੋਲ ਸਕਾਂਗਾ, ਰਾਈਟ? ਲੈਟਸ ਸੇ I am lying to somebody. If I am lying to somebody, then I would like to make sure ਕਿ ਜਿਹਨੂੰ ਝੂਠ ਕਹਿ ਰਿਹਾ ਉਹ ਇਹ ਗੱਲ ਨਾ ਪ੍ਰੂਵ ਕਰ ਸਕੇ ਕਿ ਮੈਂ ਇਹ ਗੱਲ ਝੂਠ ਹੈ, ਸੱਚੀ ਨਹੀਂ ਹੈ। ਇਸ ਵਾਸਤੇ I will make sure ਕਿ ਮੈਂ ਉਹਨੂੰ ਕੌਨਫੀਡੈਂਸ ਗੱਲ ਕਵਾਂ, ਮੈਂ ਕਹਾਂ ਯਾਰ ਇਹ ਗੱਲ ਦੱਸੀ ਨਾ ਕਿਸੇ ਨੂੰ, ਇਹ ਗੱਲ ਕਰੀ ਨਾ ਕਿਸੇ ਨੂੰ, ਯਾਰ ਇਹ ਗੱਲ ਹੋਈ ਹੈ ਨਹੀਂ, ਅੱਛਾ ਹੋਈ ਹੈ ਜਾਂ ਨਹੀਂ ਹੋਈ ਹੈ, that's how I will portray that way, you know। ਜਾਂ ਕਿਸੇ ਦੀ ਨਿੰਦਿਆ ਕਰਨੀ ਹੋਵੇ ਝੂਠੀ, ਕਿਸੇ ਨੂੰ ਕੋਈ ਬੁਰਾ ਭਲਾ ਕਹਿਣਾ ਹੋਵੇ, ਤਾਂ ਫਿਰ I make sure ਕਿ ਉਹਦੇ ਸਾਹਮਣੇ ਨਾ ਕਹੀਏ, ਬਿਕੋਜ਼ ਉਹਦੇ ਸਾਹਮਣੇ ਕਵਾਂਗੇ ਤੇ ਗੜਬੜ ਹੋ ਜਾਏਗੀ, ਉਹ ਪ੍ਰੋਟੈਸਟ ਕਰ ਸਕਦਾ ਵੀ ਇਹ ਗੱਲ ਠੀਕ ਨਹੀਂ ਹੈ। So what we do is we do it in secrecy ਕਰਦੇ ਹਾਂ ਸਾਰਾ ਕੁਝ।
ਤੇ ਉਹ ਸੀਕ੍ਰੇਸੀ ਵਿੱਚ ਜਿਹੜਾ ਬੰਦਾ ਹੈ ਉਹ ਹਜ਼ੂਰੀ ਵਿੱਚ ਨਹੀਂ ਹੈ। ਹਾਂਜੀ, ਜਸਟ ਯਾਦ ਰੱਖਣਾ, ਜਿਹੜੀ ਲਾਈਫ ਉਸ ਤਰ੍ਹਾਂ ਦੀ ਬਿਤਾਉਂਦੇ ਹਨ ਉਹ ਹਜ਼ੂਰੀ ਵਾਲੇ ਨਹੀਂ ਹੈ। ਤੇ ਇਹ ਨਿਰਮਲ ਭਾਵ ਜਿਹੜਾ, ਇਹ ਸੱਚਾ ਭਾਵ ਜਿਹੜਾ ਹੈ, ਸੱਚਾ ਡਰ ਪ੍ਰਮਾਤਮਾ ਦਾ, ਕਈ ਵਾਰੀ ਕ੍ਰਿਸਚੀਅਨਿਟੀ ਵਰਡ ਯੂਜ਼ ਕੀਤੇ ਹਨ ਗੁਰਬਾਣੀ ਦੇ, ਕਈ ਵਾਰੀ ਗॉड ਫੀਅਰਿੰਗ, ਕਈ ਵਾਰੀ ਵਰਡ ਉੱਥੇ ਫੀਅਰਿੰਗ, ਇੱਥੇ ਸਾਡੇ ਚ ਫੀਅਰ ਨਹੀਂ ਹੈ ਵਰਡ, ਸਾਡੇ ਵਿੱਚ ਵਰਡ ਭਾਵ ਆਇਆ ਹੈ, ਤੇ ਭਾਵ ਦੇ ਲਿਟਰਲ ਮੀਨਿੰਗ ਇੱਥੇ ਆਏ ਹਨ ਡਿਸਪਲਿਨ, ਇੱਕ ਅਦਬ ਸਤਕਾਰ ਕਹਿ ਲਓ ਨਾਲ। ਹਾਂਜੀ, ਹੁਣ ਮੈਂ ਦੇਖੋ, ਮੈਂ ਤੁਹਾਨੂੰ ਗੱਲ ਹੋਰ ਦੱਸਾਂ, ਇੱਕ ਬੰਦਾ ਹੋਵੇ ਜਿਹੜਾ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੋਵੇ, ਜਿਹੜਾ ਸਿਆਣਾ ਹੋਵੇ ਤੁਹਾਡੇ ਤੋਂ ਬਹੁਤ, ਤੇ ਅੰਦਰੋਂ ਤੁਹਾਡੀ ਬੜੀ ਇੱਜ਼ਤ ਹੋਵੇ ਉਹਦੇ ਮਨ ਵਿੱਚ, ਤੇ ਉਹ ਤੁਹਾਡੇ ਮਨ ਵਿੱਚ ਉਹਦੀ ਇੱਜ਼ਤ ਹੋਣ ਦੇ ਨਾਲ ਅਦਬ ਸਤਕਾਰ ਬੜਾ ਵੱਧ ਜਾਂਦਾ ਉਹਦਾ, ਮਨੇ ਕਿ ਉਹਦੀ ਗੱਲ ਮੰਨੀ ਜਾਂਦੀ ਹੈ, ਉਹਦਾ ਇੱਕ ਭਾਵ ਹੈ, ਉਹਦਾ ਇੱਕ ਡਿਸਪਲਿਨ ਹੈ, ਉਹਦੇ ਅੱਗੇ ਤੁਸੀਂ ਫालतू ਗੱਲ ਨਹੀਂ ਕਰੋਗੇ, ਉਹਦੇ ਅੱਗੇ ਠੀਕ ਤਰ੍ਹਾਂ ਪੇਸ਼ ਆਓਗੇ ਤੁਸੀਂ ਸਭ ਜਗ੍ਹਾ। ਇਹ ਨਿਰਮਲ ਭਾਵ ਜਿਹੜਾ ਹੈ, I'm going to stop sharing the screen now, ਇਹ ਨਿਰਮਲ ਭਾਵ ਜਿਹੜਾ ਹੈ, ਇਹ ਇਸ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਇਹ ਬਹੁਤ ਕ੍ਰਿਟੀਕਲ ਹੈ ਨਿਰਮਲ ਭਾਵ। ਹੁਣ ਇਹ ਪ੍ਰੋਬਲਮ ਹੈ ਕਿ ਇਹ ਨਿਰਮਲ ਭਾਵ ਆਏ ਕਿੰਜ ਅੰਦਰ, ਇਹ ਕਿਸ ਤਰ੍ਹਾਂ ਡਿਸਪਲਿਨ ਤੁਹਾਡੇ ਅੰਦਰ ਆਏ, ਡਿਸਪਲਿਨ ਕਿੰਜ ਲੈ ਕੇ ਆਏ ਬੰਦਾ, ਇਹ ਕਿਸ ਤਰ੍ਹਾਂ ਮਹਿਸੂਸ ਕਰੇ ਕਿ ਆਈ ਐਮ ਬੀਇੰਗ ਵਾਚਡ ਆਲ ਦ ਟਾਈਮ। ਬੜਾ ਮੁਸ਼ਕਿਲ ਹੈ ਆਪਣੇ ਆਪ ਨੂੰ ਸਮਝਾਉਣਾ ਇਸ ਗੱਲ ਦੇ ਉੱਤੇ ਕਿ ਯੂ ਨੋ ਵਾਟ, ਓ ਮਾਈ ਗॉड, I should not lie, I should not cheat, I should not do this, I should not do anything that's contrary to the Guru's feelings, to the contrary to the Gurbani the thought process. फिर देखो जे बंदा एक्ट कर भी लेंदा टू द कॉन्ट्ररी, यही समझ के करदा कि कोई देख नहीं रहा मैंने, है ना। So somebody is married and is cheating on his spouse, husband हो या wife हो, it doesn't matter though. Let's say you cheat on the other person though. Cheating ਵਿੱਚ ਇੱਕ ਬੜਾ important element ਹੈ, ਉਹ element ਹੈ secrecy ਦਾ। ਕਿਸੇ ਦੇ ਸਾਹਮਣੇ ਕੋਈ cheat ਨਹੀਂ ਕਰ ਸਕਦਾ, ਬਹੁਤ ਮੁਸ਼ਕਿਲ ਹੈ cheat ਕਰਨਾ। ਜੇ ਸਾਹਮਣੇ cheat ਕਰੋਗੇ ਤੇ ਗੱਲ ਪਕੜੀ ਜਾਂਦੀ ਹੈ ਉਸ ਵਕਤ, ਫਿਰ ਮੁਸ਼ਕਿਲ ਚ ਆ ਜਾਂਦਾ ਬੰਦਾ, ਉਹ ਬੰਦਾ ਬੜਾ ਵੱਡਾ, ਫਿਰ ਉਹ secrecy ਵਿੱਚ cheat ਹੋ ਸਕਦਾ ਉਹ ਗੱਲ। ਹਾਂਜੀ, ਟੈਕਸ ਰਿਟਰਨ ਆਪਣੀ ਬਣਾ ਰਹੇ ਹੋ, ਕਿਉਂਕਿ ਮੈਂ ਸੀਪੀ ਹਾਂ, I will relate to that। ਹਾਂਜੀ, ਉਹ ਟੈਕਸ ਰਿਟਰਨ ਬਣਾਉਂਦੇ, ਚੀਟ ਕਰੇ ਟੈਕਸਸ ਦੇ ਉੱਤੇ, ਉਹ ਪਤਾ ਉਹਦੀ ਮੇਰੀ ਇਨਕਮ 100,000 ਹੈ, 80,000 ਸ਼ੋ ਕੀਤੀ ਹੋਈ, ਚੀਟਿੰਗ ਹੈ, doesn't matter which way you put it, is cheating। ਹਾਂਜੀ, तो ਚੀਟਿੰਗ ਬੰਦਾ ਕਿਉਂ ਕਰਦਾ ਹੈ, ਉਹ ਕਹਿੰਦਾ ਸ਼ਾਇਦ ਨਾ ਪਕੜਿਆ ਜਾਵਾਂ, ਸ਼ਾਇਦ maybe I can skip by this, I only gave $1,000 to the Gurdwara as charitable contribution, but let me put 1,500। Why? Because most probably शायद ना पकड़न वालों 1500, 1000 और 1500 ज्यादा फर्क नहीं है, शायद नहीं पकड़े जावा, तो फिर वो कहना चलो करो काम है वाला। हाँ जी, ते जेड़े ਇਹੋ ਜਿਹੇ ਜਿਨ੍ਹਾਂ ਦੀ ਥਾਟ ਪ੍ਰੋਸੈਸ ਹੈ ਨਾ ਜਿਹੜੀ, ਉਹ ਹਜ਼ੂਰੀ ਵਾਲੇ ਨਹੀਂ ਹਨ, ਉਹ ਹਜ਼ੂਰੀ ਵਾਲੇ ਬਣ ਵੀ ਨਹੀਂ ਸਕਦੇ ਕਦੀ, ਮੁਸ਼ਕਿਲ ਹੈ ਉਹਨਾਂ ਵਾਸਤੇ ਬਣਨਾ ਬੜਾ, ਤੇ ਉਹਨਾਂ ਵਾਸਤੇ ਵਰਡ ਆਏ ਵੀ ਨਹੀਂ ਹੈ, ਇਹ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਵਰਡ ਆਏ ਹਨ। ਤੇ ਜਿਹੜੇ ਹਜ਼ੂਰੀ ਵਿੱਚ ਉਹ ਕੰਮ ਕਰ ਨਹੀਂ ਸਕਦੇ, ਕਿਉਂ? ਕਿਉਂਕਿ ਪ੍ਰਮਾਤਮਾ ਹਾਜ਼ਰ ਨਾਜ਼ਰ ਜਾਣਦੇ ਨੇ, ਹਾਜ਼ਰ ਨਾਜ਼ਰ ਜਾਣਦੇ ਨੂੰ ਪ੍ਰੋਬਲਮ, ਹਾਜ਼ਰ ਜਾਣੇ ਨਾਲ ਬੈਠਿਆ ਹੋਇਆ ਹੈ, ਹੁਣ ਕਿੰਜ ਕਰੋਗੇ ਕੰਮ, ਹੁਣ ਮੁਸ਼ਕਿਲ ਹੈ ਕੰਮ ਕਰਨਾ, ਖਰਾਬ ਕਰੋਗੇ ਤੇ ਫਿਰ ਬੰਦੇ ਨੂੰ ਮਹਿਸੂਸ ਕਰੇ, ਸ਼ਰਮਿੰਦਗੀ ਹੁੰਦੀ ਹੈ ਬੜੀ, ਤੇ ਉਹ ਬੰਦਾ ਕੰਮ ਕਰੇ ਕਿਉਂ ਜਦੋਂ ਸ਼ਰਮਿੰਦਗੀ ਹੋਵੇ ਜਿਹਦੇ ਚ। ਸੋ ਇਹ ਇਸ਼ੂ ਹੈ ਨਿਰਮਲ ਭਾਵ ਦਾ, which we will expound on it more next session. I want to give some example ਗੁਰਬਾਣੀ ਤੋਂ ਡਰਦੇ ਵੀ and everything। ਤੇ ਇਹ ਨਿਰਮਲ ਭਾਵ ਜਿਹੜਾ ਵਾ, ਜਿਹੜਾ ਭਾਵ, ਜਿਹੜਾ ਵੈਲਕਮ ਭਾਵ ਹੈ, ਜਿਹੜਾ ਮਾੜਾ ਭਾਵ ਨਹੀਂ ਹੈ, ਇਸ ਭਾਵ ਨੂੰ ਅੰਦਰ ਲਿਜਾਣ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਏਗੀ, ਤੁਹਾਨੂੰ ਐਫਰਟ ਕਰਨਾ ਪਏਗਾ, ਹੈ ਨਾ। ਇਹ ਕੋਈ ਆਸਾਨ ਨਾਲ ਨਹੀਂ ਚੀਜ਼ ਮਿਲਣ ਵਾਲੀ ਹੈ, ਇਹ ਕੋਈ ਬਾਜ਼ਾਰ ਰੁਲਦੀਆਂ ਨਹੀਂ ਪਈਆਂ ਨਿਰਮਲ ਭਾਵ। ਤੇ ਇਹ ਗੱਲ ਯਾਦ ਰੱਖਣਾ, ਮੈਂ ਨੈਕਸਟ ਵੀਕ ਗੁਰਬਾਣੀ ਤੋਂ ਬੜੇ ਸ਼ਬਦ ਵੀ ਕੋਟ ਕਰਨੇ ਇਸ ਟਾਪਿਕ ਦੇ ਉੱਤੇ, ਕਿ ਭੈ ਤੋਂ ਬਿਨਾ, ਉਸ ਸੱਚੇ ਨਿਰਮਲ ਭੈ ਤੋਂ ਬਿਨਾ परमात्मा दी भक्ति होनी बहुत मुश्किल है, बहुत मुश्किल है। आसा दी वार विच, I'm going to quote that, आसा दी वार विच गुरु नानक महाराज ने भै दी डेफिनेशन उत्थे भी थोड़ी आई है, पूरा एक श्लोक है भै दे उत्ते। उत्थे भै दे मतलब है एक मर्यादा है जी, एक सिस्टम। So, for example, let's say कि I live in LA, so I'm basketball the team है Los Angeles Lakers हैं जी, उन्हें एक certain uniform है, सारे बड़े लोग Lakers fan and myself included, so वो एक certain jersey पा के उतरते मैदान में ते खेलते हैं, तो everybody enjoys the game है जी।
ਤੇ ਜੇ ਮੈਂ ਕਹਾਂ ਕਿ I didn't realize how much time it has been. Oh my God, 8:30. Oh, I'm so sorry. मैं बोलता ही बोलता चला. I'm going to stop right here. I'm so sorry. मैं time ਦਾ मैं देखा ही नहीं मैं कितना time हो गया. 10 बजे कीर्तन दी class. I see her just here now, right now. That's why I realized it. Sorry. I'm going to end the class here. I completely lost track of time today. I'm so sorry about that. Anybody has any quick questions though? And otherwise I'll end. Somebody should have reminded me कितना time हो गया, I apologize for this. Completely lost track today. I'm going to start my topic tomorrow. If somebody has a quick question, I can answer. Long question can wait for next time. Vijay, just wanted to quickly mention in the next class, perhaps you could address this. Bhav and bhav, the difference, pyar vaste anda bhav, fear, and bhav is also emotion. So some ਉਹਦੇ ਵਿੱਚ confusion ਹੋ ਜਾਂਦੀ ਹੈ ਕਿੱਥੇ fear ਹੈਗਾ ਕਿੱਥੇ love ਹੈਗਾ contextual ਹੈ ਭਾਵ ਤੇ ਭਾਵ ਪਿਆਰ ਹੈ ਤੇ ਭਾਵ ਜਿਹੜਾ ਹੈ I'm so sorry ਮੈਂ 9:30 class attend ਕਰਨੀ ਸੀ and I don't know what happened to me today. I losing my mind, I guess. I'm so sorry. ਹਾਂਜੀ anybody else ਜੀ ਜੀ ਤੁਸੀਂ ਇੱਕ ਕੁਐਸਚਨ ਪੁੱਛਿਆ ਸੀ ਵੇਖੀ ਜੀ ਨੇ ਸ਼ਬਦ ਇੱਕ ਜਿਹੜਾ ਸ਼ਬਦ ਵਿੱਚ ਕਰਤਾ ਪੁਰਖ ਦਾ ਤੁਸੀਂ ਦੱਸਿਆ ਵੀ ਕਰਤਾ ਪੁਰਖ ਤੇ ਹਰ ਬਾਣੀ ਦੇ ਹਰ ਸ਼ਬਦ ਦੇ ਵਿੱਚ ਹੈ ਪਰ ਮੈਂ ਇੱਕ ਸ਼ਬਦ ਜਿਹੜਾ ਨਾ ਮੈਂ ਸੁਜੈਸਟ ਕਰਨਾ ਚਾਹਨਾ ਜੇ sure absolutely Vijay please suggest yeah I would suggest one ਸ਼ਬਦ ਜਿਹੜਾ ਬਸੰਤ ਕੀ ਵਾਰ ਹੈ ਨਾ ਉਹਦੇ ਵਿੱਚ ਜਦੋਂ ਜਾਂ ਆ ਜਾਂਦਾ ਨਾ ਜਦੋਂ ਕਿੱਥੋਂ ਉਪਜੇ ਕਹਿ ਰਹੇ ਕਿ ਮੈਂ ਸਮਾਲ ਸੋ ਉਹ ਸ਼ਬਦ ਦਾ ਪਾਠ ਕਰੋ then you have a much better understanding of ਕਿ ਗੁਰੂ ਕੀ ਕਹਿ ਰਹੇ ਨੇ ਕਰਤਾ ਪੁਰਖ ਕੀ ਹੈ so thank you Vijay. so thank you for sharing. suggest thank you Vijay for sharing that. बसंत की There are वार hundreds of shabads like that, but thank you Vijay for sharing that. I'm so sorry I'm not going to take a break today. Normally I take a 5-10 minute break.